आकाशवाणी 1690 नाल जुड़ चुके परिवार का स्वागत है। वाहिगुरू जी का खालसा वाहिगुरू जी की फतेह। प्रोग्राम PTN 24 की पेशकश प्रोग्राम फतेह लैके हाजिर मैं। अज 13 मई दिन बुधवार है जी। तो टैंपरेचर बाहर 6 आ तो दोपहरे 12 हो जाऊगा। धुप लगी हुई है। सूरज 5:54 से चढ़िया 8:35 से छिपेगा। ਆਪਾਂ ਨਾਲ ਪੰਜਾਬ ਭਰ ਤੋਂ ਬਖਤੌਰ ਸਿੰਘ ਢਿੱਲੋਂ ਹੋਣਗੇ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡੀਆਂ ਕਾਲਾਂ ਵੀ ਆਪਾਂ ਔਨ ਦੀ ਏਅਰ ਕਰਾਂਗੇ ਤੇ ਕੁਝ ਜਿਹੜੇ ਸਾਡੇ ਸਪਾਂਸਰ ਆ ਉਹਨਾਂ ਦੇ ਸੰਦੇਸ਼ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਆਪਾਂ ਗੱਲਬਾਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੀ ਕਰੋਨਾ ਵਾਇਰਸ ਆ, ਪੂਰੀ ਮਹਾਮਾਰੀ ਆ, ਉਹਦਾ ਪ੍ਰਕੋਪ ਜਿਹੜਾ ਥੋੜਾ ਅੰਟਾਰੀਓ ਦੇ ਵਿੱਚ ਘਟ ਰਿਹਾ ਜੀ ਤੇ ਕਿਊਬਕ ਦੇ ਵਿੱਚ ਹਲੇ ਕਾਫੀ ਆ। ਅੰਟਾਰੀਓ ਦੇ ਵਿੱਚ 341 ਨਵੇਂ ਕੇਸ ਆਏ ਆ ਤੇ ਟੋਟਲ 22,158 ਰਿਕਵਰੀ ਵੀ ਕਾਫੀ ਹੋ ਰਹੀ ਆ। ਪਰ ਕੈਨੇਡਾ ਦੇ ਵਿੱਚ ਜਿਹੜੇ ਆ 1155 ਕੇਸ ਨਵੇਂ ਆਏ ਆ, ਪਲੱਸ ਹੋਏ ਆ ਜੀ। ਤੇ 72,449 ਜਿਹੜੇ ਟੋਟਲ ਕੇਸ ਆ। ਪੂਰੀ ਦੁਨੀਆ ਦੇ ਵਿੱਚ ਜਿਹੜੇ ਪਲੱਸ ਹੋਏ ਕੇਸ ਆ 84,269 ਆ ਤੇ ਟੋਟਲ 42,60,615 ਕੇਸ ਆ। ਸਾਡਾ ਗੁਆਂਢੀ ਸੂਬਾ ਕਿਊਬਕ ਆ ਜੀ। ਉੱਥੇ ਜਿਹੜੇ ਟੋਟਲ ਕੇਸ ਆ ਉਹ 39,225 ਤੇ ਜਿਹੜੀ ਡੈਥ ਹੋ ਚੁੱਕੀਆਂ 3131 ਜਿਹੜੇ ਉੱਥੇ ਡੈਥ ਹੋ ਚੁੱਕੀ ਆ। ਪਰ ਇਸ ਟਾਈਮ ਜਿਹੜਾ ਕੈਨੇਡਾ ਦੇ ਵਿੱਚ ਕੇਸ ਟੋਟਲ ਭਾਰਤ ਜਿਹੜਾ ਕੈਨੇਡਾ ਦੇ ਨਾਲੋਂ ਵੀ ਅੱਗੇ ਲੰਘ ਗਿਆ ਜੀ। ਤੇ ਆਪਾਂ ਗੱਲਬਾਤ ਕਰਦੇ ਹਾਂ ਪੂਰੀ। ਇਸ ਟਾਈਮ ਅਮਰੀਕਾ ਦੇ ਵਿੱਚ 14,08,745 ਕੇਸ ਆ। 83,449 ਜਿਹੜੀ ਉੱਥੇ ਡੈਥ ਹੋ ਚੁੱਕੀ ਆ ਤੇ 2,96,746 ਜਿਹੜੀ ਰਿਕਵਰੀ ਵੀ ਹੋਈਆਂ। ਇਸ ਦੇ ਨਾਲ ਹੀ ਜਿਹੜਾ ਰਸ਼ੀਆ ਹੈ ਜੀ, ਉਹ ਕਾਫੀ ਤੇਜ਼ੀ ਦੇ ਨਾਲ ਉੱਥੇ ਕੇਸ ਵੱਧ ਰਹੇ ਆ। ਕੱਲ ਤੋਂ ਅੱਜ ਤੱਕ 10,000 ਤੋਂ ਉੱਪਰ ਕੇਸ ਜਿਹੜੇ ਵੱਧ ਗਏ। 2,42,271 ਆ ਜਿਹੜੀ ਡੈਥ ਦੀ ਰੇਸ਼ੋ ਆ ਉੱਥੇ ਕਾਫੀ ਘੱਟ ਆ। 1% ਜੀ। 2,212 ਜਿਹੜੀ ਡੈਥ ਆ ਤੇ 48,003 ਜਿਹੜੀ ਉੱਥੇ ਰਿਕਵਰੀ ਹੋਈ ਆ। ਪਰ ਬੜੀ ਤੇਜ਼ੀ ਦੇ ਨਾਲ ਕੇਸ ਵੱਧ ਰਹੇ ਆ। ਸ਼ਾਇਦ ਇਸ ਵੀਕਐਂਡ ਤੱਕ ਜਿਹੜਾ ਇਹ ਅੰਕੜਾ ਆ ਅਮਰੀਕਾ ਤੋਂ ਬਰਾਬਰ, ਅਮਰੀਕਾ ਦੇ ਬੈਕ ਸਾਈਡ ਤੇ ਆ ਜਾਊਗਾ ਜੀ। ਸਪੇਨ ਨੂੰ ਕ੍ਰੋਸ ਕਰ ਜਾਊਗਾ। ਸਪੇਨ ਦੇ 2,69,520 ਆ। ਪਰ ਜਿਹੜੀ ਡੈਥ ਰੇਸ਼ੋ ਆ ਉਹ ਰਸ਼ੀਆ ਦੀ ਕਾਫੀ ਘੱਟ ਆ। ਤੇ ਆਪਾਂ ਗੱਲ ਕਰਦੇ ਹਾਂ ਜੀ ਕੈਨੇਡਾ ਦੀ। ਕੈਨੇਡਾ ਦੇ ਵਿੱਚ 72,419 ਆਪਾਂ ਟੋਟਲ ਗਏ। 51,069 ਜਿਹੜੇ ਆ ਉਹ ਇਸ ਟਾਈਮ ਕੇਸ ਡੈਥ ਹੋ ਚੁੱਕੀ ਆ ਜੀ ਕੈਨੇਡਾ ਦੇ ਵਿੱਚ। ਤੇ 34,042 ਜਿਹੜੇ ਆ ਉਹ ਰਿਕਵਰੀ ਹੋਈ ਆ। ਇੰਡੀਆ ਦੇ ਵਿੱਚ 75,048 ਟੋਟਲ ਕੇਸ ਆ ਜੀ। 2,440 ਜਿਹੜੀ ਉੱਥੇ ਡੈਥ ਹੋਈ ਆ ਤੇ 24,927 ਰਿਕਵਰੀ ਹੋਈ ਆ। ਚਾਈਨਾ ਤੋਂ ਬਾਅਦ ਹੁਣ ਇੰਡੀਆ ਦਾ ਨੰਬਰ ਆ ਜੀ, ਕਿਉਂਕਿ ਚਾਈਨਾ ਤੇ ਉੱਥੇ ਦਾ ਉੱਥੇ ਖੜਾ ਜੀ 82,926 ਤੇ। ਅੱਗੇ ਦੇਖੋ ਕੀ ਹੁੰਦਾ ਹੌਲੀ ਹੌਲੀ। ਪਰ ਜਿਹੜਾ ਰਸ਼ੀਆ ਉਹ ਕਾਫੀ ਉੱਪਰ ਵੱਧ ਰਿਹਾ ਤੇ ਇੰਡੀਆ ਵੀ ਕਾਫੀ ਵੱਧ ਰਿਹਾ ਜੀ। ਇਸ ਤੇ ਵੀ ਆਪਾਂ ਗੱਲਬਾਤ ਕਰਾਂਗੇ। ਤੁਸੀਂ ਵੀ ਆਪਣੀ ਕੋਈ ਸੁਝਾਅ ਦੇ ਸਕਦੇ ਹੋ, ਕਿਉਂਕਿ ਅੰਟਾਰੀਓ ਦੇ ਵਿੱਚ ਹੌਲੀ ਹੌਲੀ ਜਿਹੜਾ ਰੀਓਪਨ ਹੋ ਰਿਹਾ ਜੀ। ਸਾਰਾ ਕੁਛ ਹੀ ਇਸ ਮਹੀਨੇ ਦੇ ਐਂਡ ਤੱਕ ਜਾਂ ਜੂਨ ਦੇ ਅੱਧ ਤੱਕ ਸਾਰਾ ਕੁਝ ਜਿਹੜਾ ਬੈਕ ਟੂ ਨਾਰਮਲ ਹੋਣ ਦੀ ਸੰਭਾਵਨਾ ਹੈਗੀ ਆ। ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਜੁੜ ਚੁੱਕਿਆ ਜੀ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਚੱਲਦੇ ਜੀ ਖਬਰਾਂ ਵਾਲੇ ਬੰਨੇ। 1984 ਕਤਲੇਆਮ ਦਾ ਜਿਹੜਾ ਦੋਸ਼ੀ ਸੀਗਾ ਸੱਜਣ ਕੁਮਾਰ, ਬੜੇ ਔਖੇ ਹੋ ਕੇ ਉਹਨੂੰ ਸਜ਼ਾ ਮਿਲੀ ਆ। ਪਰ ਹਾਲੇ ਵੀ ਹੱਥ ਪੈਰ ਮਾਰਨ ਨੂੰ ਹਟਦੇ ਨਹੀਂ, ਕਿਉਂ ਜੇ ਜਿਨ੍ਹਾਂ ਨੇ ਸੱਤਾ ਭੋਗੀ ਹੁੰਦੀ ਆ। ਸੱਜਣ ਨੂੰ ਸੁਪਰੀਮ ਕੋਰਟ ਚੋਂ ਨਾ ਪਈ ਫਿਲਹਾਲ ਰਿਹਾਈ ਦੀ ਖੈਰ। ਨਹੀਂ, ਇਹਨੂੰ ਵੈਸੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹੱਥ ਪੈਰ ਮਾਰ ਰਹੇ ਹੈ ਜੀ। ਕੋਈ ਵੀ ਦੋਸ਼ੀ ਜਿਹਨੂੰ ਸਜ਼ਾ ਹੋਵੇ, ਜਦੋਂ ਜੇਲ੍ਹ ਦੇ ਅੰਦਰ ਹੋਵੇ, ਉਹ ਟਰਾਈ ਕਰਦਾ ਹੁੰਦਾ ਕਿ ਕਿਸੇ ਤਰੀਕੇ ਨਾਲ ਮੈਂ ਬਾਹਰ ਆਵਾਂ। ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਢਿੱਲੋਂ ਸਾਹਿਬ। ਮੈਂ ਹੁਣ ਦੇਖੋ ਹੁਣ ਸਹੀ ਹੈ, ਬਿਲਕੁਲ ਸਹੀ ਹੈ ਜੀ। ਹਾਂ, ਮੈਂ ਇਹ ਗੱਲ ਕਹਿ ਰਿਹਾ ਸੀ ਕਿ ਕੋਈ ਵੀ ਦੋਸ਼ੀ ਹੋਵੇ, ਉਹਦਾ ਇਹ ਯਤਨ ਹੁੰਦਾ ਹੈ ਕਿ ਕਿਸੇ ਤਰੀਕੇ ਮੈਨੂੰ ਬਾਹਰ ਆਜ਼ਾਦ ਫਿਜ਼ਾ ਚ ਘੁੰਮਣ ਦਾ, ਵਿਚਰਨ ਦਾ ਮੌਕਾ ਮਿਲੇ ਜੀ। ਉਹਨੇ ਚਾਹੇ ਕਿੱਡਾ ਵੀ ਵੱਡਾ ਕ੍ਰਾਈਮ ਕਿਉਂ ਨਾ ਕੀਤਾ ਹੋਵੇ। ਇਸ ਕੇਸ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਸ ਕੇਸ ਦੇ ਵਿੱਚ ਵੀ ਸਥਿਤੀ ਇਹੋ ਹੀ ਹੈ ਜੀ। ਨਵੰਬਰ 1984 ਦੇ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੀ ਵਾਇਲੈਂਸ ਹੋਈ ਸੀ, ਇੱਕ ਤਰਫਾ ਸਿੱਖ ਕਤਲੇਆਮ ਹੋਇਆ ਸੀ ਦਿੱਲੀ ਦੇ ਵਿੱਚ ਜੀ। ਉਸ ਵੇਲੇ ਸੱਜਣ ਕੁਮਾਰ ਨੇ ਭੀੜਾਂ ਨੂੰ ਉਕਸਾਇਆ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਜੀ। ਬਹੁਤ ਸਾਰਾ ਨੁਕਸਾਨ ਹੋਇਆ ਸਿੱਖ ਭਾਈਚਾਰੇ ਦਾ। ਲੇਕਿਨ ਸੱਜਣ ਕੁਮਾਰ ਦੇ ਖਿਲਾਫ ਕੋਈ ਜ਼ਾਹਰਾ ਤੌਰ ਦੇ ਉੱਤੇ ਇਲਜ਼ਾਮ ਨਹੀਂ ਸੀ ਲੱਗੇ ਜੀ।
ਸਿਰਫ ਇੱਕ ਮਾਮਲਾ ਹੈ, ਉਹ ਵੀ ਹੈ ਪਾਲਮ ਕਲੋਨੀ ਦੇ ਰਾਜਨਗਰ ਦੇ ਪਾਰਟ ਨੰਬਰ 1 ਚ ਜੀ ਜਿੱਥੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜੀ ਇਹਦੇ ਨਾਲ ਹੀ ਇਸੇ ਪਾਲਮ ਕਲੋਨੀ ਦੇ ਵਿੱਚ ਪਾਰਟ ਨੰਬਰ 2 ਹੈ ਜੀ ਜਿੱਥੋਂ ਦੇ ਗੁਰਦੁਆਰਾ ਸਾਹਿਬ ਨੂੰ ਵੀ ਨੁਕਸਾਨ ਪਹੁੰਚਾਇਆ ਸੀ। ਪਰ ਇਸ ਕੰਮ ਦੇ ਵਿੱਚ ਸੱਜਣ ਕੁਮਾਰ ਦੇ ਨਾਲ ਜਿਹੜੇ ਹੋਰ ਲੋਕ ਹੈ ਉਹਨਾਂ 'ਚ ਬਲਵਾਨ ਖੋਖਰ, ਨੇਵੀ ਦਾ ਸਾਬਕਾ ਕੈਪਟਨ ਭਾਗਮਲ ਤੇ ਗਿਰਧਾਰੀ ਲਾਲ ਵਗੈਰਾ, ਇਹ ਬੰਦੇ ਇਹਦੇ ਨਾਲ ਸ਼ਾਮਲ ਸੀ ਜੀ। ਲੇਕਿਨ ਇਹਨਾਂ ਸਾਰਿਆਂ ਨੂੰ ਹੇਠਲੀ ਅਦਾਲਤ ਨੇ 30 ਅਪ੍ਰੈਲ 2013 ਨੂੰ ਬਰੀ ਕਰਤਾ ਸੀ। ਚਲਾਨ ਇਹਨਾਂ ਦਾ ਹੋਇਆ ਸੀ, ਟ੍ਰਾਇਲ ਇਹਨਾਂ ਤੇ ਹੋਈ, ਮੁਕੱਦਮਾ ਚੱਲਿਆ, ਲੇਕਿਨ ਹੇਠਲੀ ਅਦਾਲਤ ਨੇ ਇਹਨਾਂ ਨੂੰ ਬਰੀ ਕਰ ਦਿੱਤਾ ਸੀ ਜੀ। ਫਿਰ ਆਇਆ ਮਾਮਲਾ ਅਪੀਲਾਂ ਦਾ, ਅਪੀਲ ਦਾਇਰ ਹੋਈ, ਅਪੀਲ ਦੇ ਉੱਤੇ ਕਿਸ ਕਿਸਮ ਦੀ ਕਾਰਵਾਈ ਹੋਈ ਔਰ ਉਹ ਕਾਰਵਾਈ ਕਰਵਾਉਣ ਵਾਸਤੇ ਕੀ ਕੁਝ ਕਰਨਾ ਪਿਆ ਜੀ। ਜਦੋਂ ਅਪੀਲ ਦਾਇਰ ਹੋਈ ਹੈ, ਮੈਂ ਜ਼ਿਕਰ ਕਰ ਦੇਵਾਂ ਇੱਥੇ, ਅਪੀਲ ਵਾਲਾ ਜਿਹੜਾ ਟਾਈਮ ਸੀਗਾ ਇਹ ਉਹ ਟਾਈਮ ਸੀ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜੀ। ਕਈ ਵਾਰੀ ਸ਼ਾਬਾਸ਼ ਲੈਣ ਵਾਸਤੇ ਆਮ ਤੌਰ ਤੇ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਜੀ ਜੇ ਸਾਡੀ ਸਰਕਾਰ ਆਈ ਤਾਂ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਮਿਲਣਾ, ਲੇਕਿਨ ਕਾਨੂੰਨ ਦਾ ਇੱਕ ਪ੍ਰੋਸੈਸ ਹੈ। ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਜਿਹਨੇ ਕਾਨੂੰਨ ਬਣਾਇਆ, ਜਿਹਨੇ ਅਪੀਲ ਕੀਤੀ, ਪਰ ਹੋਇਆ ਕੀ ਸੀ? ਹੋਇਆ ਇਹ ਸੀ ਕਿ ਇਸ ਕੇਸ ਦੀ ਤਫਤੀਸ਼ ਵਾਸਤੇ ਇੱਕ SIT ਬਣਾਈ ਗਈ ਕਿ ਜੇ ਕੋਈ ਹੋਰ ਕਮੀ ਪੇਸ਼ੀ ਹੈ ਉਹ ਕਮੀ ਪੇਸ਼ੀ ਵੀ ਦੂਰ ਕੀਤੀ ਜਾਵੇ। ਉਹ ਕੋਰਟ ਨੇ ਬਣਾਈ ਸੀ। ਉਹਦੇ ਵਾਸਤੇ ਕੋਰਟ ਨੇ RS ਚੀਮਾ ਜਿਹੜੇ ਪੰਜਾਬ ਦੇ ਬੜੇ ਨਾਮਵਰ ਵਕੀਲ ਹੈ, ਫੌਜਦਾਰੀ ਦੇ ਵਕੀਲ ਹੈ, ਉਹਨਾਂ ਨੂੰ ਲਾਇਆ ਕਿ ਤੁਸੀਂ ਇਸ SIT ਦੀ ਮਦਦ ਕਰੋ। ਔਰ ਉਹਨਾਂ ਨੇ ਬਹੁਤ ਕੋਸ਼ਿਸ਼ ਕਰਕੇ, ਬੜੀ ਮਿਹਨਤ ਕਰਕੇ ਜਿਹੜੀ ਹੈ ਲੜੀ ਦੇ ਨਾਲ ਲੜੀ ਜੋੜੀ ਔਰ ਕੇਸ ਨੂੰ ਮਜ਼ਬੂਤ ਕੀਤਾ। ਤੇ ਜਦੋਂ ਬਹਿਸ ਹੋਈ, ਬਹਿਸ ਦੇ ਵਿੱਚ ਫਿਰ ਇਹ ਪਾਇਆ ਗਿਆ ਕਿ ਸੱਜਣ ਕੁਮਾਰ ਨੇ ਵਾਕਈ ਇਹ ਬੱਜਰ ਅਪਰਾਧ ਕੀਤਾ ਹੈ, ਗੁਰੂ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਤੇ ਸਿੱਖ ਪਰਿਵਾਰ ਭਾਈਚਾਰੇ ਦੇ ਇੱਕੋ ਪਰਿਵਾਰ ਦੇ 5 ਮੈਂਬਰਾਂ ਨੂੰ ਜਿਹੜਾ ਜੀ ਇਹਨੇ ਕਤਲ ਕੀਤਾ ਹੈ। ਨਤੀਜਾ ਕੀ ਹੋਇਆ? ਨਤੀਜਾ ਇਹ ਹੋਇਆ ਕਿ ਇਸ ਬੰਦੇ ਨੂੰ ਫਿਰ ਹਾਈ ਕੋਰਟ ਨੇ ਸਜ਼ਾ ਦੇ ਦਿੱਤੀ ਔਰ ਉਦੋਂ ਤੋਂ ਇਹ ਅੰਦਰ ਹੈ ਜੀ। ਇਹਨੂੰ ਸਜ਼ਾ ਹੋਈ ਸੀ ਪਿਛਲੇ ਸਾਲ ਤੋਂ ਪਿਛਲੇ ਸਾਲ 17 ਦਸੰਬਰ 2018 ਨੂੰ। ਇਸ ਵਰੇ ਦੇ ਅੱਜ ਦਾ ਪਿਛਲਾ ਬੜਾ ਬੀਤ ਗਿਆ ਜੀ, ਉਹਦੇ ਵਿੱਚ ਵੀ ਇਹਨੇ ਥੋੜੀ ਜਿਹੀ ਚਾਰਾਜੋਈ ਕੀਤੀ ਸੀ, ਲੇਕਿਨ ਗੱਲ ਬਣੀ ਨਹੀਂ। ਫਿਰ ਇਹਨੇ ਦੁਬਾਰਾ 1 ਫਰਵਰੀ ਮਹੀਨੇ ਦੇ ਵਿੱਚ ਐਪਲੀਕੇਸ਼ਨ ਪਾਈ ਕਿ ਮੈਨੂੰ ਅੰਤਰਮ ਜ਼ਮਾਨਤ ਦੇ ਦਿੱਤੀ ਜਾਵੇ, ਥੋੜੇ ਸਮੇਂ ਦੀ ਜ਼ਮਾਨਤ ਦੇ ਦਿੱਤੀ ਜਾਵੇ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਉਦੋਂ ਕਹਿ ਦਿੱਤਾ ਸੀ ਕਿ ਨਹੀਂ, ਅਜੇ ਜ਼ਮਾਨਤ ਦੀ ਲੋੜ ਨਹੀਂ, ਇਹ ਮਾਮਲਾ ਅਸੀਂ ਸੁਣਵਾਈ ਤੇ ਲਾ ਲੈਂਦੇ ਹਾਂ ਔਰ ਮੁਕੰਮਲ ਕੇਸ ਦਾ ਫੈਸਲਾ ਹੀ ਕਰ ਦਿਆਂਗੇ। ਇਹ ਤਾਂ ਸਬੂਤ ਇਸ ਗੱਲ ਪ੍ਰੋਸੀਕਿਊਸ਼ਨ ਨੂੰ ਸਪੋਰਟ ਕਰਦੇ ਹੋਏ ਫਿਰ ਤਾਂ ਸਜ਼ਾ ਬਰਕਰਾਰ ਰਹੂਗੀ, ਜੇ ਨਾ ਸਪੋਰਟ ਕਰਦੇ ਹੋਏ ਤਾਂ ਇਹ ਬੰਦਾ ਬਰੀ ਵੀ ਹੋ ਸਕਦਾ। ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਫਰਵਰੀ ਵਾਲੀ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਰੱਦ ਕਰ ਦਿੱਤਾ ਸੀ ਜੀ। ਫਰਵਰੀ ਤੋਂ ਲੈ ਕੇ ਹੁਣ ਤੱਕ ਇਹ ਚੁੱਪਚਾਪ ਬੈਠਾ ਰਿਹਾ, ਲੇਕਿਨ ਹੁਣ ਆ ਕੇ ਇਹਨੇ ਫਿਰ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਬੇਲ ਦਿੱਤੀ ਜਾਵੇ। ਉਹ ਸ਼ਾਇਦ ਇਸ ਕਰਕੇ ਕਿਉਂਕਿ ਜੋ ਸਮਾਂ ਸੀਮਾ ਮਿੱਥੀ ਸੀ ਮਾਨਯੋਗ ਸੁਪਰੀਮ ਕੋਰਟ ਨੇ, ਉਹ ਸਮਾਂ ਸੀਮਾ ਥੋੜੀ ਜੀ ਕਿਉਂਕਿ ਇਸ ਵੇਲੇ ਤੁਹਾਨੂੰ ਪਤਾ ਕਰੋਨਾ ਚੱਲਦਾ ਹੈ, ਸੁਣਵਾਈ ਹੋ ਨਹੀਂ ਰਹੀ, ਅਦਾਲਤਾਂ ਬੰਦ ਹੈ। ਜਿਹੜੇ ਬਹੁਤ ਅਹਿਮ ਮਾਮਲੇ ਹੈ ਜਿੱਥੇ ਹੈਬੀਅਸ ਕਾਰਪਸ ਪਟੀਸ਼ਨ ਹੋਵੇ, ਕਿਸੇ ਬੰਦੇ ਦੀ ਐਂਟੀਸਪੇਟਰੀ ਬੇਲ ਹੋਵੇ, ਕਿਸੇ ਨਾਲ ਜ਼ਿਆਦਤੀ ਹੁੰਦੀ ਹੋਵੇ, ਉਹਨਾਂ ਮਾਮਲਿਆਂ ਨੂੰ ਅਦਾਲਤ ਪਹਿਲ ਦੇ ਆਧਾਰ ਤੇ ਸੁਣਦੀ ਹੈ, ਨਹੀਂ ਤਾਂ ਸਾਰਾ ਕਾਰੋਬਾਰ ਬੰਦ ਹੈ। ਬਾਕੀ ਸਾਰੇ ਕਾਰੋਬਾਰ ਠੱਪ ਪਏ ਹੈ, ਕੰਮ ਨਹੀਂ ਹੁੰਦਾ। ਸ਼ਾਇਦ ਇਸ ਕਰਕੇ ਥੋੜੀ ਡਿਲੇ ਹੋ ਗਈ ਹੋਵੇ ਤੇ ਆਮ ਤੌਰ ਤੇ ਵਕੀਲ ਫਿਰ ਇਹ ਦੇਖ ਲੈਂਦੇ ਆ ਕਿ ਹੁਣ ਆਪਾਂ ਨੂੰ ਮੌਕਾ ਮਿਲ ਸਕਦਾ ਹੈ ਕਿ ਜਿਹੜੀ ਤੁਸੀਂ ਸਮਾਂ ਸੀਮਾ ਮਿੱਥੀ ਸੀ ਜੀ, ਉਹ ਸਮਾਂ ਸੀਮਾ ਦੀ ਜਿਹੜੀ ਡੇਟ ਹੈ ਉਹ ਕ੍ਰਾਸ ਹੋ ਗਈ ਹੈ, ਮੇਰੇ ਮੁਵੱਕਲ ਨੂੰ ਕਿਰਪਾ ਕਰਕੇ ਜ਼ਮਾਨਤ ਦੇ ਦਿੱਤੀ ਜਾਵੇ। ਇਹਨੇ ਜੀ ਐਪਲੀਕੇਸ਼ਨ ਫੇਰ ਦੇ ਦਿੱਤੀ ਕਿ ਜੀ ਮੈਨੂੰ ਜ਼ਮਾਨਤ ਦਿੱਤੀ ਜਾਵੇ। ਜਲਦੀ ਸਾਹਿਬ ਇੱਥੇ ਮੈਂ ਜ਼ਿਕਰ ਕਰਦਾ ਕਿ ਇਹ ਨਿਯਮ ਹੈ, ਕਾਨੂੰਨ ਹੈ ਕਿ ਅਗਰ ਕਿਸੇ ਬੰਦੇ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਹਨੂੰ ਬੇਲ ਵਾਸਤੇ ਅਪਲਾਈ ਕਰਨ ਦਾ ਹੱਕ ਹੈ। ਇਹ ਅਦਾਲਤ ਨੇ ਦੇਖਣਾ ਹੈ ਕਿ ਉਹਨੂੰ ਜ਼ਮਾਨਤ ਦੇਣੀ ਹੈ ਜਾਂ ਨਹੀਂ ਦੇਣੀ, ਲੇਕਿਨ ਐਪਲੀਕੇਸ਼ਨ ਦਾਇਰ ਕਰਨ ਦਾ ਹੱਕ ਹੈ।
ਸੱਜਣ ਕੁਮਾਰ ਨੇ ਵੀ ਆਪਣੇ ਇਸ ਹੱਕ ਨੂੰ ਇਸਤੇਮਾਲ ਕੀਤਾ, ਪਹਿਲਾਂ ਵੀ ਨੇ ਇਸਤੇਮਾਲ ਕੀਤਾ ਸੀ, ਦੁਬਾਰਾ ਫਿਰ ਇਸਤੇਮਾਲ ਕੀਤਾ। ਲੇਕਿਨ ਇਹਦਾ ਅਪਰਾਧ ਐਡਾ ਵਜ਼ਰ ਹੈ, ਇਹਨੇ ਇੰਨਾ ਘਿਨਾਉਣਾ ਅਪਰਾਧ ਕੀਤਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਮੁਨਾਸਿਬ ਨਹੀਂ ਸਮਝਿਆ ਕਿ ਇਸ ਬੰਦੇ ਨੂੰ ਬੇਲ ਦੇ ਦਿੱਤੀ ਜਾਵੇ। ਅਸਲ ਦੇ ਵਿੱਚ ਜੇ ਆਪਾਂ ਬਿਲਕੁਲ ਠੇਠ ਪੰਜਾਬੀ 'ਚ ਗੱਲ ਕਰੀਏ ਤਾਂ ਇਹ ਖੈਰ ਮੰਗਣ ਵਾਸਤੇ ਗਿਆ ਸੀ ਅਦਾਲਤ ਦੇ ਵਿੱਚ ਕਿ ਜੀ ਮੈਨੂੰ ਖੈਰ ਪਾਈ ਜਾਵੇ, ਪਰ ਅੱਜ ਹੀ ਤੁਰੰਤ ਖੈਰ ਪਾਉਣ ਤੋਂ ਇਨਕਾਰ ਕਰਤਾ। ਸੁਪਰੀਮ ਕੋਰਟ ਨੇ ਕਹਿਤਾ ਕਿ ਅੱਜ ਤੈਨੂੰ ਕੁਛ ਨਹੀਂ ਮਿਲਦਾ। ਜਿਹੜੀ ਇਹਨੇ ਐਪਲੀਕੇਸ਼ਨ ਦਿੱਤੀ ਉਹ ਐਪਲੀਕੇਸ਼ਨ ਹਾਲੇ ਰੱਦ ਨਹੀਂ ਕੀਤੀ, ਫਰਵਰੀ ਮਹੀਨੇ ਵਾਲੀ ਰੱਦ ਕੀਤੀ ਸੀ। ਇਹ ਐਪਲੀਕੇਸ਼ਨ ਜਿਹੜੀ ਹੈ ਸੁਣਵਾਈ ਤੇ ਰੱਖ ਲਈ ਹੈ ਜੁਲਾਈ ਮਹੀਨੇ ਲਈ। ਹੁਣ ਮਈ ਦਾ ਅੱਧ ਚੱਲਦਾ ਹੈ, ਜੂਨ ਆ ਗਿਆ ਤੇ ਜੁਲਾਈ ਆ ਗਈ। ਜੁਲਾਈ ਦੇ ਵਿੱਚ ਜਾ ਕੇ ਕਿਤੇ ਇਹਦੇ ਤੇ ਵਿਚਾਰ ਹੋਣੀ ਹੈ, ਸ਼ਾਇਦ ਉਦੋਂ ਤੱਕ ਅਦਾਲਤ ਖੁੱਲ ਜਾਵੇ ਔਰ ਇਹਦੇ ਤੇ ਕੋਈ ਵਿਚਾਰ ਹੋ ਜੇ। ਇਹ ਵੀ ਹੋ ਸਕਦਾ ਕਿ ਇਹਦੇ ਮੁਕੰਮਲ ਕੇਸ ਨੂੰ ਹੀ ਅਦਾਲਤ ਉਸ ਵੇਲੇ ਸੁਣ ਲਵੇ, ਫਾਈਨਲ ਸੁਣਵਾਈ ਕਰ ਦੇਵੇ ਤੇ ਇਹ ਤੇ ਫੈਸਲਾ ਹੋ ਜਾਵੇ। ਪਰ ਜਿਵੇਂ ਕਿ ਆਮ ਤੌਰ ਤੇ ਕਹਿੰਦੇ ਹੁੰਦੇ ਹੈ ਕਿ ਜਿੰਨਾ ਮਰਜ਼ੀ ਹੈ ਜ਼ੋਰ ਲਾ ਲਓ, ਅਪਰਾਧ ਜਿਹੜਾ ਹੈਗਾ, ਬੰਦਾ ਜਦੋਂ ਅਪਰਾਧ ਕਰਦਾ ਹੈ, ਅਪਰਾਧੀ ਕੋਈ ਨਾ ਕੋਈ ਸਬੂਤ ਛੱਡ ਜਾਂਦਾ ਹੈ, ਜਿਹੜੇ ਸਬੂਤ ਹੈ ਉਹਦੇ ਲਈ ਘਾਤਕ ਸਾਬਤ ਹੁੰਦੇ ਹੈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਸਰਕਾਰੀ ਮਸ਼ੀਨਰੀ ਨੇ ਉਹ ਸਬੂਤ ਇਕੱਤਰ ਕਰਦੇ ਹੈ, ਕੀ ਉਹ ਇਮਾਨਦਾਰੀ ਨਾਲ ਕਰਦੀ ਹੈ ਜਾਂ ਉਹ ਬੇਈਮਾਨ ਹੈ। ਜੇ ਸਰਕਾਰੀ ਮਸ਼ੀਨਰੀ ਬੇਈਮਾਨ ਹੋ ਜੇ, ਸਰਕਾਰੀ ਮਸ਼ੀਨਰੀ ਜਾਮ ਹੋ ਜੇ, ਸਰਕਾਰੀ ਮਸ਼ੀਨਰੀ ਹਾਕਮਾਂ ਦੇ ਮੁਤਾਬਕ ਤੁਰਨ ਲੱਗ ਪਵੇ, ਉਹ ਕੋਈ ਕੰਮ ਨਾ ਕਰੇ ਤਾਂ ਵੱਖਰਾ ਸਿਲਸਿਲਾ ਹੈ। ਨਹੀਂ, ਆਮ ਤੌਰ ਦੇ ਉੱਤੇ ਜੇ ਦੇਖੀਏ ਆਪਾਂ ਆਮ ਹਾਲਤਾਂ ਦੇ ਵਿੱਚ ਤਾਂ ਮੁਜਰਮ ਕਦੇ ਬਚ ਨਹੀਂ ਸਕਦਾ ਹੁੰਦਾ। ਨਿਰਭਰ ਇਸ ਗੱਲ ਦੇ ਉੱਤੇ ਵੀ ਹੁੰਦਾ ਹੈ ਕਿ ਜਿਹੜੇ ਉਹਦੇ ਪੈਰਵੀ ਕਰਨ ਵਾਲੇ ਉਹਦੇ ਸੱਜਣ ਪਿਆਰੇ ਹੈ ਜਾਂ ਜਿਹੜੇ ਉਹਦੇ ਗਵਾਹ ਵਗੈਰਾ ਹੈ ਉਹ ਬਰਕਰਾਰ ਰਹਿੰਦੇ ਹੈ ਕਿ ਨਹੀਂ ਰਹਿੰਦੇ। ਬਹੁਤ ਸਾਰੇ ਮਾਮਲਿਆਂ 'ਚ ਹੁੰਦਾ ਹੈ ਕਿ ਬੰਦੇ ਭੱਜ ਜਾਂਦੇ ਹੈ। ਅੱਜ ਇੱਕ ਹੋਰ ਮਾਮਲੇ ਦੀ ਮੈਂ ਇਹ ਤੋਂ ਪਹਿਲਾਂ ਚਰਚਾ ਕਰ ਲਵਾਂ ਥੋੜਾ ਜਿਹਾ। ਜੈਸਿਕਾ ਲਾਲ ਨਾਂ ਦੀ ਇੱਕ ਲੜਕੀ ਸੀ, ਉਹਨੂੰ 1999 ਦੇ ਵਿੱਚ ਸ਼ਾਇਦ ਕਤਲ ਕਰ ਦਿੱਤਾ ਸੀਗਾ ਸ਼ਰਾਬ ਦੇ ਮਾਮਲੇ ਤੇ। ਲੇਕਿਨ ਜਿਸ ਮੁੰਡੇ ਨੇ ਉਹਨੂੰ ਕਤਲ ਕੀਤਾ ਸੀ ਉਹਦਾ ਨਾਮ ਮਨੂ ਸ਼ਰਮਾ ਹੈ ਔਰ ਮਨੂ ਸ਼ਰਮਾ ਚੰਡੀਗੜ੍ਹ ਦੇ ਇੱਕ ਬਹੁਤ ਤਕੜੇ ਪਰਿਵਾਰ ਨਾਲ ਸੰਬੰਧਿਤ ਹੈ। ਉਹਦਾ ਸਕਾ ਚਾਚਾ ਉਸ ਵੇਲੇ ਦੇ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਹੁੰਦਾ ਸੀ। ਉਹਨੇ ਇਹ ਕੁਕਰਮ ਕੀਤਾ, ਜੈਸਿਕਾ ਲਾਲ ਨੂੰ ਕਤਲ ਕੀਤਾ। ਦੇਸ਼ ਭਰ ਦੇ ਵਿੱਚੋਂ ਆਵਾਜ਼ ਉੱਠੀ, ਪ੍ਰੋਟੈਸਟ ਹੋਇਆ, ਮੁਕੱਦਮਾ ਚੱਲਿਆ, ਉਸ ਬੰਦੇ ਨੂੰ ਉਮਰ ਕੈਦ ਹੋਈ ਔਰ ਉਮਰ ਕੈਦ ਹੁਣ 2020 ਚੱਲਦੀ ਹੈ। ਲਗਭਗ ਉਹਨੇ 20 ਸਾਲ ਕੱਟ ਲਿਆ ਔਰ ਹੁਣ 20 ਸਾਲ ਕੱਟਣ ਤੋਂ ਬਾਅਦ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਹੁਣ ਜਾ ਕੇ ਕਿਤੇ ਉਹਨੇ ਕਲੀਅਰ ਕੀਤਾ ਕਿ ਹਾਂ ਇਸ ਬੰਦੇ ਨੂੰ ਰਿਹਾਈ ਮਿਲ ਸਕਦੀ ਹੈ, ਨਹੀਂ ਤਾਂ ਨਹੀਂ। ਸੋ ਲੋੜ ਇਸ ਗੱਲ ਦੀ ਹੈ ਕਿ ਜੇ ਕੋਈ ਪੀੜਤ ਪਰਿਵਾਰ ਹੈ, ਪੀੜਤ ਭਾਈਚਾਰਾ ਹੈ, ਜੇ ਤਾਂ ਇੱਕ ਮੁੱਠ ਹੋ ਕੇ ਪੂਰੀ ਮੁਸਤੈਦੀ ਨਾਲ ਉਹ ਲੜਦਾ ਹੈ, ਸਜ਼ਾਵਾਂ ਮਿਲ ਜਾਂਦੀਆਂ। ਤੇ ਜੇ ਬੰਦਾ ਹਿੰਮਤ ਹਾਰ ਕੇ ਬਹਿ ਜੇ ਤਾਂ ਕਦੇ ਵੀ ਸਜ਼ਾ ਨਹੀਂ ਮਿਲਦੀ। ਸੋ ਇਹਦੇ ਵਿੱਚ ਹਿੰਮਤ ਕੀਤੀ, ਜਿਨ੍ਹਾਂ ਨੇ ਵੀ ਹਿੰਮਤ ਕੀਤੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇਹਦੇ ਵਿੱਚ ਕੁਝ ਉਹ ਗਵਾਹ ਵੀ ਹੈ ਜਿਨ੍ਹਾਂ ਨੂੰ ਬੜੇ ਦੂਰੋਂ ਦੂਰੋਂ ਆ ਕੇ ਆਪਣੀਆਂ ਗਵਾਹੀਆਂ ਦੇਣੀਆਂ ਪਈਆਂ ਸੀ, ਇਹਨੂੰ ਬਣਾਇਆ। ਫਿਲਹਾਲ ਇਹ ਮਾਮਲਾ ਟਲਿਆ ਹੈ, ਪਰ ਉਮੀਦ ਇਹ ਹੈ ਕਿ ਜਿਸ ਕਿਸਮ ਦਾ ਇਹਦਾ ਵੱਜਰ ਅਪਰਾਧ ਹੈ, ਇਹ ਬੰਦੇ ਨੂੰ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜੇਲ੍ਹ 'ਚ ਬਿਤਾਉਣੀ ਪਊ। ਤੇ ਸੰਭਾਵਨਾ ਇਹ ਵੀ ਬਣ ਗਈ ਹੈ ਕਿ ਸ਼ਾਇਦ ਇਸ ਬੰਦੇ ਦਾ ਕਿਸੇ ਵੇਲੇ ਮ੍ਰਿਤਕ ਸਰੀਰ ਹੀ ਬਾਹਰ ਆਵੇ ਤੇ ਉਹਦੇ ਜੀ ਹੁਣ ਇਹਦਾ ਆਉਣਾ ਮੁਸ਼ਕਲ ਹੈ। ਜੀ ਬਿਲਕੁਲ, ਵਾਕਿਆ ਢਿੱਲੋਂ ਸਾਹਿਬ ਜਿਹਨੇ ਏਡਾ ਵੱਡਾ ਕ੍ਰਾਈਮ ਕੀਤਾ ਹੁੰਦਾ ਵਾਕਿਆ ਨਹੀਂ ਬਾਹਰ ਆਉਣਾ ਚਾਹੀਦਾ ਜੀ। ਉਹਨੂੰ ਪਤਾ ਲੱਗਣਾ ਚਾਹੀਦਾ, ਭਾਵੇਂ ਹੁਣ ਬਜ਼ੁਰਗ ਹੋ ਕੇ ਜੇਲ੍ਹ ਦੇ ਵਿੱਚ ਗਿਆ, ਪਰ ਇੰਨੀ ਕੁ ਸਜ਼ਾ ਕੱਟਣੀ ਵੀ ਬੜੀ ਔਖੀ ਹੋਈ ਹੈ ਜੀ। ਤੇ ਤਾਂ ਹੀ ਹੱਥ ਪੱਲਾ ਮਾਰਿਆ ਜੀ। ਇਸ ਪ੍ਰੋਗਰਾਮ ਦੇ ਇਸ ਨੂੰ ਸਪਾਂਸਰ ਕੀਤਾ ਜੀ ਵਨ ਟੱਚ ਕਮਿਊਨੀਕੇਸ਼ਨ ਨੇ। ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਲੌਂਗ ਡਿਸਟੈਂਸ ਦਾ ਟਰੱਕ ਚਲਾਉਂਦੇ ਹੋ, ਤੁਹਾਨੂੰ ਜ਼ਿਆਦਾ ਇੰਟਰਨੈਟ ਦੀ ਲੋੜ ਆ ਜੀ। ਅਨਲਿਮਟਿਡ ਇੰਟਰਨੈਟ ਲੈਣ ਵਾਸਤੇ 20 GB 50 GB ਹਰ ਤਰ੍ਹਾਂ ਦੇ ਫੋਨ ਹੈਗੇ ਜੀ। ਘਰ ਦਾ ਇੰਟਰਨੈਟ ਜਿਹੜਾ ਉਹ ਫਾਈਬਰ ਇੰਟਰਨੈਟ ਵੀ ਲੈ ਸਕਦੇ ਹੋ ਹਾਈ ਸਪੀਡ ਦੇ ਨਾਲ। ਦੁਨੀਆ ਦੇ ਵਿੱਚ ਕਿਸੇ ਵੀ ਤੁਸੀਂ ਕਾਲਾਂ ਕਰਨੀਆਂ ਤੇ 60 ਕੰਟਰੀਆਂ ਨੂੰ ਜਿਹੜੀ ਉਹ ਕਾਲ ਫ੍ਰੀ ਕਰ ਸਕਦੇ ਹੋ। ਵਰਲਡ ਵਾਈਡ ਸਰਵਿਸ ਪਲਾਨ ਹੈ ਜੀ ਸਪੈਸ਼ਲ, ਤੇ ਕਾਲ ਕਰ ਸਕਦੇ 905 203 3636 ਦੇ ਸੁਖਦੇਵ ਥਾਪਰ ਉਹਨਾਂ ਨੂੰ 9052033636। ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਜੀ ਤੇ ਆਲ ਲਿੰਕ ਟਰੈਵਲ ਦੇ ਨੇੜਲੀ ਬ੍ਰਾਂਚ ਜਾਂ 416 293 8700 ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ ਜੌਬ ਲੈਣੀ ਚਾਹੁੰਦੇ ਜੀ, ਤੁਹਾਡੇ ਕੋਲ ਟਰੱਕ ਦਾ ਲਾਇਸੈਂਸ ਆ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਤੇ KJS ਟਰਾਂਸਪੋਰਟ GTA ਦੇ ਵਿੱਚ ਇੱਕ ਟਰਮੀਨਲ ਆ ਤੇ ਇੱਕ ਨਾਰਥ ਅਮਰੀਕਾ ਦੇ ਵਿੱਚ ਇੰਡੀਆਨਾਪੋਲਿਸ, ਅਮਰੀਕਾ ਦੇ ਵਿੱਚ ਇੰਡੀਆਨਾਪੋਲਿਸ ਆ ਜੀ। ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਟਰੱਕ ਚਲਾਉਣ ਵਾਲੇ ਆ। ਤੇ ਉੱਥੇ ਵੀ ਤੁਸੀਂ ਅਮਰੀਕਾ ਦੇ ਵਿੱਚ ਤੁਸੀਂ ਉੱਥੋਂ ਦੇ ਗ੍ਰੀਨ ਕਾਰਡ ਹੋ ਜਾਂ ਤੁਸੀਂ ਸਿਟੀਜ਼ਨ ਹੋ, ਤੁਸੀਂ ਟਰੱਕ ਚਲਾਉਣਾ ਚਾਹੁੰਦੇ ਹੋ ਜਾਂ ਓਨਰ ਆਪਰੇਟਰ ਬਣਨਾ ਚਾਹੁੰਦੇ ਅਮਰੀਕਾ ਦੇ ਵਿੱਚ ਵੀ, ਤਾਂ ਕਾਲ ਕਰ ਸਕਦੇ 905 799 9500 ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਦੇ ਨਾਲ।
ਸਾਫ਼ ਸੁਥਰੀ ਤੇ ਫਰੈਸ਼ ਗਰੋਸਰੀ ਲੈਣ ਵਾਸਤੇ ਏਸ਼ੀਅਨ ਫੂਡ ਦਾ ਨਾਂ ਯਾਦ ਰੱਖੋ। ਆਪਣੇ ਨੇੜਲੇ ਸਟੋਰ ਤੇ ਜਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਮੇਜਰ ਨੱਤ ਹੋਣਾ ਨੂੰ 416 543 7107 ਤੇ ਕਾਲ ਕੀਤੀ ਜਾ ਸਕਦੀ ਆ। ਢਿੱਲੋਂ ਸਾਹਿਬ, ਜਿਹੜਾ ਪੰਜਾਬ ਦੇ ਵਿੱਚ ਐਕਸਾਈਜ਼ ਦੇ ਕਰਕੇ ਕਾਫੀ ਰੌਲਾ ਪੈਂਦਾ ਰਹਿੰਦਾ ਜੀ। ਆਪਾਂ ਕੱਲ ਵੀ ਗੱਲ ਕੀਤੀ ਸੀ, ਐਕਸਾਈਜ਼ ਕਾਰਨ ਖਜ਼ਾਨੇ ਨੂੰ ਲੱਗੇ ਹਜ਼ਾਰਾਂ ਕਰੋੜ ਰੁਪਏ ਦੇ ਚੂਨੇ ਦੀ ਜਾਂਚ ਕਰਾਉਣ ਦੀ ਮੰਗ ਜ਼ੋਰ ਫੜਨ ਲੱਗੀ। ਬਿਲਕੁਲ ਜੀ, ਇਹ ਮਾਮਲਾ ਅਸਲ ਦੇ ਵਿੱਚ ਸ਼ਰਾਬ ਦੇ ਜਿਹੜਾ ਵਪਾਰ ਹੈ ਜੀ, ਉਸ ਵਪਾਰ ਲਈ ਪੰਜਾਬ ਸਰਕਾਰ ਨੇ ਜਿਹੜਾ ਨਿਸ਼ਾਨਾ ਮਿਥਿਆ ਸੀ ਕਿ ਸਾਨੂੰ ਇੰਨੀ ਆਮਦਨ ਹੋਣੀ ਹੈ, ਪਿਛਲੇ 3 ਸਾਲਾਂ ਦੇ ਦੌਰਾਨ ਉਨੀ ਆਮਦਨ ਨਹੀਂ ਹੋਈ, ਸਗੋਂ ਲਗਾਤਾਰ ਆਮਦਨ ਘਟਦੀ ਜਾ ਰਹੀ ਹੈ ਜੀ। 3 ਸਾਲਾਂ ਤੱਕ ਕੋਈ ਵੀ ਵਜ਼ੀਰ, ਕੋਈ ਵੀ ਮੰਤਰੀ, ਕੋਈ ਵੀ ਸੰਤਰੀ ਇਸ ਮੁੱਦੇ ਤੇ ਬੋਲਿਆ ਨਹੀਂ ਜੀ। ਲੇਕਿਨ ਅਚਨਚੇਤ ਹੁਣ ਇੱਕ ਮੀਟਿੰਗ ਹੁੰਦੀ ਹੈ। ਆਪਾਂ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਸੀ ਜੀ ਕਿ ਲਾਕਡਾਊਨ ਲੱਗਿਆ ਹੋਇਆ ਹੈ, ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ। ਜਿੱਦਣ ਤੋਂ ਕਰਫਿਊ ਲੱਗਿਆ ਉਦੋਂ ਤੋਂ ਸ਼ਰਾਬ ਦੀਆਂ ਦੁਕਾਨਾਂ ਬੰਦ ਹੈ, ਠੇਕੇ ਬੰਦ ਹੈ। ਸ਼ਰਾਬ ਕਾਨੂੰਨੀ ਤੌਰ ਤੇ ਵਿਕਣੀ ਵਰਜਿਤ ਹੈ ਜੀ, ਮਨਾਹੀ ਹੈ। ਲੇਕਿਨ ਜੇ ਆਪਾਂ ਦੇਖੀਏ ਟੇਢੇ ਢੰਗ ਦੇ ਨਾਲ ਸ਼ਰਾਬ ਲਗਾਤਾਰ ਵਿਕ ਰਹੀ ਹੈ, ਉਹ ਠੇਕੇਦਾਰ ਪੈਸੇ ਲੈ ਰਹੇ ਹੈ। ਔਰ ਇੱਕ ਗੱਲ ਵਿੱਚ ਮੈਂ ਹੋਰ ਜੋੜ ਦੇਵਾਂ ਕਿ ਜਿਹੜੀ ਸ਼ਰਾਬ ਹੈ, ਸ਼ਰਾਬ ਕਿਸੇ ਜ਼ਮਾਨੇ 'ਚ ਹੁੰਦੀ ਸੀ ਕਿ ਕੱਲੇ ਠੇਕੇ ਦੀ ਨਿਲਾਮੀ ਹੁੰਦੀ ਸੀ, ਆਮ ਲੋਕ ਸ਼ਰਾਬ ਦੇ ਠੇਕੇ ਲੈਂਦੇ ਹੁੰਦੇ ਸੀ ਜੀ। ਫਿਰ ਇੱਕ ਸਮਾਂ ਅਜਿਹਾ ਆ ਜਦੋਂ ਠੇਕਿਆਂ ਦੇ ਗਰੁੱਪ ਬਣਨ ਲੱਗੇ। ਤੇ ਉਹ ਟਾਈਮ ਸੀ ਜਦੋਂ ਪੰਜਾਬ ਦਾ ਮਾੜਾ ਟਾਈਮ ਚੱਲਦਾ ਸੀ, ਗਰੁੱਪ ਬਣਾ ਕੇ ਕਈ ਜਾਂ ਇੱਕ ਬਲਾਕ ਪੂਰੇ ਦਾ ਪੂਰਾ ਦੇ ਦਿੰਦੇ ਸੀ। ਫਿਰ ਜ਼ਿਲ੍ਹੇ ਵਾਲੇ ਬਲਾਕ ਪੂਰਾ ਜਿਹੜੇ ਗਰੁੱਪ ਬਣਨ ਲੱਗੇ ਤੇ ਅਖੀਰ ਐਤਕੀ ਦਾ ਹਾਲ ਤੇ ਬਣ ਗਈ ਕਿ ਜਿਨ੍ਹਾਂ ਕੋਲੇ ਪਿਛਲੇ ਸਾਲ ਠੇਕੇ ਤੇ ਸੀ ਉਹਨਾਂ ਦਾ 12% ਵਧਾ ਕੇ ਤੇ ਉਹਨਾਂ ਨੂੰ ਅੱਗੇ ਕਰ ਦਿੱਤਾ ਹੈ। ਇਸ ਹਿਸਾਬ ਦੇ ਨਾਲ ਇੱਕ ਵੇਲੇ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਸ਼ਰਾਬ ਮਾਫੀਆ ਬੜਾ ਮਜ਼ਬੂਤ ਹੋ ਗਿਆ। ਹੁਣ ਜਿਹੜੇ ਸ਼ਰਾਬ ਦੇ ਠੇਕੇ ਲੈਂਦੇ ਹੈ ਉਹ ਜ਼ਿਆਦਾਤਰ ਉਹ ਲੋਕ ਲੈਂਦੇ ਆ ਜਿਨ੍ਹਾਂ ਦੀਆਂ ਆਪਣੀਆਂ ਡਿਸਟਿਲਰੀਆਂ ਜਾਂ ਜਿਨ੍ਹਾਂ ਦੇ ਆਪਣੇ ਬੋਟਲਿੰਗ ਪਲਾਂਟ ਹੈ ਉਹ ਲੈਂਦੇ ਹੈ। ਜਿਵੇਂ ਕਿ ਹੁਣ ਕਾਨੂੰਨੀ ਤੌਰ ਤੇ ਸ਼ਰਾਬ ਦੀ ਵਿਕਰੀ ਪੰਜਾਬ ਦੇ ਵਿੱਚ ਬੰਦ ਹੈ, ਲੇਕਿਨ ਵਿਕਰੀ ਜਿਹੜੀ ਹੈਗੀ ਹੈ ਉਹ ਲਗਾਤਾਰ ਜਾਰੀ ਹੈ। ਉਹ ਕਿਵੇਂ ਜਾਰੀ ਹੈ? ਉਹ ਇਸ ਕਰਕੇ ਜਾਰੀ ਹੈ ਕਿ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ, ਡਿਸਟਿਲਰੀਆਂ ਉਹਨਾਂ ਦੀਆਂ ਆਪਦੀਆਂ, ਉਹਨਾਂ ਦੀਆਂ ਆਪਣੀਆਂ ਫੈਕਟਰੀਆਂ, ਉੱਥੋਂ ਉਹ ਸਰਕਾਰੀ ਮਸ਼ੀਨਰੀ ਦੇ ਨਾਲ ਮਿਲ ਕੇ 2 ਨੰਬਰ ਦੇ ਵਿੱਚ ਆਪਣੀ ਸ਼ਰਾਬ ਹੈ ਜਿਹੜੀ ਉਹ ਬਾਹਰ ਕੱਢਦੇ ਹੈ ਔਰ ਉਹਨੂੰ ਲਿਆ ਕੇ ਉਹ ਮਾਰਕੀਟ ਦੇ ਵਿੱਚ ਵੇਚਦੇ ਹੈ। ਲਗਾਤਾਰ ਮਾਰਕੀਟ ਦੇ ਵਿੱਚ ਸ਼ਰਾਬ ਵਿਕ ਰਹੀ ਹੈ। ਕਿਸੇ ਵੀ ਸ਼ਹਿਰ ਚਲੇ ਜਾਓ, ਕਿਸੇ ਵੀ ਪਿੰਡ ਚਲੇ ਜਾਓ, ਕਿਸੇ ਵੀ ਕਸਬੇ ਚਲੇ ਜਾਓ, ਪੁਲਿਸ ਵਾਲੇ ਉਹਨਾਂ ਨੂੰ ਹੱਥ ਨਹੀਂ ਪਾਉਂਦੇ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਕਿ ਪੁਲਿਸ ਹੱਥ ਕਿਉਂ ਨਹੀਂ ਪਾਉਂਦੀ? ਪੁਲਿਸ ਜੇ ਕੋਈ ਕਰਫਿਊ ਦੀ ਉਲੰਘਣਾ ਕਰਦਾ ਉਹਦੇ ਦਾ ਪੂਰੇ ਸਿੱਖ ਦਿੰਦੀ ਹੈ, ਇੱਥੇ ਪੁਲਿਸ ਹੱਥ ਕਿਉਂ ਨਹੀਂ ਪਾਉਂਦੀ? ਇਹਦਾ ਵੱਡਾ ਕਾਰਨ ਇਹ ਹੈ ਕਿ ਸ਼ਰਾਬ ਮਾਫੀਆ ਜਿਹੜਾ ਹੈ ਉਹ ਇੰਨਾ ਪਾਵਰਫੁਲ ਹੈ ਕਿ ਉਹਨਾਂ ਨੂੰ ਪੋਲੀਟੀਕਲ ਸਰਪ੍ਰਸਤੀ ਵੀ ਹੈ, ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੀ ਸਰਪ੍ਰਸਤੀ ਵੀ ਹੈ। ਹੁਣ ਕਿਉਂਕਿ ਕਰਫਿਊ ਲੱਗਾ ਹੋਣ ਕਰਕੇ, ਲਾਕਡਾਊਨ ਹੋਣ ਲੱਗਾ ਕਰਕੇ ਰੈਵਨਿਊ ਆਉਣਾ ਵੱਧ ਹੋ ਗਿਆ, ਮੁਲਾਜ਼ਮਾਂ ਨੂੰ ਤਨਖਾਹਾਂ ਜਿਹੜੀਆਂ ਮੁਸ਼ਕਿਲ ਹੋ ਗਈਆਂ। ਤੇ ਫਿਰ ਹੋਇਆ ਕਿ ਹੁਣ ਆਪਾਂ ਕਰੀਏ ਕੀ? ਪਹਿਲਾਂ ਇਹ ਕਰ ਦਿੱਤਾ ਸੀਗਾ ਕਿ ਹੋਮ ਡਿਲੀਵਰੀ ਸ਼ੁਰੂ ਕਰ ਦਿਓ। ਉਹਦੀ ਨੁਕਤਾਚੀਨੀ ਵੀ ਹੋਈ ਕਿ ਹੋਮ ਡਿਲੀਵਰੀ ਕਿਉਂ ਕੀਤੀ ਜਾ ਰਹੀ ਹੈ ਜੀ, ਸ਼ਰਾਬ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਹੈ। ਪਰ ਜਦੋਂ ਸਾਰਾ ਤੁਹਾਡਾ ਰੈਵਨਿਊ ਆਉਂਦਾ ਹੀ ਸ਼ਰਾਬ ਤੋਂ ਹੋਵੇ, ਉਹ ਚਾਹੇ ਤੁਸੀਂ ਹੋਮ ਡਿਲੀਵਰੀ ਕਰ ਦਿਓ, ਚਾਹੇ ਤੁਸੀਂ ਓਪਨ ਵਿਕਰੀ ਕਰ ਦਿਓ, ਉਹਦਾ ਹੋਣੀ ਹੈ। ਇਹਦੇ ਤੇ ਠੇਕੇਦਾਰਾਂ ਨੇ ਵੀ ਕਹਿਤਾ ਜੀ ਅਸੀਂ ਨਹੀਂ ਸ਼ਰਾਬ ਵੇਚਣੀ, ਅਸੀਂ ਨਹੀਂ ਆਪਣੇ ਠੇਕੇ ਖੋਲਦੇ ਕਿਉਂਕਿ ਸਾਨੂੰ ਘਾਟਾ ਪੈਂਦਾ ਹੈ, ਸ਼ਰਾਬ ਘੱਟ ਵਿਕਦੀ ਹੈ। ਔਰ ਉਹ ਖੋਲਣ ਵੀ ਕਿਉਂ? ਕਿਉਂਕਿ ਜੇ ਉਹਨਾਂ ਨੂੰ ਟੈਕਸ ਦਿੱਤੇ ਤੋਂ ਬਗੈਰ ਕਮਾਈ ਹੁੰਦੀ ਹੈ, ਉਹ ਆਪਣੇ ਪੈਸੇ ਜਿਹੜੇ ਹੈਗੇ ਕਮਾਈ ਜਾਂਦੇ ਆ, ਡਿਸਟਿਲਰੀਆਂ ਤੋਂ ਕੱਢ ਕੇ ਸ਼ਰਾਬ ਵੇਚੀ ਜਾਂਦੇ, ਤੇ ਫਿਰ ਉਹਨਾਂ ਨੂੰ ਟੈਕਸ ਅਦਾ ਕਰਨ ਦੀ ਕੀ ਲੋੜ ਹੈ? ਇਸ ਮਾਮਲੇ ਤੇ ਵਿਚਾਰ ਵਟਾਂਦਰਾ ਕਰਨ ਵਾਸਤੇ ਪਿਛਲੇ ਹਫ਼ਤੇ ਇੱਕ ਮੀਟਿੰਗ ਹੋਈ ਸੀ। ਉਹ ਮੀਟਿੰਗ ਜਿਹੜੀ ਸੀ ਉਹਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਹੋਈਆਂ, ਕੀ ਕੀਤੀਆਂ, ਲੇਕਿਨ ਉੱਥੇ ਅਡਾਉਣੀ ਇਹ ਪੈ ਗਈ ਕਿ ਜਿਹੜਾ ਡਾਕੂਮੈਂਟ ਦਿੱਤਾ ਗਿਆ ਸੀ 40 ਪੇਜ ਦਾ ਵਜ਼ੀਰ ਸਾਹਿਬਾਨ ਨੂੰ, ਵਜ਼ੀਰ ਸਾਹਿਬਾਨ ਕਹਿੰਦੇ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਜੀ, ਅਸੀਂ ਇਹਨੂੰ ਪੜ੍ਹਨਾ ਹੈ। ਪੜ੍ਹਨ ਵਾਸਤੇ ਫਿਰ 48 ਘੰਟੇ ਦੇ ਤੇ ਕਿਹਾ ਲਓ ਜੀ ਤੁਸੀਂ 48 ਘੰਟੇ ਲੈ ਲਓ। 48 ਘੰਟੇ ਤੋਂ ਬਾਅਦ ਜਦੋਂ ਦੁਬਾਰਾ ਮੀਟਿੰਗ ਜੁੜੀ, ਉਸ ਮੀਟਿੰਗ ਦੇ ਵਿੱਚ ਚੀਫ ਮਿਨਿਸਟਰ ਨਹੀਂ ਸੀ ਆਇਆ, ਜਿਹੜਾ ਸੀ ਚੀਫ ਸੈਕਟਰੀ ਆ ਗਿਆ ਸੀ। ਔਰ ਚੀਫ ਸੈਕਟਰੀ ਹੀ ਐਕਸਾਈਜ਼ ਤੇ ਟੈਕਸੇਸ਼ਨ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਦੇਖਦਾ ਹੈ। ਜਦੋਂ ਉਹ ਆਇਆ ਤੇ ਉਹਨੇ ਪ੍ਰੈਜੈਂਟੇਸ਼ਨ ਦਿੱਤੀ ਤੇ ਉੱਥੇ ਕੁਝ ਤਲਖ ਕਲਾਮੀ ਹੋ ਗਈ ਤੇ ਕੁਝ ਵਜ਼ੀਰ ਫਿਰ ਵਾਕਆਊਟ ਕਰ ਗਏ। ਵਾਕਆਊਟ ਕਰਨ ਤੋਂ ਬਾਅਦ ਮੀਟਿੰਗ ਮੁਲਤਵੀ ਹੋ ਗਈ, ਲੰਗਰ ਪਾਣੀ ਵੀ ਵਿੱਚੇ ਛੱਡਤਾ ਤੇ ਫਿਰ ਇਹ ਹੋ ਗਿਆ ਕਿ ਇੱਕ ਕ੍ਰਾਈਸਿਸ ਪੈਦਾ ਹੋ ਗਿਆ। ਆਪੋਜੀਸ਼ਨ ਪਾਰਟੀਆਂ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਅਕਾਲੀ ਦਲ ਹੈ,
उन्होंने सरकार पे निशानेबाजी शुरू करती जी कि एक यही सरकार है जिन्हें आपसी तालमेल ही है नहीं। जी वजीर रुस के तुरे जाते हैं, चीफ सैकटरी नूं सुणन नूं तैयार नहीं, चीफ सैकटरी नूं सरपरस्ती मुख्यमंत्री कैप्टन अमरिंदर सिंह दी है कि यही सरकार है। ये गल्लां आउण लगियां अखबारां दे विच, लेकिन अंदर खाते गल्लां कुछ होर सी। जी पता ये लग्या कि असल दे विच जदों शराब दे मामले दे विच जिन्ना रेवन्यू इकट्ठा होना चाहिए वो नहीं हो रहा। ये मामला पंजाब दे वित्त मंत्री सरदार मनप्रीत सिंह बादल ने उठाया तां जिहड़ा चीफ सैकटरी है मिस्टर करण अवतार सिंह, जी आम तौर से उन्होंने लो प्रोफाइल वाला बंदा समझा जाता है, कहते भी वो बोलता नहीं, उन्होंने गुस्सा नहीं आता। लेकिन कई बार ये भी देखने विच आया, सुनने विच आया कि जो इहो जे बंदे नूं गुस्सा आउंदा है तां फिर वो हद्दां बन्ने सारियां टप जांदा है। जी क्योंकि कहते हुंदे ना जिहड़ा नरम आदमी है जां तां वो बोलदा नहीं, जे बोल पे तां फिर वो अग दी नाल ही हुंदा है। बिल्कुल बिल्कुल सेम पोजीशन हुई। पता ये लग्या कि करण अवतार सिंह नूं जो टारगेट किया गया कि तू जिम्मेवार है, तू सैकटरी है, जी ये तू आप देखना तू चीफ सैकटरी है, ਇਹਦਾ कौन जिम्मेवार है, जो वाह काम का। ਤਾਂ ਉਹਨੇ कहता श्रीमान जी एक गल सुन लो कि ਜਿਹੜੀ शराब ਦੀ ਪਾਲਿਸੀ ਹੈ, ਪਾਲਿਸੀ ਦੇ ਵਿੱਚ ਨੁਕਸ ਨਹੀਂ। ਜੇ ਰੈਵਨਿਊ ਸਾਡਾ ਇਕੱਠਾ ਨਹੀਂ ਹੁੰਦਾ ਤਾਂ ਨੁਕਸ ਜਿਹੜਾ ਹੈਗਾ ਸਾਡੇ ਰਾਜਨੀਤਿਕ ਸਿਸਟਮ 'ਚ ਹੈ। ਜੀ ਉਹ ਕਹਿੰਦੇ ਵੀ ਸਿਸਟਮ ਕਿਵੇਂ ਹੈ, ਤਾਂ ਉਹਨੇ ਫਿਰ ਕਹਿ ਦਿੱਤਾ ਜੀ ਕਈ ਵਜ਼ੀਰਾਂ ਕਈ ਐਮਐਲਏਆਂ ਦੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ 2 ਨੰਬਰ ਦੀ ਸ਼ਰਾਬ ਵਿਕ ਰਹੀ ਹੈ। ਜੀ ਇੱਕ ਬਰਾਬਰ ਦਾ ਜਿਹੜਾ ਕਾਰੋਬਾਰ ਹੈ 2 ਨੰਬਰ ਚੱਲ ਰਿਹਾ ਹੈ, ਉਹਦਾ ਕਰਕੇ ਹੈ। ਜੀ ਕਹਿੰਦੇ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਉਹਦਾ ਥੋੜਾ ਤਕਰਾਰ ਹੋਇਆ। ਮਨਪ੍ਰੀਤ ਸਿੰਘ ਬਾਦਲ ਕੀ ਹੈ ਤੇ ਉਹਨੇ ਬਠਿੰਡੇ ਦੀ ਗੱਲ ਛੇੜਤੀ ਕਿ ਬਠਿੰਡੇ ਦੇ ਵਿੱਚ ਸ਼ਰਾਬ ਵਿਕ ਰਹੀ ਹੈ ਕਿ ਨਹੀਂ ਵਿਕ ਰਹੀ। ਇਹ ਚੰਦੀ ਸਾਹਿਬ ਸਾਡੇ ਸਰੋਤਿਆਂ ਨੂੰ ਚੰਗੀ ਤਰ੍ਹਾਂ ਯਾਦ ਹੋਊ, ਇਹ ਰੌਲਾ ਪੈਣ ਤੋਂ ਪਹਿਲਾਂ ਜੀ ਜਦੋਂ ਆਪਾਂ ਕਰਫਿਊ ਦੀ ਲਾਕਡਾਊਨ ਦੇ ਵਿੱਚ ਇਹ ਗੱਲ ਕਰਦੇ ਹੁੰਦੇ ਸੀ ਕਿ ਪੰਜਾਬ ਨੂੰ ਰੈਵਨਿਊ ਦਾ ਲਾਸ ਹੋ ਰਿਹਾ ਹੈ ਔਰ ਸੈਂਟਰ ਸਰਕਾਰ ਸ਼ਰਾਬ ਵੇਚਣ ਦੀ ਇਜਾਜ਼ਤ ਨਹੀਂ ਦੇ ਰਹੀ। ਮੈਂ ਵਾਰ-ਵਾਰ ਇਹ ਕਹਿੰਦਾ ਹੁੰਦਾ ਸੀ ਕਿ ਸ਼ਰਾਬ ਵਾਲਿਆਂ ਦੀ ਸ਼ਰਾਬ ਵਿਕੀ ਜਾਂਦੀ ਹੈ, ਠੇਕੇਦਾਰਾਂ ਦੀ ਵਿਕੀ ਜਾਂਦੀ ਹੈ, ਉਹਨਾਂ ਨੂੰ ਕਮਾਈ ਹੁੰਦੀ ਹੈ। ਉਹ ਜਿਹੜੀ ਕਮਾਈ ਹੁੰਦੀ ਸੀ ਉਹ ਕਮਾਈ ਬਗੈਰ ਕਿਸੇ ਸਰਪ੍ਰਸਤੀ ਤੋਂ ਨਹੀਂ ਸੀ। ਇਕੱਲੀ ਠੇਕੇਦਾਰਾਂ ਦੀ ਵਿਕਣ ਵਾਲੀ ਗੱਲ ਨਹੀਂ, ਸਗੋਂ ਇੱਕ ਪੈਰਲਲ ਸਿਸਟਮ ਵੀ ਚੱਲ ਰਿਹਾ ਹੈ। ਹਰਿਆਣੇ ਦੇ ਵਿੱਚੋਂ ਬੜੇ ਵੱਡੇ ਪੱਧਰ ਤੇ ਟਰੱਕਾਂ ਦੇ ਟਰੱਕ ਸ਼ਰਾਬ ਆਉਂਦੀ ਹੈ ਔਰ ਉਹਨਾਂ ਟਰੱਕਾਂ ਨੂੰ ਕੋਈ ਫੜ ਨਹੀਂ ਰਿਹਾ। ਕਿਉਂ ਨਹੀਂ ਫੜ ਰਿਹਾ? ਕਿਉਂਕਿ ਜਿਹੜੀ ਸਰਕਾਰੀ ਮਸ਼ੀਨਰੀ ਹੈ ਉਹਨੂੰ ਇੰਨਾ ਮਤਲਬ ਜਿਹੜਾ ਹੈਗਾ ਨਪੀੜ ਰੱਖਿਆ ਹੈ ਜਾਂ ਉਹਨੂੰ ਆਪਣੇ ਨਾਲ ਮਿਲਾ ਲਿਆ। ਜਿਨ੍ਹਾਂ ਨੇ ਉਹਨਾਂ ਨੂੰ ਫੜਨਾ ਉਹ ਫੜਨ ਦੀ ਬਜਾਏ ਸਗੋਂ ਉਹਨਾਂ ਨੂੰ ਕਿਸਮ ਦੀ ਪ੍ਰੋਟੈਕਸ਼ਨ ਦਿੰਦੇ ਹੈ। ਇਹ ਗੱਲ ਜਦੋਂ ਕਰਨ ਅਵਤਾਰ ਸਿੰਘ ਨੇ ਕਹਿਤੀ, ਚੀਫ ਸੈਕਟਰੀ ਨੇ ਗੱਲ ਵੱਧ ਗਈ ਔਰ ਵਧਣ ਤੋਂ ਬਾਅਦ ਇਹਨਾਂ ਦਾ ਰੌਲਾ ਪੈ ਗਿਆ। ਹੁਣ ਇਹ ਦੇਖੋ ਜੋ ਗੱਲ ਕਰਨ ਅਵਤਾਰ ਸਿੰਘ ਨੇ ਕਹੀ ਸੀ, ਅੱਜ ਉਹੀ ਗੱਲ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਸਿੰਘ ਬਾਦਲ ਨੇ ਵੀ ਕਹਿ ਦਿੱਤੀ। ਸੁਖਬੀਰ ਸਿੰਘ ਬਾਦਲ ਨੇ ਕਹਿ ਦਿੱਤਾ ਕਿ ਜੇ ਚੀਫ ਸੈਕਟਰੀ ਇਹ ਗੱਲ ਕਹਿੰਦਾ ਕਿ ਪੋਲੀਟੀਕਲ ਬੰਦਿਆਂ ਦੀ ਮਦਦ ਦੇ ਨਾਲ 2 ਨੰਬਰ ਦਾ ਧੰਦਾ ਚੱਲਦਾ ਹੈ ਤਾਂ ਪੜਤਾਲ ਇਹਦੀ ਹੋਣੀ ਚਾਹੀਦੀ ਹੈ। ਇਹ ਇੱਕ ਪਾਸੇ ਹੈ। ਦੂਜੇ ਪਾਸੇ ਰਾਜੇ ਵੜਿੰਗ ਨੇ ਇੱਕ ਟਵੀਟ ਕਰਤਾ। ਰਾਜਾ ਵੜਿੰਗ ਕਹਿੰਦਾ ਕਿ 600 ਕਰੋੜ ਰੁਪਏ ਦਾ ਘਾਟਾ ਪਿਆ 3 ਸਾਲਾਂ 'ਚ। ਇਹ 600 ਕਰੋੜ ਰੁਪਏ ਦਾ ਘਾਟਾ ਇਸ ਕਰਕੇ ਪਿਆ ਕਿਉਂਕਿ ਜਿਹੜੀ ਜਗਤਜੀਤ ਮਿਲ ਡਿਸਟਿਲਰੀ ਹੈ ਉਹਦੇ ਵਿੱਚ ਕਰਨ ਅਵਤਾਰ ਸਿੰਘ ਦੇ ਪੁੱਤ ਦੀ ਹਿੱਸੇਦਾਰੀ ਹੈ। ਕਰਨ ਅਵਤਾਰ ਸਿੰਘ ਇੱਕ ਅਜਿਹਾ ਅਫਸਰ ਹੈ, ਅਸੀਂ ਇਹ ਨਹੀਂ ਕਹਿੰਦੇ ਕਿ ਉਹਨੇ ਕੋਈ ਬੇਨਿਜ਼ਮੀ ਨਹੀਂ ਕੀਤੀ ਹੋਈ, ਜ਼ਰੂਰ ਕੀਤੀਆਂ ਹੋਣਗੀਆਂ। ਜਿਹੜਾ ਬੰਦਾ ਉਹ ਕਹਿੰਦੇ ਹੁੰਦੇ ਆ ਵੀ ਜਦੋਂ ਬੰਦਾ ਛੱਪੜ 'ਚ ਵੜ ਜੇ ਤੇ ਬਗੈਰ ਲਿਬੜੇ ਤੋਂ ਘੱਟ ਹੀ ਨਿਕਲਦੇ ਹੁੰਦੇ। ਹਰ ਇੱਕ ਦੇ ਕੋਈ ਨਾ ਕੋਈ ਨਿਸ਼ਾਨੀ ਰਹਿ ਜਾਂਦੀ ਹੈ ਗਾਰ ਵਗੈਰਾ ਦੀ। ਇਹ ਸਿਸਟਮ ਹੀ ਇਸ ਕਿਸਮ ਦਾ ਸਾਡੇ ਕਰਪਟ ਸਿਸਟਮ ਦੇ ਵਿੱਚ ਜਦੋਂ ਬੰਦਾ ਸ਼ਾਮਲ ਹੁੰਦਾ ਤਾਂ ਕੋਈ ਨਾ ਕੋਈ ਉੱਤੇ ਇਲਜ਼ਾਮ ਲੱਗ ਜਾਂਦੇ ਹੈ। ਕਿਤੇ ਨਾ ਕਿਤੇ ਉਸ ਬੰਦੇ ਨੇ ਬੇਈਮਾਨੀ ਵੀ ਕੀਤੀ ਹੁੰਦੀ ਹੈ, ਉਹਨੇ 420 ਵੀ ਕੀਤੀ ਹੁੰਦੀ ਹੈ। ਕਰਨ ਅਵਤਾਰ ਸਿੰਘ ਨੇ ਵੀ ਜ਼ਰੂਰ ਕੀਤੀ ਹੋ, ਅਸੀਂ ਉਹਨੂੰ ਸਰਟੀਫਿਕੇਟ ਨਹੀਂ ਦਿੰਦੇ। ਲੇਕਿਨ ਕਰਨ ਅਵਤਾਰ ਸਿੰਘ ਨੇ ਜਿਹੜਾ ਆਪਣਾ ਲੇਖਾ ਜੋਖਾ ਭਾਰਤ ਸਰਕਾਰ ਨੂੰ ਹਰ ਸਾਲ ਪੇਸ਼ ਕਰਦਾ ਹੈ ਉਹਦੇ ਵਿੱਚ ਉਹਨੇ ਆਪਣੀਆਂ ਜਾਇਦਾਦਾਂ ਦਾ ਸਾਰਾ ਵੇਰਵਾ ਦਿੱਤਾ ਹੋਇਆ ਕਿ ਮੇਰੇ ਕੋਲ ਇੰਨੀ ਜਾਇਦਾਦ ਹੈ। ਰਾਜਾ ਵੜਿੰਗ ਕਹਿੰਦਾ ਕਿ ਜਿਹੜੀ ਇਹਦੇ ਬੇਟੇ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹ ਬੇਨਾਮੀ ਹਿੱਸੇਦਾਰੀ ਹੈ, ਉਹ ਨਾਂ ਤੇ ਨਹੀਂ, ਉਹ ਬੇਨਾਮੀ ਹੈ। ਇਹਦਾ ਹਿਸਾਬ ਕਿਤਾਬ ਦੇਣਾ ਚਾਹੀਦਾ। ਉਹਨੇ ਮੁੱਖ ਮੰਤਰੀ ਸਾਹਿਬ ਨੂੰ ਕਹਿਤਾ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਇਹਦੇ ਵੱਲ ਧਿਆਨ ਦਿਓ। ਨਾਲ ਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਜੇਲ੍ਹਾਂ ਦਾ ਮੰਤਰੀ ਵੀ ਹੈ, ਕੋਆਪਰੇਟਿਵ ਮਿਨਿਸਟਰ ਵੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਦਾ ਵੀ ਹੈ, ਉਹਨੇ ਵੀ ਕਹਿਤਾ ਵੀ ਕਿ ਜੇ ਇੱਕ ਐਮਐਲਏ ਇਹ ਇਲਜ਼ਾਮ ਲਾਉਂਦਾ ਹੈ ਤਾਂ ਮੁੱਖ ਮੰਤਰੀ ਸਾਹਿਬ ਫਿਰ ਪੜਤਾਲ ਕਰਵਾ ਲਓ। ਪੜਤਾਲ ਕਰਾਉਣ 'ਚ ਆਪਾਂ ਨੂੰ ਹਰਜੀ ਕੀ ਹੈ? ਕਿਉਂਕਿ ਪਿਛਲੀ ਸਰਕਾਰ ਦੇ ਦੌਰਾਨ ਸਾਡੇ ਮਾਲੀਏ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜੇ ਆਪਾਂ ਪੜਤਾਲ ਨਾ ਕਰਾਈ ਆਪਣੇ ਤੇ ਇਲਜ਼ਾਮ ਲੱਗੂਗਾ ਕਿ ਜਾਣਬੁੱਝ ਕੇ ਪੜਤਾਲ ਨਹੀਂ ਕਰਵਾਉਂਦੇ। ਜੇ ਚੀਫ ਸੈਕਟਰੀ ਸੱਚਾ ਹੋਇਆ ਉਹ ਨਿਕਲ ਜੂਗਾ, ਜੇ ਝੂਠਾ ਹੋਇਆ ਤਾਂ ਫਿਰ ਉਹਨੂੰ ਟੰਗੋ।
ਤੇ ਜੇ ਦੂਜੇ ਲੋਕ ਇਲਜ਼ਾਮ ਲਾਉਂਦੇ ਹੈ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਫ਼ ਹੋ ਜੂ। ਇਹ ਗੱਲ ਕਰ ਲਓ ਜੀ। ਸਰਦਾਰ ਮਨਪ੍ਰੀਤ ਸਿੰਘ ਬਾਦਲ ਬਾਹਰ ਆਉਂਦੇ ਆ, ਉਹਨਾਂ ਨੇ ਬਾਹਰ ਆ ਕੇ ਅੱਜ ਫੇਰ ਉਹ ਬੋਲੇ, ਉਹਨਾਂ ਨੇ ਕਿਹਾ ਜੀ 1000 ਕਰੋੜ ਰੁਪਏ ਦਾ ਘਾਟਾ ਪੈ ਗਿਆ ਜੀ। 1000 ਕਰੋੜ ਰੁਪਏ ਦਾ ਘਾਟਾ ਉਹ ਕਹਿੰਦੇ ਇਹਦਾ ਕਰਕੇ ਪਿਆ ਜੀ। ਹੁਣ ਉਹਦੇ ਸਕੇ ਦਾ ਇਹਦਾ ਪੁੱਤ ਸੁਖਵੀਰ ਸਿੰਘ ਬਾਦਲ ਉਂਗਲ ਉਹਦੇ ਉਠਾਈ ਜਾਂਦਾ ਇਹਦੇ ਚੀਫ ਸੈਕਟਰੀ ਕਹਿੰਦਾ ਕਿ ਤੁਹਾਡੀ ਸਰਪ੍ਰਸਤੀ ਹੈ, ਤੁਸੀਂ ਇਹ ਗੱਲ ਕਰਦੇ ਹੋ, ਤਾਂ ਫਿਰ ਮੈਨੂੰ ਵੀ ਥੋੜੇ ਜਿਹੇ ਤੱਥ ਸਾਡੇ ਸਰੋਤਿਆਂ ਨੂੰ ਦੱਸਣੇ ਪੈਣਗੇ। ਇੱਥੇ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਇਲੈਕਸ਼ਨ ਲੜੀ, ਇਲੈਕਸ਼ਨ ਲੜਨ ਵੇਲੇ ਤੁਹਾਡੇ ਧਿਆਨ 'ਚ ਹੋਣਾ ਕਿ ਇਹ ਸਾਡੇ ਸਰੋਤਿਆਂ ਨੂੰ ਪਤਾ ਹੋਣਾ ਉਦੋਂ ਬਠਿੰਡੇ ਦੇ ਵਿੱਚੋਂ ਇੱਕ ਨਜਾਇਜ਼ ਸ਼ਰਾਬ ਦਾ ਬਹੁਤ ਵੱਡਾ ਡੰਪ ਫੜਿਆ ਗਿਆ ਸੀ ਜੀ। ਉਸ ਡੰਪ ਦੇ ਵਿੱਚੋਂ ਜਿਹੜੀ ਸ਼ਰਾਬ ਮਿਲੀ ਸੀ, ਉਸ ਸ਼ਰਾਬ ਦੇ ਉੱਤੇ ਲੈਵਲ ਜਿਹੜੇ ਹੈ ਪੰਜਾਬ ਤੋਂ ਬਾਹਰ ਦੀ ਬਜਾਏ ਕੋਈ ਆਂਧਰਾ ਪ੍ਰਦੇਸ਼ ਦਾ, ਤੇਲੰਗਾਨਾ ਦਾ, ਵੱਖ-ਵੱਖ ਸਟੇਟਾਂ ਦੇ ਲੱਗੇ ਹੋਏ ਸੀ। ਸ਼ਰਾਬ ਫੜੀ ਗਈ, FIR ਦਰਜ ਹੋ ਗਈ ਕਿਉਂਕਿ ਫੜੀ ਉਹ ਇਲੈਕਸ਼ਨ ਕਮਿਸ਼ਨ ਦਾ ਉਸ ਵੇਲੇ ਰੂਲ ਸੀਗਾ, ਇਲੈਕਸ਼ਨ ਕਮਿਸ਼ਨ ਦੀ ਮਸ਼ੀਨਰੀ ਨੇ ਫੜੀ ਸੀ, ਕੇਸ ਰਜਿਸਟਰ ਹੋ ਗਿਆ। ਪਹਿਲਾਂ ਤਾਂ ਜਿਹੜੇ ਬੰਦੇ ਦਾ ਨਾਂ ਸੀ, ਜਿਹਦੇ ਨਾਂ ਦੇ ਉੱਤੇ ਉਸ ਗਡਾਊਨ ਸੀ, ਉਹਨੂੰ ਕਿਸੇ ਨੇ ਹੱਥ ਨਾ ਪਾਇਆ। ਬਾਅਦ ਦੇ ਵਿੱਚ ਨਿਲਭ ਕਿਸ਼ੋਰ ਨਾਂ ਦਾ ਇੱਕ ਅਜਿਹਾ IG ਆ ਗਿਆ ਜਿਹੜਾ ਬੜਾ ਬੇਵਾਕ ਹੈ, ਜਿਹੜਾ ਬੇਪਰਵਾਹ ਹੈ। ਨਿਲਭ ਕਿਸ਼ੋਰ ਨੇ ਆ ਕੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਕੁਝ ਦਿਨਾਂ ਬਾਅਦ ਉਹਦੀ ਜ਼ਮਾਨਤ ਹੋ ਗਈ ਔਰ ਇਹ ਮਾਮਲਾ ਜਿਹੜਾ ਹੈਗਾ ਪੁਲਿਸ ਤੋਂ ਬਦਲ ਕੇ ਐਕਸਾਈਜ਼ ਡਿਪਾਰਟਮੈਂਟ ਨੂੰ ਦਿੱਤਾ। ਉਸਨੇ ਅਦਾਲਤ ਨੂੰ ਲਿਖ ਕੇ ਦੇਤਾ ਵੀ ਸਾਡਾ ਮਾਮਲਾ ਨਹੀਂ ਜੀ, ਐਕਸਾਈਜ਼ ਡਿਪਾਰਟਮੈਂਟ ਦਾ ਹੈ। ਐਕਸਾਈਜ਼ ਡਿਪਾਰਟਮੈਂਟ ਵਾਲਾ ਜਿਹੜਾ ਅਫਸਰ ਸੀ ਉਹ ਕਹਿੰਦਾ ਜੀ ਚਲਾਨ ਇਹਨਾਂ ਨੇ ਕਰਤਾ, ਸਾਡਾ ਕਿਉਂ? ਉਹ ਇਸ ਗੱਲ ਦੇ ਵਿੱਚ ਹੀ ਭੰਬਲ ਭੂਸਿਆਂ ਚਾਲੇ ਤੱਕ ਪਿਆ ਫਿਰਦਾ ਹੈ। ਇਹ ਭੰਬਲ ਭੂਸੇ 'ਚ ਕਿਉਂ ਪਿਆ ਫਿਰਦਾ ਹੈ? ਇਹ ਇਸ ਕਰਕੇ ਪਿਆ ਫਿਰਦਾ ਕਿਉਂਕਿ ਕਿਸੇ ਨਾ ਕਿਸੇ ਸਿਆਸੀ ਸ਼ਖਸੀਅਤ ਦੀ, ਕਿਸੇ ਸਿਆਸੀ ਬੰਦੇ ਦੀ ਉਸ ਬੰਦੇ ਨੂੰ ਜਿਹੜੀ ਹੈਗੀ ਹੈ ਸਰਪ੍ਰਸਤੀ ਹੈ। ਗੱਲ ਇੱਥੇ ਤੱਕ ਹੀ ਨਹੀਂ ਮੁੱਕਦੀ। ਬਠਿੰਡੇ ਦੀਆਂ ਕੰਪਨੀਆਂ ਦਾ ਜਿਹੜਾ 300 ਕਰੋੜ ਰੁਪਇਆ ਪਿਛਲਾ ਬਕਾਇਆ ਰਹਿੰਦਾ ਹੈ, ਉਹ ਬਕਾਏ ਦੀ ਰਿਕਵਰੀ ਕਿਉਂ ਨਹੀਂ ਹੁੰਦੀ? ਅਖਬਾਰਾਂ 'ਚ ਖਬਰਾਂ ਲੱਗੀਆਂ ਪਈਆਂ ਅੱਜ ਕਿ ਜਿਹੜੀਆਂ ਜਮਾਬੰਦੀਆਂ 'ਚ ਰਾਈਡਿੰਗ ਟਰੀਆਂ ਹੋਈਆਂ ਪਈਆਂ ਕਿ ਇਹ ਬੰਦਾ ਜਿਹੜਾ ਬਾਕੀਦਾਰ ਹੈ ਐਕਸਾਈਜ਼ ਡਿਪਾਰਟਮੈਂਟ ਦਾ, ਇਹਦੇ ਵੱਲ ਇੰਨੇ 100 ਕਰੋੜ ਰੁਪਇਆ ਬਣਦਾ ਹੈ। ਕਈ ਕੰਪਨੀਆਂ ਬਣੀਆਂ, ਇੱਕ ਜ਼ਿਲ੍ਹੇ ਦੀ ਗੱਲ ਕਰਦਾ ਮੈਂ, ਪਤਾ ਨਹੀਂ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਹੈ, ਲੇਕਿਨ ਉਹਨਾਂ ਤੋਂ ਉਹ ਜਿਹੜੀ ਰਿਕਵਰੀ ਕਿਉਂ ਨਹੀਂ ਹੋ ਰਹੀ? ਰਿਕਵਰੀ ਇਸ ਕਰਕੇ ਨਹੀਂ ਹੁੰਦੀ। ਆਮ ਜੇ ਕਿਸੇ ਬੰਦੇ ਨੇ ਕੋਈ 5-4 ਹਜ਼ਾਰ ਰੁਪਇਆ ਦੇਣਾ ਹੋਵੇ, ਬੈਂਕ ਵਾਲੇ ਫੜ ਕੇ ਉਹਦੇ ਸੰਗਲ ਲਾ ਕੇ ਲੈ ਜਾਂਦੇ, ਉਹਨੂੰ ਜੇਲ੍ਹ 'ਚ ਭੇਜ ਦਿੰਦੇ ਹੈ। ਉਹਦੀ ਕੁਰਕੀ ਵੀ ਹੁੰਦੀ ਹੈ, ਉਹਦੀ ਨਿਲਾਮੀ ਵੀ ਹੁੰਦੀ ਹੈ, ਲੇਕਿਨ ਹੁਣ ਜਮਾਬੰਦੀਆਂ ਜਿੱਤਰੀਆਂ ਹੋਈਆਂ ਪਈਆਂ ਉਹਨਾਂ ਬੰਦਿਆਂ ਦਾ ਕੁਛ ਹੁੰਦਾ ਨਹੀਂ। ਕਿਤੇ ਨਾ ਕਿਤੇ ਤਾਂ ਗੜਬੜ ਹੈ। ਜੇ ਸੁਖਵੀਰ ਸਿੰਘ ਬਾਦਲ ਇਹ ਗੱਲ ਕਹਿੰਦਾ ਹੈ ਕਿ ਭਾਈ ਇਹ ਤੁਹਾਡੀ ਦਾਲ ਕਾਫੀ ਕਾਲੀ ਹੈ, ਦਾਲ ਦੇ ਵਿੱਚ ਇੱਕ ਦਾ ਦਾਣਾ ਨਹੀਂ ਸਾਰੀ ਕਾਲੀ ਹੈ ਔਰ ਇਹਦੀ ਜਾਂਚ ਹੋਣੀ ਚਾਹੀਦੀ ਹੈ, ਮੇਰੀ ਸਮਝ ਚ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਮਾਮਲਾ ਕਿਸੇ ਜੁਡੀਸ਼ੀਅਲ ਕਮਿਸ਼ਨ ਦੇ ਹਵਾਲੇ ਕਰ ਦੇਣਾ ਚਾਹੀਦਾ। ਸਿੱਧੀ ਗੱਲ ਇਹ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਲਿਖੇ ਚਿੱਠੀ ਕਿ ਜੀ ਇੱਕ ਜੱਜ ਅਪੁਆਇੰਟ ਕਰ ਦਿਓ ਜਿਹੜਾ ਸਿਟਿੰਗ ਜੱਜ ਹੋਵੇ ਔਰ ਉਹ ਇਸ ਸਾਰੇ ਮਾਮਲੇ ਦੀ ਪੜਤਾਲ ਕਰੇ। ਜੇ ਤਾਂ ਇਹਦੇ 'ਚ ਵਜ਼ੀਰ ਗਲਤ ਹੈ ਤਾਂ ਵਜ਼ੀਰਾਂ ਨੂੰ ਟੱਕ ਦਿਓ, ਜੇ ਇਹਦੇ ਵਿੱਚ ਚੀਫ ਸੈਕਟਰੀ ਗਲਤ ਹੈ ਤਾਂ ਚੀਫ ਸੈਕਟਰੀ ਨੂੰ ਗਲਤ ਕਰ ਦਿਓ। ਇਹ ਘਾਟਾ ਪਿਆ ਤਾਂ ਪਿਆ ਕਿਉਂ? ਦੋਨਾਂ ਤਰ੍ਹਾਂ ਦੀ ਗੱਲ ਸੁਣੋ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ। ਨਹੀਂ ਤਾਂ ਫਿਰ ਗੱਲ ਇਹ ਹੈ ਕਿ ਜੋ ਕੁਝ ਪਿਛਲੀ ਵਾਰੀ ਅਕਾਲੀ ਸਰਕਾਰ ਨਾਲ ਹੋਇਆ ਸੀ ਉਹੀ ਇਸ ਸਰਕਾਰ ਨਾਲ ਹੋਣਾ। ਹੁਣ ਇਹ ਵੀ ਹੈ ਕਈ ਪਾਰਟੀਆਂ, ਕਈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਸੰਵਿਧਾਨਕ ਸੰਕਟ ਪੈਦਾ ਹੋ ਗਿਆ ਕਿਉਂਕਿ ਵਜ਼ੀਰ ਕਹਿੰਦੇ ਵੀ ਅਸੀਂ ਚੀਫ ਸੈਕਟਰੀ ਨਾਲ ਨਹੀਂ ਬੈਠਣਾ। ਕੈਪਟਨ ਅਮਰਿੰਦਰ ਸਿੰਘ ਨੇ ਚੀਫ ਸੈਕਟਰੀ ਤੋਂ ਇਹ ਮਹਿਕਮੇ ਦਾ ਵਾਪਸ ਲੈ ਲਏ, ਜਿਹੜਾ ਟੈਕਸੇਸ਼ਨ ਦਾ ਵੀ ਲੈ ਲਿਆ ਤੇ ਐਕਸਾਈਜ਼ ਦਾ ਵੀ ਲੈ ਲਿਆ, ਲੇਕਿਨ ਕਿਉਂਕਿ ਉਹਦੀ ਰਿਟਾਇਰਮੈਂਟ 4 ਮਹੀਨੇ ਰਹਿੰਦੇ। ਹੁਣ ਜਿਹੜੇ ਵਜ਼ੀਰ ਹੈ ਖਾਸ ਕਰਕੇ ਮਨਪ੍ਰੀਤ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ, ਇਹ ਦੋਨੇ ਇਸ ਗੱਲ ਦੇ ਉੱਤੇ ਅੜੇ ਹੋਏ ਆ ਕਿ ਜੀ ਉਹਨੂੰ ਜਮਾ ਘਰੇ ਤੋੜ ਦਿਓ। ਘਰੇ ਤਾਂ ਉਹਨੂੰ ਤੋੜਿਆ ਨਹੀਂ ਜਾ ਸਕਦਾ ਕਿਉਂਕਿ ਰਿਟਾਇਰਮੈਂਟ ਉਹਦੀ ਉੱਪਰ ਆ ਗਈ, ਦੋਸ਼ ਉਹਦੇ ਖਿਲਾਫ ਜੇ ਸਾਬਤ ਨਹੀਂ ਹੋਏ, ਦੋਸ਼ ਤੁਸੀਂ ਲਾਏ ਵੀ ਹੈ। ਪਰ ਹੁਣ ਇਹ ਕਿਉਂਕਿ ਇੱਕ ਜਿਹੜੀ ਹੁੰਦੀ ਆ ਇਹ ਦਿਖਾਉਣਾ ਕਿ ਜੀ ਮੈਂ ਸੱਚਾ, ਜੇ ਮੈਂ ਸੱਚਾ ਸੀ ਤਾਂ ਮੈਂ ਇਹਨੂੰ ਚੀਫ ਸੈਕਟਰੀ ਨੂੰ ਬਦਲਤਾ, ਮੇਰੇ ਕਹਿਣ ਤੇ ਬਦਲਤਾ। ਪਰ ਮੁੱਖ ਮੰਤਰੀ ਅਜਿਹਾ ਹੈ, ਉਹਨੂੰ ਆਪਣੀ ਮਸ਼ੀਨਰੀ ਦੇ ਉੱਤੇ ਵੀ ਵਿਸ਼ਵਾਸ ਹੈ, ਉਹਦੇ ਕੋਲ ਵੀ ਇਹ ਗੱਲਾਂ ਜਿਹੜੀਆਂ ਆਪਾਂ ਹੁਣ ਆਨ 에ਅਰ ਕਰ ਰਹੇ ਹਾਂ ਸਾਰੀਆਂ ਗੱਲਾਂ ਆਪਾਂ ਦੱਸ ਰਹੇ ਹਾਂ ਕਿ ਗੜਬੜ ਵਾਹ ਹੈ, ਇਹ ਮੁੱਖ ਮੰਤਰੀ ਨੂੰ ਵੀ ਪਤਾ। ਸੋ ਇਸ ਵੇਲੇ ਬੜਾ ਭੰਬਲ ਭੂਸਾ ਪਿਆ ਹੋਇਆ। ਔਰ ਇੱਥੇ ਮੈਂ ਇਹ ਵੀ ਜ਼ਿਕਰ ਕਰਦਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਅੱਜ ਇੱਕ ਪਾਸੇ ਹੋਇਆ ਬੈਠਾ ਹੈ, ਉਹ ਨਵਜੋਤ ਸਿੰਘ ਸਿੱਧੂ ਵੀ ਅਸਲ ਦੇ ਵਿੱਚ ਵਿਚਾਰਾ ਇੱਕ ਕਨਸਪੀਰੇਸੀ ਦਾ ਸ਼ਿਕਾਰ ਹੋਇਆ ਹੈ ਕਿਉਂਕਿ ਉਂਗਲਾਂ ਲਾਉਣ ਵਾਲੇ ਪਹਿਲਾਂ ਨੂੰ ਲਾਈ ਗਏ ਕਿ ਸਿੱਧੂ ਸਾਹਿਬ ਅਸੀਂ ਤੁਹਾਡੇ ਨਾਲ ਆ, ਤੁਸੀਂ ਖੜੇ ਹੋ, ਤੁਸੀਂ ਬਗਾਵਤ ਕਰੋ। ਉਹ ਕਹਿੰਦੇ ਹੁੰਦੇ ਵੀ ਉਹਨੂੰ ਕੋਠੇ ਤੇ ਚੜਾ ਕੇ ਤੇ ਮੁੜ ਕੇ ਪੌੜੀ ਚੱਕ ਲਈ, ਉਹ ਵਿਚਾਰਾ ਪਾਸੇ ਲੰਮਕੀ ਜਾਂਦਾ। ਹੁਣ ਆਪ ਜਿਹੜੇ ਹੈਗੇ ਹੈ ਆਪ ਆ ਕੇ ਇੱਥੇ ਫਸ ਗਏ। ਇਹਦੇ ਵਿੱਚ ਦੇਖਦੇ ਆ ਕਿ ਕੌਣ ਸੱਚਾ ਤੇ ਕੌਣ ਝੂਠਾ ਅਗਲੇ ਦਿਨਾਂ ਚ ਨਸਾਰਾ ਹੁੰਦਾ ਲੱਗਦਾ ਹੈ ਵੀ ਹੋ ਜਾਊਗਾ ਕਿਉਂਕਿ ਹੁਣ ਟਾਂਡਿਆਂ ਵਾਲੀ ਰਹੂਗੀ ਜਾਂ ਭਾਂਡਿਆਂ ਵਾਲੀ ਰਹੂਗੀ। ਬਿਲਕੁਲ ਜੀ ਬਿਲਕੁਲ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਆਪਾਂ ਕਾਲਾਂ ਵੀ ਆਨ 에ਅਰ ਕਰ ਦਈਏ ਜੀ, ਕਾਲਰ ਜੁੜੇ ਹੋਏ ਆਪਣੇ ਨਾਲ।
ਹਾਂਜੀ 2160 ਸਵਾਗਤ ਹੈ ਵੀਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਇੱਕ ਖਬਰ ਦੀ ਪੁਸ਼ਟੀ ਕਰਨੀ ਸੀ। ਗੁਜਰਾਤ ਦੇ ਵਿੱਚੋਂ ਖਬਰ ਆ ਰਹੀ ਆ ਵੀ ਆਪਣੇ ਜਿਹੜੇ ਮੰਦਰ ਦੇ ਵਿੱਚੋਂ ਜਾਲੀ ਨੋਟ ਛਾਪਦੇ ਦੀ ਸੀ ਜੀ ਤੇ ਉਹਨਾਂ ਨੂੰ ਕਿਹਨੇ ਅਥਾਰਟੀ ਦਿੱਤੀ ਹੈ ਜੀ ਉਹ ਮੰਦਰ ਦੇ ਵਿੱਚ ਜਾਨੀ ਆਪਣੇ ਜਾ ਕੇ ਨੋਟ ਛਾਪਣਾ ਜੀ। ਉਸ ਅਸਲੀ ਨੋਟ ਵੀ ਛਾਪਦੇ ਸੀ, ਜਾਲੀ ਨੋਟ ਵੀ ਛਾਪਦੇ ਸੀ। ਇਹਦੇ ਬਾਰੇ ਪੁਸ਼ਟੀ ਕਰਨੀ ਸੀ ਵੀ ਇਹ ਕੀ ਗੱਲਬਾਤ ਹੈ ਭਾਜੀ, ਕਿਉਂ ਏਦਾਂ ਕਰ ਰਹੇ ਨੇ ਮੰਦਰ ਦੇ ਵਿੱਚ ਜਾ ਕੇ ਉਹ ਵੀ, ਹੈ ਨਾ ਜੀ। ਓਕੇ ਜੀ, ਧੰਨਵਾਦ ਜੀ। ਢਿੱਲੋਂ ਸਾਹਿਬ ਹੈਗੀ ਜੀ ਜਾਣਕਾਰੀ ਇਹਦੇ ਬਾਰੇ? ਆਵਾਜ਼ ਬਹੁਤ ਘੱਟ ਸੀ ਜੀ, ਮੈਨੂੰ ਆਵਾਜ਼ ਦੀ ਸਮਝ ਨਹੀਂ ਆਈ। ਕਹਿੰਦੇ ਜੀ ਭਾਜੀ ਨੂੰ ਗੁਜਰਾਤ ਦੇ ਵਿੱਚ ਬੇਨਤੀ ਹੈ ਕਿ ਮੈਂ ਥੋੜੀ ਜਿਹੀ ਬੇਨਤੀ ਕਰਦਾ ਸਰੋਤਿਆਂ ਨੂੰ ਕਿ ਜਦੋਂ ਵੀ ਤੁਸੀਂ ਬੋਲਣਾ ਹੈ ਪਲੀਜ਼ ਮਾਈਕ ਜਿਹੜਾ ਹੈਗਾ ਮੂੰਹ ਦੇ ਲਾਗੇ ਕਰ ਲਿਆ ਕਰੋ ਤਾਂ ਕਿ ਮੇਰੇ ਤੱਕ ਆਵਾਜ਼ ਪਹੁੰਚ ਜੇ ਜੀ। ਉਹਨਾਂ ਨੇ ਪੁੱਛਿਆ ਜੀ ਗੁਜਰਾਤ ਦੇ ਵਿੱਚ ਕਿਸੇ ਮੰਦਿਰ ਦੇ ਵਿੱਚ ਜਾਲੀ ਨੋਟ ਛਾਪੇ ਜਾ ਰਹੇ ਸੀ, ਕੋਈ ਹੈ ਇਹਦੇ ਬਾਰੇ ਜਾਣਕਾਰੀ? ਨਹੀਂ, ਜਾਣਕਾਰੀ ਨਹੀਂ ਹੈ ਜੀ, ਮੈਨੂੰ ਨਹੀਂ ਜਾਣਕਾਰੀ, ਪਰ ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਹੋ ਸਕਦੇ ਕਿ ਉੱਥੇ ਜਾਲੀ ਨੋਟ ਨਹੀਂ ਛਾਪੇ ਜਾਂਦੇ ਹੋਣਗੇ। ਤੁਹਾਡੇ ਯਾਦ ਹੋਣਾ ਹੈ ਜੰਮੂ ਕਸ਼ਮੀਰ ਦੇ ਵਿੱਚ ਬੱਕਰਵਾਲ ਭਾਈਚਾਰੇ ਦੀ ਇੱਕ ਕੁੜੀ ਸੀ ਜੀ, ਛੋਟੀ ਜੀ ਕੁੜੀ ਸੀ 8-9 ਸਾਲ ਦੀ। ਉਹ ਕੁੜੀ ਪੱਠੇ ਲੈਣ ਵਾਸਤੇ ਗਈ ਸੀ ਜੰਗਲ ਦੇ ਵਿੱਚ, ਔਰ ਉਸ ਕੁੜੀ ਨੂੰ ਕਿਡਨੈਪ ਕੀਤਾ ਗਿਆ। ਕਿਡਨੈਪ ਕਰਕੇ ਉਹਨੂੰ ਇੱਕ ਮੰਦਿਰ 'ਚ ਲਿਆਂਦਾ ਗਿਆ। ਮੰਦਿਰ ਦੇ ਵਿੱਚ ਲਿਆ ਕੇ ਉਸ ਕੁੜੀ ਨੂੰ ਰੇਪ ਕੀਤਾ ਗਿਆ, ਉਹਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ, ਕਈ ਦਿਨ ਉਹਨੂੰ ਰੇਪ ਕੀਤਾ ਗਿਆ ਤੇ ਫਿਰ ਰੇਪ ਕਰਨ ਤੋਂ ਬਾਅਦ ਉਸ ਕੁੜੀ ਨੂੰ ਪੱਥਰ ਮਾਰ ਕੇ ਮਾਰ ਦਿੱਤਾ ਗਿਆ ਸੀ। ਕਈ ਦਿਨਾਂ ਬਾਅਦ ਉਹਦੀ ਡੈਡ ਬੋਡੀ ਮਿਲੀ ਸੀ ਜੀ। ਉਹ ਕੰਮ ਜੇ ਮੰਦਿਰ 'ਚ ਹੋ ਸਕਦਾ ਤਾਂ ਫਿਰ ਮੰਦਿਰ ਦੇ ਵਿੱਚ ਨੋਟ ਛਾਪਣੇ ਤਾਂ ਕੋਈ ਮਾੜੀ ਗੱਲ ਨਹੀਂ ਹੋ ਸਕਦੀ। ਔਰ ਉਸ ਕੇਸ ਦੇ ਵਿੱਚ ਜਦੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ, ਉਸ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਲੈ ਆਂਦਾ। ਔਰ ਜਦੋਂ ਉਹ ਚਾਰਜ ਸ਼ੀਟ ਪੇਸ਼ ਕਰਨ ਗਏ ਤਾਂ ਤੁਹਾਡੇ ਯਾਦ ਹੋਣਾ ਵਕੀਲਾਂ ਨੇ ਚਾਰਜ ਸ਼ੀਟ ਨਹੀਂ ਦਾਇਰ ਕਰ ਦਿੱਤੀ ਸੀ, ਉਸ ਟੀਮ ਨੂੰ ਘੇਰ ਲਿਆ ਸੀ। ਉਦੋਂ ਸਰਕਾਰ ਜਿਹੜੀ ਹੈ PDP ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੁੰਦੀ ਸੀ, ਲੇਕਿਨ ਭਾਰਤੀ ਜਨਤਾ ਪਾਰਟੀ ਦੇ 2-3 ਲੀਡਰ ਜੀ ਦੇ ਵਿੱਚ 1-2 ਵਜ਼ੀਰ ਵੀ ਸੀ। ਉਹਨਾਂ ਵਜ਼ੀਰਾਂ ਨੇ ਜਾ ਕੇ ਸ਼ਰੇਆਮ ਰੈਲੀਆਂ ਕੀਤੀਆਂ ਸੀ ਕਿ ਹਾਂਜੀ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਕੇਸ ਬਣਾਇਆ ਉਹ ਗਲਤ ਬਣਾਇਆ। ਲੇਕਿਨ ਬਾਅਦ ਦੇ ਵਿੱਚ ਹੋਇਆ ਕੀ ਸੀ ਕਿ ਉਹ ਕੇਸ ਤਬਦੀਲ ਹੋ ਕੇ ਜੰਮੂ ਕਸ਼ਮੀਰ ਤੋਂ ਪਠਾਨਕੋਟ ਆ ਗਿਆ ਸੀ ਤੇ ਪਠਾਨਕੋਟ ਦੀ ਸੈਸ਼ਨ ਜੱਜ ਨੇ ਇੱਕ ਬੰਦੇ ਨੂੰ ਛੱਡ ਕੇ ਸਿਰਫ ਇੱਕ ਨੂੰ ਬਰੀ ਕੀਤਾ ਸੀ, ਬਾਕੀ ਸਾਰਿਆਂ ਨੂੰ ਸਜ਼ਾ ਕੀਤੀ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜੇ ਮੰਦਿਰਾਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਵਿੱਚ ਛੋਟੀਆਂ ਨਾਬਾਲਗ ਬੱਚੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਸਕਦਾ ਹੈ ਤੇ ਫਿਰ ਨੋਟ ਛਾਪਣੇ ਤਾਂ ਕੋਈ ਬੜਾ ਵੱਡਾ ਅਪਰਾਧ ਨਹੀਂ ਜੀ, ਇਹ ਵੀ ਛਾਪੇ ਜਾ ਸਕਦੇ ਹੈ, ਕੁਛ ਵੀ ਕੀਤਾ ਜਾ ਸਕਦਾ ਹੈ। ਕਿਉਂਕਿ ਜੇ ਬੰਦਾ ਕਿਰੇ ਹੋਏ ਕੰਮ ਕਰ ਸਕਦਾ ਹੈ, ਛੋਟੇ ਬੱਚੇ ਜਿਹੜੇ ਫੁੱਲਾਂ ਵਰਗੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਬਹੁਤ ਜ਼ਿਆਦਾ ਮੁਹੱਬਤ ਕਰਦੇ ਹਾਂ, ਉਹਨਾਂ ਦੇ ਨਾਲ ਜੇ ਤੁਸੀਂ ਇਸ ਕਿਸਮ ਦੀਆਂ ਕਰਤੂਤਾਂ ਕਰਦੇ ਹੋ, ਬੁਰੇ ਕਰਮ ਕਰਦੇ ਹੋ, ਫਿਰ ਤਾਂ ਨੋਟ ਤਾਂ ਛੋਟੀ ਗੱਲ ਹੈ। ਬਿਲਕੁਲ ਜੀ। 2156 ਸਵਾਗਤ ਹੈ ਵੀਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ ਨੂੰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਤੇ ਦੇਖੋ ਜੀ, ਹਾਂ, ਉਹ ਜਿਹੜੀ ਪੰਜਾਬ ਦੇ ਵਿੱਚ ਜਾਲੀ ਸ਼ਰਾਬ ਵਿਕਦੀ ਆ, ਨਜਾਇਜ਼ ਵਿਕਦੀ ਆ ਬਗੈਰ ਸਟੈਚੂਟਰੀ ਡਿਊਟੀ ਤੋਂ, ਇਹ ਤਾਂ ਬਹੁਤ ਦੇਰ ਤੋਂ ਹੋ ਰਿਹਾ। ਪਹਿਲਾਂ ਛੋਟੇ ਪੱਧਰ ਸੀ, ਹੁਣ ਵੱਡੇ ਪੱਧਰ ਤੇ ਆ। ਮੇਰਾ ਕੁਐਸਚਨ ਹੈਗਾ, ਜੇ ਸ਼ਰਾਬ ਪੂਰੇ ਕੰਟਰੀ ਦੇ ਵਿੱਚ ਬੰਦ ਆ ਫਿਰ ਡਿਸਟਿਲਰੀ ਕਾਹਦੇ ਵਾਸਤੇ ਚਲਾਈ ਆ? ਜੇ ਡਿਸਟਿਲਰੀ ਚੱਲਦੀ ਆ ਉਹਨਾਂ ਨੇ ਆਪਣਾ ਮਾਲ ਤਾਂ ਕਿਤੇ ਪਹੁੰਚਾਉਣਾ ਆ। ਉਹ ਅਸੀਂ ਚੋਰ ਨਾ ਦੇਖਦੇ ਆ, ਉਹ ਇਹ ਨਹੀਂ ਆ ਚੋਰ ਦੀ ਮਾਂ ਹੋਰ ਕਿੰਨੇ ਚੋਰ ਪੈਦਾ ਕਰਦੀ, ਉਹ ਨਹੀਂ ਅਸੀਂ ਦੇਖਦੇ। ਜਦੋਂ ਸ਼ਰਾਬ ਬੰਦ ਹੋ ਗਈ ਆ, ਡਿਸਟਿਲਰੀ ਕਿਉਂ ਚਲਾਈ ਗਈ? ਕਿਉਂਕਿ ਮਿਲੀ ਭਗਤ ਸਾਰੇ ਮਿਨਿਸਟਰਾਂ ਦੀ ਹੈਗੀ ਆ। ਮੈਂ ਗਰੰਟੀ ਨਾਲ ਤੁਹਾਨੂੰ ਲਿਖ ਕੇ ਦੇ ਦਿੰਦਾ, ਮੈਂ ਵੀ ਉੱਥੇ ਆਪਣੀ ਜ਼ਿੰਦਗੀ ਕੱਢੀ ਆ। ਕੋਈ ਵੀ ਗਲਤ ਕੰਮ ਛੋਟਾ ਵੱਡਾ ਹੁੰਦਾ ਆ ਬਗੈਰ ਕਿਸੇ ਪਾਵਰ ਦੇ ਹੱਥ ਤੋਂ ਬਗੈਰ ਨਹੀਂ ਹੁੰਦਾ। ਚਾਹੇ ਉਹ ਮਿਨਿਸਟਰ ਦੀ ਪਾਵਰ ਹੋਵੇ, ਚਾਹੇ ਪੁਲਿਸ ਦੀ ਪਾਵਰ ਹੋਵੇ, ਜਾਂ ਪਿੰਡ ਵਿੱਚ ਕੋਈ ਸਰਪੰਚ ਦਾ ਹੀ ਧੜਾ ਹੋਵੇ। ਜੋ ਗਲਤ ਕੰਮ ਹੁੰਦਾ ਇੱਦਾਂ ਦੀਆਂ ਜਿਹੜੀਆਂ ਪਾਵਰਾਂ ਹੁੰਦੀਆਂ ਪੋਲੀਟੀਕਲ ਪਾਵਰਾਂ, ਇਹਨਾਂ ਦੇ ਸਿਰ ਤੇ ਹੁੰਦਾ। ਹੁਣ ਮੰਦਰ 100 ਚੋਂ 5 ਜਿਹੜੇ ਆ 10 ਸਾਫ਼ ਸੁਥਰੇ ਹੋ ਗਏ, ਬਾਕੀ ਦਾ ਸਾਰੀ ਧਾਂਦਲੀ ਆ, ਮਾਇਆ ਦਾ ਚੱਕਰ ਆ। ਦੋ ਗਲਤ ਕੰਮ ਜਿੱਥੇ ਮਾਇਆ ਬਗੈਰ ਕਿਰਤ ਕੀਤੀ ਤੋਂ ਆ ਜਾਣੀ ਆ, ਉੱਥੇ ਗਲਤ ਬੰਦ ਕੰਮ ਹੋਣੇ ਆ। ਜੇ ਤੁਸੀਂ ਹੱਡ ਭੰਨ ਕੇ ਪੈਸੇ ਕਮਾ ਕੇ ਰੋਟੀ ਖਾਵੋ, ਤੁਹਾਡਾ ਹੌਸਲਾ ਨਹੀਂ ਪੈਂਦਾ ਗਲਤ ਕੰਮ ਕਰਨੇ ਨੂੰ। ਜੇ ਇਹ ਗਲਤ ਕੰਮ ਹੁੰਦੇ ਆ ਉੱਥੇ ਨਜਾਇਜ਼ ਪੈਸਾ ਜਾਂਦਾ ਹੱਦ ਤੋਂ ਜ਼ਿਆਦਾ, ਤੇ ਉਹ ਆਫਰ ਜਾਂਦੇ ਇੱਦਾਂ ਦੇ ਗਲਤ ਕੰਮ ਕਰਦੇ ਆ। ਇਹਨਾਂ ਦੇ ਉੱਥੇ ਵੀ ਜਿੱਥੇ ਉਹ ਬਲਾਤਕਾਰ ਹੋਇਆ, ਰਾਜਨੀਤਿਕ ਬੰਦੇ ਨਾਲ ਜੁੜੇ ਹੋ ਸੀ, ਇਸ ਕਰਕੇ ਨਹੀਂ ਹੋਇਆ। ਰਾਜਨੀਤਿਕ ਬੰਦੇ ਨਾ ਧਰਮ ਦੇਖਦੇ ਆ, ਨਾ ਗੁਰਦੁਆਰਾ ਮਸਜਿਦ, ਇਹਨਾਂ ਦੇ ਹਰ ਚੀਜ਼ ਇਹਨਾਂ ਵਾਸਤੇ ਕੋਈ ਮਾਇਨਾ ਨਹੀਂ ਰੱਖਦੀ। ਜੋ ਇਹਨਾਂ ਨੇ ਕਰਨਾ ਕਰ ਜਾਂਦੇ ਆ, ਇਹਨਾਂ ਨੂੰ ਕੋਈ ਨਹੀਂ ਫੜਦਾ।
ਹੁਣ ਪੰਜਾਬ ਦੇ ਵਿੱਚ ਜਦ ਇਦਾਂ ਦੀ ਸਿਚੁਏਸ਼ਨ ਪਤਾ ਹੈ ਉਹਨਾਂ ਨੂੰ, ਕੈਬਨਿਟ ਸਾਹਿਬ ਨੂੰ, ਕਿਉਂ ਨਹੀਂ ਉੱਥੇ ਗਵਰਨਰ ਰਾਜ ਕਰ ਦਿੰਦੇ? ਕਮੇਟੀ ਦਾ ਰਾਜ ਹੋਵੇ, ਇਦਾਂ ਦੇ ਬੰਦੇ ਸਾਰੇ ਚੱਕ ਲੈਣੇ ਉਹਨਾਂ ਨੇ। ਜਿੰਨਾ ਚਿਰ ਪੋਲੀਟੀਕਲ ਜਿਹੜੇ ਕ੍ਰਿਮੀਨਲ ਬੰਦੇ ਉਹਨਾਂ ਦੇ ਨਾਲ ਰਲੇ ਹੋਏ, ਕ੍ਰਾਈਮ ਕਿੱਦਾਂ ਰੁਕ ਜਾਊਗਾ? ਦੂਸਰੀ ਗੱਲ ਇਹ ਹੈਗੀ ਹੈ, ਚੌਕੀਦਾਰ ਤੋਂ ਲੈ ਕੇ ਉੱਥੇ ਰਾਸ਼ਟਰਪਤੀ ਤੱਕ ਕੋਈ ਵੀ ਬੰਦਾ ਪੋਲੀਟੀਕਲ ਹੈਗਾ, ਉਹਨੇ ਕੋਈ ਚੰਗਾ ਮਾੜਾ ਛੋਟਾ ਮੋਟਾ ਕੋਈ ਵੀ ਉਹਦੇ ਸਿਰ ਤੇ ਅਪਰਾਧ ਹੋਵੇ, ਝੂਠਾ ਸੱਚਾ, ਉਹਨੂੰ ਨਹੀਂ ਆਉਣਾ ਚਾਹੀਦਾ ਰਾਜਨੀਤੀ 'ਚ। ਉਹਨੂੰ ਪਰਮਿਸ਼ਨ ਨਹੀਂ ਮਿਲਣੀ ਚਾਹੀਦੀ ਰਾਜਨੀਤੀ 'ਚ ਆਉਣ ਦੀ, ਫਿਰ ਰਾਜਨੀਤੀ ਸਾਫ਼ ਹੋ ਜਾਂਦੀ ਹੈ। ਉਹ ਦੱਸਦਾ ਬੰਦੇ ਮਾਰ ਕੇ ਤਾਂ ਲੋਕ ਉੱਥੇ MLA ਬਣੇ ਵਾ। ਬਿਲਕੁਲ। ਤੇ ਉੱਥੇ ਕੀ ਅਸੀਂ ਉੱਥੋਂ ਕੀ ਆਸ ਕੀ ਰੱਖਦੇ ਹਾਂ? ਉੱਥੇ ਕੁਝ ਨਹੀਂ ਹੋਣਾ ਜਿੰਨਾ ਚਿਰ ਰਾਜਨੀਤੀ ਦਾ ਪੂਰੀ ਇਨਕੁਆਇਰੀ ਨਹੀਂ ਹੁੰਦੀ। ਛੋਟਾ ਮੋਟਾ ਕੋਈ ਕ੍ਰਾਈਮ ਨਾ ਉਹਦੇ ਉੱਤੇ ਹੋਵੇ, ਨਾ ਉਹਨੇ ਕੀਤਾ ਹੋਵੇ, ਨਾ ਕਰਵਾਇਆ ਹੋਵੇ, ਫਿਰ ਉਹਨੂੰ ਪੋਲੀਟੀਕਲ ਲੈਣ 'ਚ ਆਉਣਾ ਚਾਹੀਦਾ, ਨਹੀਂ ਤਾਂ ਉਹਨੂੰ ਕੋਈ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਪੋਲੀਟੀਕਲ ਸਿਸਟਮ 'ਚ ਆਉਣੇ ਦੀ। ਮੈਂ ਤਾਂ ਇਹਨੇ ਕਹਿਣਾ ਜੀ। ਓਕੇ ਜੀ, ਧੰਨਵਾਦ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਬੜੇ ਵਧੀਆ ਵਿਚਾਰ ਆ, ਪਰ ਇਸ ਸਿਸਟਮ ਨੂੰ ਲਾਗੂ ਕਰਨ ਵਾਸਤੇ ਵੀ ਕੋਈ ਸਿਸਟਮ ਹੋਣਾ ਚਾਹੀਦਾ। ਸਰਕਾਰਾਂ ਜਿਹੜੀਆਂ ਉਹ ਖੁਦ ਹੀ ਨਹੀਂ ਚਾਹੁੰਦੀਆਂ ਜੀ। ਜੇ ਸਰਕਾਰ ਨੇ ਖੁਦ ਕਰ ਦਿੱਤਾ ਤੇ ਪਤਾ ਨਹੀਂ ਕਿੰਨੇ % ਬੰਦੇ ਇਹਨਾਂ ਦੇ ਖੁਦ ਕ੍ਰਿਮੀਨਲ ਆ ਜੀ। ਕਈਆਂ ਤੇ ਕਿੰਨੇ ਕੇਸ ਚੱਲਦੇ ਆ, ਜਿੰਨੇ ਵੀ ਮੈਂਬਰ ਪਾਰਲੀਮੈਂਟ ਆ ਜਾਂ MLA ਆ ਸਾਰੇ। ਢਿੱਲੋਂ ਸਾਹਿਬ ਹੈ ਜੀ ਕੋਈ ਇਹਦੇ ਬਾਰੇ ਜਾਣਕਾਰੀ? ਨਹੀਂ, ਜਾਣਕਾਰੀ ਤਾਂ ਜੇ ਦੇਖੀਏ ਆਪਾਂ ਤਾਂ ਬਹੁਤ ਸਾਰੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਹੈ, ਅਸੈਂਬਲੀਆਂ ਦੇ ਮੈਂਬਰ ਹੈ, ਉਹਨਾਂ ਦੇ ਉੱਤੇ ਅਪਰਾਧਿਕ ਮਾਮਲੇ ਚੱਲਦੇ ਹੈ ਜੀ। ਔਰ ਇੱਕ ਕਾਨੂੰਨ ਬਣਿਆ ਸੀ ਕਿ ਕੋਈ ਵੀ ਅਪਰਾਧੀ ਬੰਦਾ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਨਹੀਂ ਜਾ ਸਕਦਾ, ਅਸੈਂਬਲੀਆਂ ਦੇ ਵਿੱਚ ਨਹੀਂ ਜਾ ਸਕਦਾ ਜੀ। ਫਿਰ ਤੁਹਾਡੇ ਯਾਦ ਹੋਣਾ ਹੈ ਕਿ ਉਦੋਂ ਲਾਲੂ ਪ੍ਰਸਾਦ ਯਾਦਵ ਨੂੰ ਇੱਕ ਕੇਸ ਦੇ ਵਿੱਚ ਕੈਦ ਹੋ ਗਈ ਸੀ ਤੇ ਲਾਲੂ ਪ੍ਰਸਾਦ ਯਾਦਵ ਦੀ ਮੈਂਬਰੀ ਵੀ ਖਤਰੇ 'ਚ ਪੈ ਗਈ ਸੀ ਜੀ। ਉਸ ਵੇਲੇ UPA ਦੀ ਸਰਕਾਰ ਸੀ, ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦਾ ਸੀ ਤੇ ਇੱਕ ਫਿਰ ਆਪਣਾ ਆਰਡੀਨੈਂਸ ਜਾਰੀ ਕੀਤਾ ਗਿਆ ਸੀ ਕਿ ਜਿਹੜਾ ਉਹ ਕਾਨੂੰਨ ਆ ਉਸ ਕਾਨੂੰਨ ਨੂੰ ਬਦਲ ਕੇ ਇਹਨਾਂ ਲੋਕਾਂ ਨੂੰ ਜਿਹਦੀ ਇੰਨੀ ਸਜ਼ਾ ਹੋਈ ਹੋਵੇ ਉਹਨੂੰ ਚੋਣ ਲੜਨ ਦੀ, ਉਹਨੂੰ ਮੈਂਬਰ ਰਹਿਣ ਦੀ ਹਕੂਕ ਦਿੱਤਾ ਜਾਵੇ ਜੀ। ਇਹ ਮਾਮਲਾ ਜਦੋਂ ਆਇਆ ਸੀ ਤਾਂ ਤੁਹਾਡੇ ਯਾਦ ਹੋਣਾ ਉਦੋਂ ਡਾਕਟਰ ਮਨਮੋਹਨ ਸਿੰਘ ਅਮਰੀਕਾ 'ਚ ਗਿਆ ਸੀ ਜੀ। ਉਹਦੀ ਗੈਰ ਮੌਜੂਦਗੀ ਦੇ ਵਿੱਚ ਰਾਹੁਲ ਗਾਂਧੀ ਨੇ ਉਸ ਆਰਡੀਨੈਂਸ ਦੀ ਕਾਪੀ ਨੂੰ ਫਾੜਤਾ ਸੀ ਕਿ ਮੈਨੂੰ ਇਹ ਪ੍ਰਵਾਹ ਨਹੀਂ। ਉਹਦੀ ਵੀ ਨੁਕਤਾਚੀਨੀ ਕਾਫੀ ਹੋਈ ਸੀ ਕਿ ਪ੍ਰਾਈਮ ਮਿਨਿਸਟਰ ਨੇ ਜਿਹੜਾ ਇਹ ਆਰਡੀਨੈਂਸ ਜਾਰੀ ਕੀਤਾ ਉਹਨੇ ਆਪਦੀ ਮਰਜ਼ੀ ਨਾਲ ਤਾਂ ਕੀਤਾ ਨਹੀਂ ਜੀ, ਉਹਨੇ ਕਾਂਗਰਸ ਪਾਰਟੀ ਦੇ ਕਹਿਣ ਤੇ ਕੀਤਾ ਤੇ ਕਾਂਗਰਸ ਪਾਰਟੀ ਦੀ ਸਰਵਾ ਤਾਂ ਉਦੋਂ ਰਾਹੁਲ ਗਾਂਧੀ ਦੀ ਮਾਂ ਸੀ ਜੀ ਕਿ ਉਹ ਭਲੇ ਬੰਦੇ ਨੂੰ ਜਲੀਲ ਕਿਉਂ ਕੀਤਾ ਗਿਆ। ਸੋ ਮਾਮਲਾ ਜਿਵੇਂ ਇਹਨਾਂ ਨੇ ਕਿਹਾ, ਭਾਈ ਸਾਹਿਬ ਨੇ ਕਿਹਾ, ਅਸਲ ਦੇ ਵਿੱਚ ਇੱਥੇ ਰੌਲਾ ਇਹ ਹੈ ਕਿ ਇੱਥੇ ਕੱਲਾ ਮਤਲਬ ਹੈ ਜਿਹੜੀ ਹੈਗੀ ਹੈ ਦਾਲ ਦੇ ਵਿੱਚ ਇੱਕ ਅੱਧਾ ਦਾਣਾ ਨਹੀਂ ਕਾਲਾ, ਸਾਰੀ ਦਾਲ ਹੀ ਕਾਲੀ ਹੈ। ਟੋਟਲ ਦਾਲ ਦੀ ਦਾਲ ਕਾਲੀ ਹੈ। ਜਿੰਨੀ ਦੇਰ ਤੱਕ ਇਸ ਸਿਸਟਮ ਨੂੰ ਭੰਨ ਤੋੜ ਕੇ ਇਹਦੀ ਥਾਂ ਤੇ ਨਵਾਂ ਸਿਸਟਮ ਅਸੀਂ ਨਹੀਂ ਬਣਾਵਾਂਗੇ ਉਨੀ ਦੇਰ ਇਹੀ ਚੱਲੂ। ਜਿਵੇਂ ਇਹਨਾਂ ਨੇ ਸੁਝਾਅ ਦਿੱਤਾ ਸੀਗਾ ਜੀ ਇੱਥੇ ਗਵਰਨਰੀ ਰਾਜ ਲਾ ਦਿਓ, ਗਵਰਨਰੀ ਰਾਜ ਲਾ ਕੇ ਮੈਂ ਕਹਿੰਦਾ ਭਾਵੇਂ ਮਿਲਟਰੀ ਰਾਜ ਲਾ ਦਿਓ। ਹੁਣ ਮਿਲਟਰੀ ਰਾਜ ਵੀ ਜਿਵੇਂ ਅੱਗੇ ਕਹਿੰਦੇ ਤੁਸੀਂ ਮਿਲਟਰੀ ਰਾਜ ਦੂਜਿਆਂ ਨਾਲ ਚੰਗਾ ਹੁੰਦਾ ਸੀ, ਆ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਸਾਡੇ ਜਰਨੈਲ ਤਾਂ ਸਿਆਸੀ ਬਿਆਨ ਦੇਣ ਲੱਗੇ। ਕੋਈ ਜ਼ਮਾਨਾ ਹੁੰਦਾ ਸੀ ਤਿੰਨਾਂ ਜਰਨੈਲਾਂ ਨੂੰ ਜਿਹੜਾ ਹਵਾਈ ਫੌਜ ਦਾ, ਪੈਦਲ ਫੌਜ ਦਾ, ਨੇਵੀ ਦਾ, ਇਹਨਾਂ ਨੂੰ ਇਕੱਠਿਆਂ ਨਹੀਂ ਹੋਣ ਦਿੱਤਾ ਜਾਂਦਾ ਸੀ ਕਿ ਕੋਈ ਰਾਏ ਮਸ਼ਵਰਾ ਕਰ ਲੈਣ। ਹੁਣ ਤਾਂ ਇਹਨਾਂ ਨੇ ਚੀਫ ਆਫ ਡਿਫੈਂਸ ਸਟਾਫ ਲਾ ਦਿੱਤਾ, ਇੱਕੋ ਹੀ ਬੰਦਾ ਲਾ ਦਿੱਤਾ ਔਰ ਉਹ ਬੰਦਾ ਪੋਲੀਟੀਕਲ ਬਿਆਨ ਦੇ ਰਿਹਾ। ਉਹ ਜਦੋਂ ਆਰਮੀ ਚੀਫ ਹੁੰਦਾ ਸੀ ਉਸ ਵੇਲੇ ਵੀ ਬਿਆਨ ਦਿੰਦਾ ਸੀ ਤੇ ਅੱਜ ਵੀ ਬਿਆਨ ਦਿੰਦਾ। ਜੇ ਆਰਮੀ ਨੂੰ ਰਾਜ ਕਰਨ ਦਾ ਚਸਕਾ ਪੈ ਗਿਆ ਤਾਂ ਮੇਰਾ ਖਿਆਲ ਹੈ ਉਹ ਇਹਨਾਂ ਨਾਲ ਵੀ ਬਾੜੇ ਹੋ ਗਈ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਇਹਦਾ ਸਾਰਾ ਢਾਹ ਕੇ ਨਵਾਂ ਬਣਾਉਣ ਵਾਲਾ ਹੈ। ਇਸ ਵੇਲੇ ਤਾਂ ਕੋਈ ਚੀਜ਼ ਇਹੀ ਨਹੀਂ ਦੀਦੀ ਜਿਹਦੇ ਅਸੀਂ ਵਿਸ਼ਵਾਸ ਕਰ ਲਈਏ, ਕੋਈ ਲੀਡਰ ਨਹੀਂ ਦੀਦਾ ਹੈ ਜਾਂ ਕੋਈ ਪਾਰਟੀ ਨਹੀਂ ਦੀਦੀ ਜਿਹਦੇ ਅਸੀਂ ਵਿਸ਼ਵਾਸ ਕਰ ਸਕੀਏ। ਹਾਂ ਬਿਲਕੁਲ ਜੀ, ਆਪਾਂ ਕਾਲ ਲੈਨੇ ਹਾਂ। ਹਾਂਜੀ 0190 ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ ਬਿਲਕੁਲ ਸਾਹਿਬ, ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਜਿਹੜੀ ਗੱਲ ਸੱਜਣ ਕੁਮਾਰ ਦੀ ਹੋਈ, ਦੇਖੋ ਠੀਕ ਹੈ, ਇਹਨੂੰ ਬੇਲ ਨਹੀਂ ਮਿਲੀ, ਬਹੁਤ ਵਧੀਆ ਜੀ, ਬੇਲ ਮਿਲਣੀ ਵੀ ਨਹੀਂ ਚਾਹੀਦੀ ਇਹਨਾਂ ਨੂੰ। ਤੇ ਇਹਦੇ ਨਾਲ ਹੀ ਤੁਸੀਂ ਗੱਲ ਕਰਕੇ ਗਏ ਉਹਦੀ ਮਨੂ ਸ਼ਰਮਾ ਦੀ, ਵੀ ਉਹਦੀ 20 ਸਾਲ ਦੀ ਹੁਣ ਕੈਦ ਪੂਰੀ ਹੋ ਗਈ ਤਾਂ ਉਹਨੂੰ ਛੱਡਿਆ ਜਾ ਰਿਹਾ। ਤੇ ਜਿਹੜੇ ਸਿੱਖ ਬੰਦੀ ਇੰਨੇ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਹੈ ਉਹਨਾਂ ਬਾਰੇ ਤਾਂ ਕੁਝ ਨਹੀਂ ਸੋਚ ਰਹੇ ਨੇ। ਕਿਹੜਾ ਬੋਰਡ ਹੈ ਇਹਦੇ ਲਈ? ਤਾਂ ਬੋਰਡ ਵੀ ਬਣ ਗਿਆ, ਜਿਹਨੇ ਬੋਰਡ ਨੇ 20 ਸਾਲ ਦੀ ਸਜ਼ਾ ਪੂਰੀ ਹੋ ਗਈ ਤਾਂ ਹੁਣ ਛੱਡ ਦਿਓ। ਤੇ ਜਿਹੜੇ ਸਿੱਖ ਬੰਦੀਆਂ ਬਾਰੇ ਕੋਈ ਨਹੀਂ ਬੋਰਡ ਬਣਦਾ ਪਿਆ ਜਾਂ ਕੋਈ ਗੱਲ ਨਹੀਂ ਚੁੱਕ ਰਿਹਾ। ਇਹਦੇ ਚ ਕੀ ਅੰਧੇਰਗਰਦੀ ਹੋ ਰਹੀ ਹੈ? ਜਿਨ੍ਹਾਂ ਲੋਕਾਂ ਨੇ ਆਪਣੀ ਸਜ਼ਾ ਹੀ ਪੂਰੀਆਂ ਕਰ ਲਈਆਂ ਅਜੇ ਤੱਕ ਵੀ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤੇ ਇਹਦੇ ਬਾਰੇ ਵੀ ਕੁਝ ਹੋਣਾ ਚਾਹੀਦਾ। ਬਾਕੀ ਜਿਹੜੀ ਐਕਸਾਈਜ਼ ਪਾਲਿਸੀ ਦੀ ਗੱਲ ਕੀਤੀ,
ਹਾਂਜੀ ਢਿੱਲੋਂ ਸਾਹਿਬ ਪਰਸੋਂ ਆਪਾਂ ਤਾਂ ਕਹਿ ਦਿੱਤਾ ਸੀ, ਮੈਂ ਕਿਹਾ ਇਹ ਜਿਹੜੀ ਲੋਕਾਂ ਨੂੰ ਦੱਸ ਰਹੇ ਵੀ ਹੋਮ ਡਿਲੀਵਰੀ ਦੇ ਉੱਪਰ ਇਹਨਾਂ ਦਾ ਆਪਸ ਵਿੱਚ ਝਗੜਾ ਪਿਆ, ਇਹ ਹੋਮ ਡਿਲੀਵਰੀ ਦੀ ਇਹਨਾਂ ਅੰਦਰੋਂ ਕੋਈ ਗੱਲ ਹੋ ਰਹੀ ਹੈ। ਉਹੀ ਗੱਲਾਂ ਤੁਸੀਂ ਅੱਜ ਦੱਸਤੀਆਂ, ਕਲੀਅਰ ਕਰੀ ਦਿੱਤੀਆਂ ਨੇ ਵੀ ਇਹਨਾਂ ਦਾ ਆਪਸ ਦੇ ਵਿੱਚ ਹੈ। ਇਹ ਪਹਿਲੀ ਵਾਰੀ ਹੋਈ ਲੋਕੀ ਸ਼ਰਾਬ ਪੀ ਕੇ ਲੜਦੇ, ਇਹ ਤਾਂ ਸ਼ਰਾਬ ਦੀ ਪਾਲਿਸੀ ਦੇ ਆਪਸ ਲੜ ਪਏ ਨੇ, ਕਿਉਂਕਿ ਇਹਨਾਂ ਦੇ ਸਭ ਦੇ ਆਪਣੇ ਹਿੱਤ ਜੁੜੇ ਸੀ, ਇਸ ਕਰਕੇ ਹੀ ਹੋ ਰਹੇ ਨੇ। ਬਾਕੀ ਜਿਹੜੀ ਗੱਲ ਤੁਸੀਂ ਉਹਦੀ ਕਠੂਏ ਵਾਲੇ ਰੇਪ ਦੀ ਵਿਕਟਮ ਦੀ ਗੱਲ ਕਰ ਰਹੇ ਹੋ, ਦੇਖੋ ਜਿਸ ਐਡਵੋਕੇਟ ਸਾਹਿਬਾ ਨੇ ਉਹਦਾ ਕੇਸ ਲੜਿਆ ਸੀ, ਹੱਥ 'ਚ ਲਿਆ ਸੀ, ਉਹਦੀ ਬੜੀ ਵਾਹਵਾ ਹੋਈ ਸੀ ਤੇ ਇੱਥੇ ਵੀ ਆਈ ਸੀ ਕੈਨੇਡਾ 'ਚ, ਵੈਨਕੂਵਰ ਦੇ ਵਿੱਚ ਆ ਕੇ ਉਹਨੂੰ ਅਵਾਰਡ ਅਵੂਰਡ ਵੀ ਮਿਲੇ, ਲੋਕਾਂ ਨੇ ਪੈਸੇ ਵੀ ਬੜੇ ਭੇਜੇ ਨੇ। ਮੈਂ ਕਿਹਾ 25-30 ਲੱਖ ਤੋਂ ਉੱਪਰ ਹੀ ਗਿਆ ਰੁਪਈਆ ਉੱਥੇ ਪਿਆ। ਪਰ ਜਦੋਂ ਕੇਸ ਜੰਮੂ ਤੋਂ ਪਠਾਨਕੋਟ ਸ਼ਿਫਟ ਹੁੰਦਾ ਹੈ ਤਾਂ ਉਹ ਐਡਵੋਕੇਟ ਸਾਹਿਬ ਕਹਿੰਦੀ ਮੈਂ ਤਾਂ ਜਾਵਾਂਗੀ ਪਠਾਨਕੋਟ ਕੇਸ ਲੜਨ ਲਈ ਇਸ ਬੱਚੀ ਦਾ, ਕਿਉਂਕਿ ਕਹਿੰਦੀ ਮੇਰੇ ਆਪਣੇ ਇੰਟਰਸਟ ਹੈ, ਮੈਂ ਇੱਥੇ ਪ੍ਰੈਕਟਿਸ ਕਰਦੀ ਜੰਮੂ, ਮੇਰਾ ਇੱਥੇ ਕੰਮ ਸਫਰ ਹੋਏਗਾ, ਮੇਰੇ ਆਪਣੇ ਬੱਚੇ ਹੈਗੇ, ਮੈਂ ਉਹਨਾਂ ਦੀ ਵੀ ਟੇਕ ਕੇਅਰ ਕਰਨੀ, ਮੈਂ ਜੰਮੂ ਤੋਂ ਪਠਾਨਕੋਟ ਕਿੱਦਾਂ ਜਾਵਾਂਗੀ। ਪਤਾ ਨਹੀਂ ਉਸ ਬੀਬੀ ਦਾ ਉਹ ਆ ਗਈ ਸੀ ਇੰਡੀਆ ਤੋਂ ਵੀ ਚੱਲ ਕੇ ਵੈਨਕੂਵਰ ਆ ਕੇ ਅਵਾਰਡ ਵੀ ਲੈ ਗਈ ਤੇ ਪੈਸੇ ਵੀ ਬਥੇਰੇ ਮਿਲੇ। ਤੇ ਇਸ ਕਰਕੇ ਇਹ ਰਾਜਨੀਤਿਕ ਲੋਕ ਹੋਣ ਜਾਂ ਪੋਲੀਟੀਕਨ ਹੋਣ, ਕੁਝ ਲੋਕ ਆਪਣੇ ਹਿਸਾਬ ਨਾਲ ਜੀ ਸਮਝ ਨਹੀਂ ਆਉਂਦਾ, ਕਿੱਧਰ ਨੂੰ ਚਲ ਜਾਂਦੇ ਨੇ, ਕਿੱਧਰ ਨੂੰ ਹੋ ਜਾਂਦੇ ਨੇ। ਤੇ ਜੇਕਰ ਟਾਈਮ ਹੋਵੇ ਤਾਂ 1 ਮਿੰਟ ਉਹ ਫਾਈਨੈਂਸ਼ੀਅਲ ਪੈਕੇਜ ਦੇ ਵਿੱਚ ਦੱਸ ਦੇਵਾਂ ਜੀ। ਹਾਂਜੀ, ਜਿਹੜਾ ਹਾਂਜੀ ਜਿਹੜਾ ਮੋਦੀ ਸਾਹਿਬ ਨੇ ਕੱਲ ਫਾਈਨੈਂਸ਼ੀਅਲ ਪੈਕੇਜ ਦਾ ਕਿਹਾ, ਅੱਜ ਉਹਨੇ ਜਿਹੜੀ ਫਾਈਨੈਂਸ ਮਿਨਿਸਟਰ ਸੀਤਾਰਮਨ ਨੇ ਦੱਸਤਾ, ਮੇਰਾ ਤਾਂ ਸਿਰ ਹੀ ਦੁਖਣ ਲੱਗ ਪਿਆ ਜੀ ਜਰਾ ਉਹ ਬੋਲ ਰਹੀ ਸੀ। ਕੋਈ ਉਹਦੇ ਚ ਮੈਨੂੰ ਤਾਂ ਲੱਭਿਆ ਨਹੀਂ ਕੋਈ ਕੰਮ ਦੀ ਗੱਲ ਜਿਹੜੀ ਲੋਕਾਂ ਦੇ ਭਲੇ ਦੀ ਹੋਵੇ। ਇੱਕੋ ਹੀ ਗੱਲ ਲੱਗੀ ਵੀ ਜਿਹੜੀ 24% ਉਹਨੇ ਕਿਹਾ EPF ਦੇ ਵਿੱਚ ਜਿਹੜਾ ਸੈਲਰੀ EMPLOYEES ਹੈ ਜਿਹੜੇ 15,000 ਤੋਂ ਘੱਟ ਲੈ ਰਹੇ ਉਹਨਾਂ ਦੇ ਖਾਤੇ 'ਚ ਜਾਏਗਾ 24% ਜੀ। 3 ਮਹੀਨੇ ਟੋਟਲ 72% ਚੱਲ ਜਾਏਗਾ। ਕਹਿਣ ਦਾ ਮੈਂ 15,000 ਰੁਪਏ ਦਾ 72% ਲਗਾ ਲਓ 10,000 ਰੁਪਇਆ ਹੋ ਜਾਏਗਾ, ਹੋ ਜਾਏਗਾ। ਇਹ ਕੰਮ ਵਧੀਆ ਲੱਗਿਆ। ਬਾਕੀ ਜਿਹੜਾ ਉਹਨੇ ਕਿਹਾ MBFC ਯਾਨੀ ਨੌਨ ਬੈਂਕਿੰਗ ਜਿਹੜੀਆਂ ਫਾਈਨੈਂਸ਼ੀਅਲ ਹੈ ਉਹਨਾਂ ਨੂੰ ਪੈਸੇ ਦਿੱਤੇ ਜਾਣਗੇ 30,000 ਰੁਪਇਆ ਕਰੋੜ। ਬਈ ਇਹ ਜਿਹੜੀਆਂ ਨੌਨ ਫਾਈਨੈਂਸ਼ੀਅਲ ਬੈਂਕਿੰਗ ਹੈਗੀਆਂ ਨੇ ਇਹ ਕੀ ਕਰਦੀਆਂ ਨੇ, ਇਹ ਗਰੀਬ ਮਜ਼ਦੂਰ ਲੋਕਾਂ ਨੂੰ ਛੋਟੇ ਛੋਟੇ ਲੋਨ ਬਣਦੀਆਂ ਨੇ ਔਰ ਉਹਨਾਂ ਦਾ ਰੇਟ ਲਾਉਂਦੀ ਆ 30% ਤੋਂ ਲੈ ਕੇ 40%। ਫਿਰ ਉਹਨਾਂ ਨੂੰ ਇਹ ਮਾਰ ਕੁਟਾਈ ਵੀ ਕਰਦੇ ਨੇ ਜੇ ਤਾਂ ਕੋਈ ਪੈਸਾ ਨਹੀਂ ਦੇ ਪਾਉਂਦਾ ਟਾਈਮ ਸਿਰ, ਤੇ ਇਹ ਤਾਂ ਉਹਨਾਂ ਨੂੰ ਦੇਤਾ ਲਾਇਸੈਂਸ ਵੀ ਅੱਗੋਂ ਤੁਸੀਂ ਪੈਸੇ ਵੰਡੀ ਚਲੋ 30-40% ਵਿਆਜ ਦੇ ਉੱਤੇ ਤੇ ਲੋਕਾਂ ਨਾਲ ਧੱਕੇ ਕਰੋ। ਇਹਨਾਂ ਨੂੰ ਪੈਸਾ ਦੇਣ ਦਾ ਕੀ ਫਾਇਦਾ ਸੀ। ਦੂਜੀ ਉਹਨਾਂ ਨੇ ਕਹਿਤਾ ਜੀ ਜਿਹੜੇ ਡਿਫਾਲਟਰ ਹੋ ਗਏ ਜਾਨੀ NPA ਹੋ ਗਏ ਨੇ ਖਾਤੇ, ਉਹ ਵੀ ਹੁਣ ਗਵਰਨਮੈਂਟ ਦੇ ਕੋਲੋਂ ਲੋਨ ਲੈ ਸਕਦੇ ਨੇ। ਵਾਹ ਜੀ ਵਾਹ, ਬੜੀ ਵਧੀਆ ਗੱਲ ਕੀਤੀ। ਜਿਹੜੇ ਲੋਕਾਂ ਨੇ ਪਹਿਲੇ ਹੀ ਡਿਫਾਲਟ ਹੋ ਗਏ ਨੇ ਸਾਰਾ ਕੁਝ ਜਾਣਦੇ ਨੇ ਬੈਂਕਾਂ ਤੋਂ ਲੋਨ ਕਿੱਦਾਂ ਲੈਣਾ, ਉਹ ਤਾਂ ਲੋਕਾਂ ਦੀ ਤਾਂ ਲਾਟਰੀ ਖੁੱਲ ਗਈ। ਉਹਦਾ ਡਿਫਾਲਟਰ ਜਿਹੜੇ NPA ਹੋਏ ਨੇ ਉਹਨਾਂ ਨੂੰ ਸਾਰੇ ਪਤਾ ਦਾ ਵੀ ਕਿਸ ਤਰ੍ਹਾਂ ਬੈਂਕਾਂ ਨੂੰ ਮੈਨੇਜਰਾਂ ਨੂੰ ਸੈੱਟ ਕਰਕੇ ਜਾਂ ਬੈਂਕਾਂ ਨੂੰ ਸੈੱਟ ਕਰਕੇ ਅਸੀਂ ਪੈਸੇ ਲੈਣੇ ਨੇ, ਉਹਨਾਂ ਦੇ ਪੈਸੇ ਫਿਰ ਲੈ ਲੈਣੇ ਨੇ। ਕਹਿਣ ਦਾ ਮਤਲਬ ਜੋ ਪੈਸਾ ਆਏਗਾ ਉਹ ਵੱਡੇ ਵੱਡੇ ਲੋਕਾਂ ਕੋਲ ਚਲ ਜਾਏਗਾ, ਜਿਨ੍ਹਾਂ ਨੇ ਲੁੱਟਣਾ ਲੁੱਟ ਜਾਏਗਾ। ਆਮ ਜਨਤਾ ਨੂੰ ਮੈਨੂੰ ਨਹੀਂ ਲੱਗਦਾ ਕੁਝ ਹੋਏਗਾ ਫਾਇਦਾ, ਕੋਈ ਮੈਨੂੰ ਨਹੀਂ ਦਿਸਦਾ ਉੱਥੇ ਹੋ। ਥੈਂਕ ਯੂ ਜੀ, ਧੰਨਵਾਦ ਜੀ। ਬੜੇ ਵਧੀਆ ਵਿਚਾਰ ਆ ਢਿੱਲੋਂ ਸਾਹਿਬ। ਆਪਣੇ ਨਾਲ WhatsApp ਤੇ ਵੀਰ ਜੁੜੇ ਜੀ ਇੰਡੀਆ ਤੋਂ ਵੀ ਕਾਲ ਲੈ ਲਈਏ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ ਜੀ। ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਵਾਗਤ ਆ ਜੀ। ਭਾਈ ਜਿਹੜੀ ਦਾਗੀ ਬੰਦਿਆਂ ਦੀ ਗੱਲ ਚੱਲੀ ਹੈ ਨਾ, ਇਹ ਕੋਈ ਮਜਬੂਰੀ ਨਹੀਂ ਸਰਕਾਰਾਂ ਦੀ ਜਾਂ ਲੀਡਰਾਂ ਦੀ ਉਹਨਾਂ ਨੂੰ ਪਾਉਣ ਦੀ, ਪਰ ਇਹ ਜਾਣ ਬੁੱਝ ਕੇ ਪਾਉਂਦੇ ਆ ਵੀ ਕੱਲ ਨੂੰ ਜੇ ਕਿਸੇ ਬੰਦੇ ਅੰਦਰ ਦੇਸ਼ ਭਗਤੀ ਜਾਗੇ ਜਾਂ ਸੀਟ ਲੈਣ ਨੂੰ ਰੌਲਾ ਪਾਵੇ ਤਾਂ ਉਹਨੂੰ ਚੁੱਪ ਕਰਾ ਜਾ ਸਕੇ ਵੀ ਉੱਥੇ ਪਰਚੇ ਆ, ਦਾਗੀ ਆ ਬੰਦਾ ਜੀ। ਇਹਦੀ ਧਾਰਨ ਸਾਡੇ ਲੰਮੀ ਹਲਕੇ ਦੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਦਿਆਲ ਸਿੰਘ ਆ, ਸਿਰੇ ਦਾ ਡਿਫਾਲਟਰ ਬੰਦਾ, ਬਲੈਕ ਕਰਦਾ ਲੋਕਾਂ ਦੇ ਥਾਂ, ਸਾਰੇ ਪਰਚੇ ਉਹਦੇ ਤੇ ਆ। ਉਹਨਾਂ ਨੂੰ ਆਪ ਇਹਨਾਂ ਨੇ ਜਾਣ ਬੁੱਝ ਕੇ ਅੱਗੇ ਕਰਕੇ ਬਣਾਇਆ। ਉਹੀ ਨਾਲ ਮੁਕਤਸਰ ਵਾਲੇ ਕਰਬਚਨੇ ਦਾ, ਕੋਟਕਪੂਰੇ ਤੋਂ ਆ ਵੀ ਜਾਣੀ ਕਿ ਵੀ ਉਹ ਜਥੇਦਾਰ ਨੇ ਜੇਲ੍ਹ ਚ ਰਵੇ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਜੇ ਕੋਈ ਸਹੀ ਸਿੱਖ ਹੋਊਗਾ ਤਾਂ ਉਹ ਰੌਲਾ ਪਾਊ ਜੀ। ਇਹ ਦਾਗੀ ਬੰਦੇ ਤਾਂ ਵਾੜਦੇ ਆ, ਹੋਰ ਇਹਨਾਂ ਦੀ ਕੋਈ ਮਜਬੂਰੀ ਨਹੀਂ ਜੀ। ਧੰਨਵਾਦ ਜੀ। ਧੰਨਵਾਦ। ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਇੱਕ ਨਾਲ ਹੀ ਸਵਾਲ ਆ ਵੀਰ ਦਾ ਜੀ ਫੇਸਬੁੱਕ ਤੇ ਹੈਰੀ ਰੰਧਾਵਾ ਦਾ, ਕਹਿੰਦੇ ਜਿਹੜਾ 20 ਲੱਖ ਕਰੋੜ ਆਇਆ ਪੰਜਾਬ ਨੂੰ ਕਿੰਨਾ ਹਿੱਸਾ ਮਿਲਣਾ ਜੀ, ਵਿੱਚੋਂ ਕੀ ਮਿਲਣਾ? ਦੇਖੋ ਜੀ, ਮੈਂ ਅਜੇ ਤੱਕ ਅਖਬਾਰ ਨਹੀਂ ਪੜ੍ਹੇ, ਬਿਰਗਾ ਸਾਹਿਬ ਨੇ ਮੇਰਾ ਖਿਆਲ ਸਾਰਾ ਕੁਝ ਸੁਣ ਲਿਆ। ਬੀਬੀ ਸੀਤਾਰਮਨ ਦਾ ਵੀ ਉਹ ਕੀ ਕੁਝ ਬੋਲ ਕੇ ਗਈ ਹੈ, ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਦਾ ਸਾਰਾ ਕੁਝ ਆਪਾਂ ਬੈਠ ਕੇ ਸੁਣੀਏ। ਇਹਦਾ ਅਖਬਾਰਾਂ ਤੋਂ ਅੰਦਾਜ਼ਾ ਲਾਉਣੇ ਆ। ਮੇਰਾ ਕਹਿਣਾ ਵੀ ਪੰਜਾਬ ਦੇ ਤਾਂ ਹਿੱਸੇ ਦੇ ਵਿੱਚ ਠੰਡ ਕਪਾ ਲਈ ਆਇਆ ਹੁਣ, ਕਿਉਂਕਿ ਪੰਜਾਬ ਦੇ ਵਿੱਚ ਸਰਕਾਰ ਹੈ ਜਿਹੜੀ ਉਹ ਕਾਂਗਰਸ ਪਾਰਟੀ ਦੀ ਹੈ, ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ, ਤੇ ਉਹਨਾਂ ਨੂੰ ਤੁਹਾਨੂੰ ਪਤਾ ਵੀ ਇਉਂ ਲੱਗਦਾ ਹੁੰਦਾ ਜਿਵੇਂ ਮਤਲਬ ਦੂਜੀ ਪਾਰਟੀ ਦੀ ਤੇ ਸਰਕਾਰ ਹੋਵੇ ਵੀ ਤਾਂ ਕਰੋਨਾ ਵਾਇਰਸ ਹੈ। ਕਰੋਨਾ ਵਾਇਰਸ ਦਾ
ਬਹਾਨਾ ਲਾ ਕੇ ਜਿਹੜੀ ਸਜ਼ਾ ਮਿਲੀ ਉਹ ਪੰਜਾਬ ਦੇ ਲੋਕਾਂ ਨੂੰ ਮਿਲੀ ਹੈ ਤਾਂ ਆਪਾਂ ਦੇਖਦੇ ਹਾਂ। ਵੱਧ ਤੋਂ ਵੱਧ ਮੇਰਾ ਖਿਆਲ ਹੈ ਸ਼ਾਇਦ ਜਿਹੜੀ ਪਾਵਰ ਕੌਮ ਹੈ ਬਿਜਲੀ ਮਹਿਕਮੇ ਨੂੰ ਕੁਝ ਰਾਹਤ ਮਿਲ ਗਈ ਹੋਵੇ। ਮੇਰੇ ਖਿਆਲ ਹੈ ਜਿਹੜੇ ਆਪਾਂ ਤੋਂ ਪਹਿਲਾਂ ਤੁਸੀਂ ਸਵਾਲ ਦੀ ਗੱਲ ਕੀਤੀ ਹੈ, ਧਾਲੀਵਾਲ ਸਾਹਿਬ ਬੋਲ ਕੇ ਗਏ ਆ ਮੋਹਾਲੀ ਤੋਂ, ਲੰਬੀ ਹਲਕੇ ਨੂੰ ਬਿਲੋਂਗ ਕਰਦੇ ਆ। ਵਾਕਈ ਇਹਨਾਂ ਨੇ ਜਿਹੜੀ ਗੱਲ ਕਹੀ ਹੈ ਬਹੁਤ ਵੱਡੀ ਗੱਲ ਹੈ। ਪੋਲੀਟੀਕਲ ਸਿਸਟਮ ਦੀ, ਧਾਰਮਿਕ ਸਿਸਟਮ ਦੀ ਇਸ ਵੇਲੇ ਲੋੜ ਹੈ ਕਿ ਭਲਾ ਮਾਨਸ ਬੰਦਾ ਰਾਜਨੀਤੀ 'ਚ ਨਾ ਆ ਜੇ, ਭਲਾ ਮਾਨਸ ਬੰਦਾ ਜਿਹੜੀ ਦੂਜੀ ਤੁਹਾਡੀ ਧਾਰਮਿਕ ਅਦਾਰਿਆਂ ਦੀਆਂ ਚੋਣਾਂ ਦੇ ਵਿੱਚ ਨਾ ਚਲਾ ਜਾਵੇ। ਜੇ ਉਹ ਚੋਣਾਂ 'ਚ ਚਲਾ ਗਿਆ, ਧਾਰਮਿਕ ਅਦਾਰਿਆਂ ਦੀਆਂ ਕਮੇਟੀਆਂ ਚਲੇ ਗਏ, ਜੇ ਰਾਜਨੀਤੀ 'ਚ ਆ ਗਏ ਤਾਂ ਉਹ ਅੱਗੇ ਨੂੰ ਚੰਗਾ ਸੋਚਣਗੇ। ਇਹ ਤਾਂ ਬਿਲਕੁਲ ਜਿਹੜਾ ਹੈਗਾ ਸਾਰੇ ਦਾ ਸਾਰਾ ਜਿਹੜਾ ਹੈਗਾ ਸਿਸਟਮ ਹੈ ਉਹਨੂੰ ਗੰਧਲਾ ਕਰਕੇ ਆਪਣੇ ਜਿਹੜੇ ਹੈਗੇ ਜਿਹੜੇ ਇਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਨਾ ਦੇਖ ਸਕਣ, ਉਹਨਾਂ ਦੇ ਬਾਰੇ ਹੈ। ਮੈਂ ਜੋ ਇਹਨਾਂ ਨੇ ਜਥੇਦਾਰ ਕੋਲਿਆਂ ਵਾਲੀ ਬਾਰੇ ਗੱਲ ਕੀਤੀ ਹੈ, ਮੈਂ ਦੱਸਣੀ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਥੇਦਾਰ ਕੋਲਿਆਂ ਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਉਹਨਾਂ ਦੇ ਖਿਲਾਫ ਮਲੋਟ ਦੀ ਜਿਹੜੀ ਲੈਂਡਮਾਰਕ ਬੈਂਕ ਹੈ ਉਹਦਾ ਕਾਫੀ ਸਾਰਾ ਪੈਸਾ ਲਗਭਗ 1 ਕਰੋੜ ਰੁਪਈਆ ਤਾਂ ਉਹ ਵਾਕੀਦਾਰ ਸੀ। ਉਹਦੇ ਵਾਸਤੇ ਐਕਸਰਸਾਈਜ਼ ਸ਼ੁਰੂ ਹੋ ਗਈ, ਕਹਾਂ ਤੋਂ ਖਿੱਚੇ ਅਫਸਰ, ਔਰ ਅਫਸਰਾਂ ਨੇ ਮਲੋਟ ਵਾਲੇ ਅਫਸਰਾਂ ਨੇ ਉੱਥੇ ਨਿਲਾਮੀ ਵਾਸਤੇ ਨੋਟਿਸ ਵਗੈਰਾ ਲਾਤਾ, ਮੁਨਾਦੀ ਵੀ ਕਰਤੀ। ਤੇ ਫਿਰ ਅਚਨਚੇਤ ਇਹ ਮੈਨੂੰ ਜੇਲ੍ਹ ਤੇ ਜਿਹੜਾ ਕੋਆਪਰੇਟਿਵ ਮੰਤਰੀ ਹੈ ਸੁਖਜਿੰਦਰ ਸਿੰਘ ਰੰਧਾਵਾ, ਉਹਦੇ ਆਫਿਸ ਤੋਂ ਗੱਲ ਮੇਰੇ ਕੋਲੇ ਆਉਂਦੀ ਹੈ। ਹੋਇਆ ਕੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਟੈਲੀਫੋਨ ਕਰਦੇ ਆ ਵਾਰੀ-ਵਾਰੀ, ਟੈਲੀਫੋਨ ਸੁਖਜਿੰਦਰ ਸਿੰਘ ਰੰਧਾਵਾ ਅਟੈਂਡ ਨਹੀਂ ਕਰਦਾ। ਬਾਅਦ ਦੇ ਵਿੱਚ ਉਸ ਮਹਿਕਮੇ ਦਾ ਜਿਹੜਾ ਸਭ ਤੋਂ ਵੱਡਾ ਅਫਸਰ ਹੈ ਉਹਨੂੰ ਫੋਨ ਕਰਦੇ ਆ, MD ਵਗੈਰਾ ਜਿਹੜਾ ਸੀ, ਕਿ ਕਾਕਾ ਜੀ ਗੱਲ ਸੁਣੋ, ਸਾਡਾ ਜਥੇਦਾਰ ਮੁਸੀਬਤ ਦੇ ਵਿੱਚ ਹੈ ਤੇ ਤੁਸੀਂ ਇਹ ਆ ਜਿਹੜਾ ਪ੍ਰੋਗਰਾਮ ਜਿਹਾ ਕਰ ਰਹੇ ਹੋ ਰਿਕਵਰੀ ਵਾਲਾ, ਇਹਨੂੰ ਮੁਲਤਵੀ ਕਰ ਦਿਓ, ਫੇਰ ਕਿਸੇ ਵੇਲੇ ਅਸੀਂ ਪੈਸੇ ਪੂਸੇ ਭਰਵਾ ਦਿਆਂਗੇ। ਉਹ ਕਹਿੰਦਾ ਜੀ ਮੇਰੇ ਦਾ ਵਾਸਤਾ ਰੋਕ ਨਹੀਂ, ਤੁਸੀਂ ਵਜ਼ੀਰ ਸਾਹਿਬ ਨਾਲ ਗੱਲ ਕਰਨੀ ਸੀ। ਉਹ ਕਹਿੰਦਾ ਭਾਈ ਤੇਰੇ ਵਜ਼ੀਰ ਨੂੰ ਵੀ ਮੈਂ ਟੈਲੀਫੋਨ ਕਰਦਾ, ਉਹ ਟੈਲੀਫੋਨ ਚੱਕਦਾ ਨਹੀਂ। ਉਹਦਾ ਜੀ ਰਹਿਣ ਦਿਓ, ਫਿਰ ਕਰਿਓ ਵੀ ਨਾ। ਬਾਦਲ ਸਾਹਿਬ ਕਹਿੰਦੇ ਕਿਉਂ, ਕੀ ਗੱਲ? ਉਹ ਕਹਿੰਦਾ ਜੀ ਸਾਡਾ ਵਜ਼ੀਰ ਜਿਹੜਾ ਹੈ ਨਾ ਅੱਧਾ ਪਾਗਲ ਜਿਹਾ ਤਾਂ ਗੱਲ ਪੈ ਜਾਂਦਾ, ਕਿਤੇ ਪੁੱਠਾ ਸਿੱਧਾ ਨਾ ਬੋਲਦੇ ਤੁਹਾਨੂੰ, ਤਾਂ ਜਾ ਕੇ ਕਿਤੇ ਉਹ ਰਿਕਵਰੀ ਹੋਈ ਹੈ। ਉਹਨਾਂ ਨੇ ਮਿਲ ਮਿਲਾ ਕੇ ਜੀ ਇਸ ਢੰਗ ਦੇ ਨਾਲ ਕੀਤੀ ਕਰਾਈ ਹੈ। ਤੁਸੀਂ ਇਹ ਦੇਖੋ ਲੋਕਾਂ ਦਾ ਪੈਸਾ, ਜਿਹੜੀਆਂ ਕੋਆਪਰੇਟਿਵ ਬੈਂਕਾਂ, ਲੈਂਡਮਾਰਕ ਬੈਂਕ ਹੈ, ਇਹ ਤਾਂ ਸਿੱਧੀਆਂ ਜ਼ਿਮੀਂਦਾਰਾਂ ਦੀਆਂ ਬੈਂਕ ਹੈ। ਇਹਨਾਂ ਬੈਂਕਾਂ ਦਾ ਪੈਸਾ ਜੇ ਲੁੱਟਿਆ ਜਾ ਰਿਹਾ, ਇੱਕ ਸਧਾਰਨ ਬੰਦਾ ਕਰੋੜ ਰੁਪਏ ਦਾ ਡਿਫਾਲਟਰ ਹੈ, ਜਿਹਨੇ ਰਾਜ ਭਾਗ ਮਾਣਿਆ ਹੋਵੇ, ਜਿਹਨੇ ਮੋਟੀਆਂ ਕਮਾਈਆਂ ਕੀਤੀਆਂ ਹੋਣ, ਜੇ ਉਸ ਬੰਦੇ ਨੂੰ ਬਚਾਉਣ ਵਾਸਤੇ ਸਾਬਕਾ ਮੁੱਖ ਮੰਤਰੀ ਜਿਹੜਾ 5 ਵਾਰੀ ਰਿਹਾ, ਜਿਹਨੂੰ ਫਖਰੇ ਕੌਮ ਦਾ ਅਵਾਰਡ ਮਿਲਿਆ ਵਾ, ਉਹ ਵਿਰੋਧੀ ਧਿਰ ਦੇ ਵਜ਼ੀਰ ਨੂੰ ਵੀ ਫੋਨ ਕਰਦਾ, ਵਿਰੋਧੀ ਧਿਰ ਦੀ ਸਰਕਾਰ ਹੁੰਦੇ ਅਫਸਰਾਂ ਨੂੰ ਵੀ ਫੋਨ ਕਰਦਾ ਹੈ। ਫਿਰ ਅਸੀਂ ਕਿੱਥੋਂ ਇਹ ਆਸ ਕਰ ਲਾਂਗੇ ਕਿ ਚਾਹੇ ਧਾਰਮਿਕ ਖੇਤਰ ਹੋਵੇ, ਚਾਹੇ ਪੋਲੀਟੀਕਲ ਖੇਤਰ ਹੋਵੇ, ਕਿ ਉੱਥੇ ਚੰਗੇ ਬੰਦਿਆਂ ਦੀ ਜਿਹੜੀ ਹੈ ਆਮਦ ਜਾਂ ਉਹਨਾਂ ਦੀ ਇੱਥੇ ਮੌਜੂਦਗੀ ਹੋ ਜੂਗੀ। ਜੀ ਬਿਲਕੁਲ ਜੀ, ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜੀ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ। ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਵਿਜ਼ਟਰ ਆਏ ਹੋ ਜਾਂ ਸਟੂਡੈਂਟ ਆਏ ਹੋ, ਇੱਕੋ ਸਮੇਂ 12 ਸਟੂਡੈਂਟਾਂ ਨੂੰ ਲੈਸਨ ਦਿੰਦੇ ਆ ਜੀ। ਇਹਨਾਂ ਤੁਸੀਂ ਕਾਲ ਕਰ ਸਕਦੇ ਹੋ ਭਾਈ ਕਰਨੈਲ ਸਿੰਘ ਨੂੰ 416 670 3173। ਤੁਹਾਡਾ ਟਰੱਕ ਟ੍ਰੇਲਰ ਕਿਤੇ ਖਰਾਬ ਹੋ ਗਿਆ ਨਾਰਥ ਅਮਰੀਕਾ ਦੇ ਵਿੱਚ, ਕਿੰਗ ਟੋਇੰਗ ਦਾ ਨਾਂ ਯਾਦ ਰੱਖੋ, ਸੁਖਿੰਡੇਸੀ ਨੂੰ 416 670 2222। ਤੁਸੀਂ ਕੋਈ ਫੈਕਟਰੀ ਲਾਉਣੀ ਹੈ ਜੀ ਜਾਂ ਕੋਈ ਗਰਾਜ ਖੋਲਣੀ ਹੈ, ਸਟੀਲ ਦਾ ਸਟਰਕਚਰ ਬਣਾਉਣਾ, ਤੇ ਅਕਾਲ ਸਟੀਲ ਦੇ ਭਾਈ ਜਸਵਿੰਦਰ ਸਿੰਘ ਨੂੰ ਕਾਲ ਕਰ ਸਕਦੇ ਹੋ 416 816 9333 ਤੇ। ਮੌਂਟਰੀਅਲ ਜਾਂਦੇ ਹੋ, ਤੁਹਾਡਾ ਟਰੱਕ ਟ੍ਰੇਲਰ ਖਰਾਬ ਹੋ ਗਿਆ ਜੀ, 24 ਘੰਟੇ ਤੁਸੀਂ ਕਾਲ ਕਰ ਸਕਦੇ ਹੋ ਡਾਇਮੰਡ ਟਰੱਕ ਰਿਪੇਅਰ ਨੂੰ 450 934 2957। ਤੇ ਜੇ ਤੁਹਾਡੀ ਕਾਰ ਦਾ ਕੋਈ ਐਕਸੀਡੈਂਟ ਹੋ ਗਿਆ ਜੀ GTA ਦੇ ਵਿੱਚ, ਪ੍ਰੋਜੋਨ ਆਟੋ ਕਲੀਜ਼ਨ 416 857 5700 ਤੇ ਸੋਢੀ ਸਾਹਿਬ ਨੂੰ ਕਾਲ ਕਰ ਸਕਦੇ ਹੋ। ਹਾਂਜੀ ਵੀਰ ਜੀ, ਸਵਾਗਤ ਹੈ ਜੀ 0190। ਹਾਂਜੀ ਦੁਬਾਰਾ ਆਇਆ ਮੈਂ। ਤੁਸੀਂ ਕਹਿੰਦੇ ਕੱਲ ਨੇ ਪੁੱਛਿਆ ਪੰਜਾਬ ਨੂੰ ਕੀ ਮਿਲਿਆ, ਇਹ ਪੰਜਾਬ ਜਾਂ ਕਿਸੇ ਵੀ ਗਵਰਨਮੈਂਟ ਸਟੇਟ ਗਵਰਨਮੈਂਟ ਵਾਲੇ ਨਹੀਂ ਮਿਲਿਆ, ਕਿਸੇ ਨੂੰ ਕੁਝ ਨਹੀਂ ਮਿਲਿਆ ਜੀ। ਇਹ ਤਾਂ ਇਹਨਾਂ ਨੇ ਕਿਉਂਕਿ ਉਹ ਜਿਹੜਾ ਪਿਛਲੇ ਦਿਨ ਹੋਇਆ ਸੀ ਕਿ ਨਹੀਂ, ਅਭਿਜੀਤ ਭੱਟਾਚਾਰੀਆ ਨੇ ਕਿਹਾ ਸੀ ਵੀ ਜਿਹੜੀ ਗਵਰਨਮੈਂਟ ਨੂੰ, ਬਾਕੀ ਗਵਰਨਮੈਂਟ 10% ਦੇ ਕਰੀਬ ਜਿਹੜਾ ਟੋਟਲ GDP ਦਾ ਲੋਕਾਂ ਦੀ ਭਲਾਈ ਲਈ ਖਰਚ ਰਹੀ ਆ, ਪਰ ਇੰਡੀਆ ਗਵਰਨਮੈਂਟ ਨੇ ਸਿਰਫ 1% ਖਰਚ ਕੀਤਾ। ਇਹਨਾਂ ਨੇ ਉਹਨੂੰ ਕਾਊਂਟਰ ਕਰਨ ਲਈ 10% ਦਿਖਾਤਾ ਵੀ ਅਸੀਂ 10% ਅਸੀਂ ਵੀ ਖਰਚ ਰਹੇ ਹਾਂ ਟੋਟਲ GDP ਦਾ। ਇਸੇ ਕਰਕੇ ਇਹਨਾਂ ਨੇ 20 ਲੱਖ ਕਰੋੜ ਹੈ। 20 ਲੱਖ ਕਰੋੜ ਦੇ ਵਿੱਚ ਜਿਹੜਾ ਪਹਿਲੇ ਪੈਕੇਜ ਜਿਹੜਾ ਅਨਾਉਂਸਮੈਂਟ ਕੀਤਾ ਉਹ ਵੀ ਇਹਦੇ ਵਿੱਚ ਹੀ ਪਾ ਲਿਆ, ਪਰ ਹੈ ਕੁਛ ਨਹੀਂ। ਜੇ ਟਾਈਮ ਉਹ ਤੇ ਮੈਂ ਪੜ੍ਹ ਕੇ ਵੀ ਸੁਣਾ, ਕੁਛ ਨਹੀਂ ਹੈ ਉਹਦੇ ਵਿੱਚ। ਤੇ ਪਹਿਲਾਂ ਦਿੱਤਾ 3 ਲੱਖ ਕਰੋੜ ਕਲੈਕਟਰ ਫ੍ਰੀ ਆਟੋਮੈਟਿਕ ਲੋਨ ਫਾਰ MSCI, 20,000 ਕਰੋੜ ਸਬੋਰਡੀਨੇਟ ਡੈਬਿਟ ਫਾਰ MSCI, 50,000 ਕਰੋੜ ਇਕੁਇਟੀ ਇਨਫਲੂਜਨ,
ਪੰਜਵਾਂ ਗਲੋਬਲ ਟੈਂਡਰ ਟੂ ਵੀ ਡਿਸਅਲਾਉਡ 200 ਕਰੋੜ ਤੋਂ ਘੱਟ ਦੇ ਟੈਂਡਰ ਹੋਣਗੇ, ਉਹ ਇੰਡੀਅਨ ਕੰਪਨੀਆਂ ਨੂੰ ਮਿਲਣਗੇ, ਬਾਹਰਲੀਆਂ ਕੰਪਨੀਆਂ ਨੂੰ ਮਿਲਣਗੇ। 25,000 ਕਰੋੜ ਜਿਹੜਾ EPF ਐਕਸਪੋਰਟਡ ਮੈਂ ਦੱਸ ਹੀ ਗਿਆ ਵੀ 24% ਅਪਲਾਈਜ਼ ਨੂੰ ਮਿਲਣਾ, ਉਹੀ ਮਿਲਣਾ ਬਸ। ਬਾਕੀ ਹੈ ਇਹਦੇ ਚ ਕੁਝ ਨਹੀਂ ਹੈ। 30,000 ਹੈ ਲਿਕੁਇਡਿਟੀ ਫਾਰ NVS, ਜਿਹੜਾ ਮੈਂ ਪਹਿਲੇ ਦੱਸ ਚੁੱਕਾ, ਜਿਹੜੀਆਂ ਨਾਨ ਫਾਈਨੈਂਸ਼ੀਅਲ ਬੈਂਕ ਆ ਉਹਨੂੰ ਦਿੱਤਾ 30,000 ਕਰੋੜ। 45,000 ਕ੍ਰੈਡਿਟ ਗਰੰਟੀ ਦੇਤੀ, ਇਹ ਵੀ ਉਹਨਾਂ ਨੂੰ ਦੇਤਾ ਨਾਨ ਫਾਈਨੈਂਸ਼ੀਅਲ ਨੂੰ, ਜਿਹੜੀਆਂ ਨਾਨ ਬੈਂਕਿੰਗ ਕੰਪਨੀਆਂ ਉਹਨਾਂ ਨੂੰ ਦੇਤਾ 45,000 ਕਰੋੜ। 90,000 ਇਕੁਇਟੀ ਰੱਖਤੀ ਇਹਨਾਂ ਨੇ ਡਿਸਕੋ ਲਈ, ਜਿਹੜੀਆਂ ਕੋਈ ਆਪਣੇ ਜੂਨ ਏਜੰਟ ਲਾਣੇ ਉਹਨਾਂ ਹੀ ਰੱਖਤੇ। ਬਸ ਆ ਹੈ ਹੀ ਨਹੀਂ ਕੁਛ। 50,000 ਇਕੁਇਟੀ ਦੇਤੀ, TDS ਦੇ ਵਿੱਚ ਤੁਹਾਨੂੰ ਰਿਡਕਸ਼ਨ ਮਿਲੇਗੀ। ਮੈਨੂੰ ਤਾਂ ਇਹ 'ਚ ਕੋਈ ਗੱਲ ਨਹੀਂ ਦੱਸੀ ਜੀ। ਧੰਨਵਾਦ ਵੀਰ, ਥੈਂਕ ਯੂ ਜੀ, ਧੰਨਵਾਦ ਜੀ, ਧੰਨਵਾਦ। ਢਿੱਲੋਂ ਸਾਹਿਬ, ਕੱਲ ਟਵਾਣਾ ਸਾਹਿਬ ਨੇ ਸਵਾਲ ਕੀਤਾ ਸੀ ਜੀ, 2 ਕੰਟਰੀਆਂ ਦਾ ਜਿੱਥੇ ਕਾਮਰੇਡ ਕੰਟਰੀ ਹੈ ਜੀ, ਤੇ ਇੱਕ ਕਹਿੰਦੇ ਡਾਕਟਰ ਪੈਦਾ ਕਰ ਰਹੀ ਹੈ ਤੇ ਦੂਸਰੀ ਹਥਿਆਰ ਚਾਈਨਾ ਦੀ ਗੱਲ ਕੀਤੀ ਸੀਗੀ। ਤੁਸੀਂ ਕਿਹਾ ਸੀ ਕੱਲ ਨੂੰ ਜਵਾਬ ਦੇਣਗੇ, ਕੱਲ ਟਾਈਮ ਘੱਟ ਸੀ ਆਪਣੇ ਕੋਲ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਸੋਸ਼ਲਿਸਟ ਸਿਸਟਮ ਹੋਂਦ ਵਿੱਚ ਆਇਆ ਜੀ, ਉਹ ਸੋਸ਼ਲਿਸਟ ਸਿਸਟਮ ਜੋ ਹੋਂਦ ਵਿੱਚ ਆਇਆ ਤੇ ਉਹਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਿਊਬਾ ਬਹੁਤ ਲੇਟ ਆ ਕੇ ਜਿਹੜਾ ਹੈਗਾ ਉਹ ਲਿਬਰੇਟ ਹੋਇਆ ਸੀ। ਜਦੋਂ ਕਿਊਬਾ ਦੇ ਵਿੱਚ ਲੜਾਈ ਲੜਦੀ ਸੀ ਉਦੋਂ ਉੱਥੋਂ ਦੀ ਕਮਿਊਨਿਸਟ ਪਾਰਟੀ ਹੈ ਜਿਹੜੀ ਉਹ ਅਲੱਗ ਲੜਾਈ ਲੜ ਰਹੀ ਸੀ ਜੀ। ਫੀਡਲ ਕਾਸਟਰੋ ਦਾ ਗਰੁੱਪ ਹੈ ਜਿਹੜਾ ਉਹ ਅਲੱਗ ਲੜਾਈ ਲੜ ਰਿਹਾ ਸੀ। ਔਰ ਮੈਂ ਬੜੀ ਹੈਰਾਨੀ ਹੋਊਗੀ ਤੁਹਾਨੂੰ ਜਾਣ ਕੇ ਕਿ ਕਮਿਊਨਿਸਟ ਪਾਰਟੀ ਉੱਥੋਂ ਦੀ ਇਹ ਇਲਜ਼ਾਮ ਲਾਉਂਦੀ ਸੀ ਕਿ ਫੀਡਲ ਕਾਸਟਰੋ ਹੈ ਜਿਹੜਾ ਇਹ CIA ਦਾ ਪੈਦਾ ਕੀਤਾ ਹੋਇਆ ਹੈ ਜੀ। ਲੇਕਿਨ ਫੀਡਲ ਕਾਸਟਰੋ ਨੇ ਚੀਗ ਬੇਰਾ ਹੋਣਾ ਦੇ ਨਾਲ ਮਿਲ ਕੇ, ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲੈਟਿਨ ਅਮਰੀਕਾ ਜਿਹੜਾ ਪਹਿਲਾ ਰੈਵੋਲੂਸ਼ਨ ਕੀਤਾ, ਉਸ ਰੈਵੋਲੂਸ਼ਨ ਕਰਨ ਤੋਂ ਬਾਅਦ ਉਹਨੇ ਆਪਣਾ ਸਾਹ ਰੱਖਿਆ ਕਿ ਮੇਰਾ ਪ੍ਰੋਗਰਾਮ ਕੀ ਹੋਊਗਾ, ਮੇਰਾ ਪ੍ਰੋਗਰਾਮ ਹੋਊਗਾ ਲੋਕਾਂ ਦੀ ਭਲਾਈ ਜੀ। ਔਰ ਸੋਸ਼ਲਿਸਟ ਪੈਟਰਨ ਉਹਨੇ ਸਭ ਤੋਂ ਪਹਿਲਾਂ ਉੱਥੇ ਅਪਣਾਇਆ। ਔਰ ਇੰਟਰਨੈਸ਼ਨਲ ਕਮਿਊਨਿਸਟ ਮੂਵਮੈਂਟ ਨੇ ਉੱਥੋਂ ਦੀ ਕਮਿਊਨਿਸਟ ਪਾਰਟੀ ਨੂੰ ਬੈਨ ਕਰਤਾ। ਉਹਨੂੰ ਕਹਿਤਾ ਕਿ ਭਾਈ ਤੁਸੀਂ ਨਹੀਂ ਅਸਲ ਸਮਾਜਵਾਦੀ, ਅਸਲ ਸਮਾਜਵਾਦੀ ਆਹ ਬੰਦਾ ਹੈ ਜਿਹਨੇ ਲੜਾਈ ਜਿਹੜੀ ਹੈਗੀ ਹੈ, ਭਾਵੇਂ ਤੁਸੀਂ ਇਹਦੇ ਖਿਲਾਫ ਬੋਲਦੇ ਰਹੇ, ਇਹਨੇ ਲੜਾਈ ਲੜ ਕੇ ਤੇ ਆ ਕੇ ਲੋਕਾਂ ਦੀ ਭਲਾਈ ਬਾਰੇ ਗੱਲ ਕਰਦਾ। ਉਦੋਂ ਤੋਂ ਲੈ ਕੇ ਬਿਲਕੁਲ ਫੀਡਲ ਕਾਸਟਰੋ, ਫਿਰ ਉਹਦਾ ਭਰਾ ਰਾਉਲ ਕਾਸਟਰੋ ਜਦੋਂ ਤੱਕ ਰਿਹਾ ਜਾਂ ਅੱਜ ਤੱਕ ਦੀ ਲੀਡਰਸ਼ਿਪ ਹੈ, ਇਹਨਾਂ ਨੇ ਸਭ ਤੋਂ ਜ਼ਿਆਦਾ ਇਨਕਲਾਬ ਤੋਂ ਪਹਿਲਾਂ ਵੀ ਤੇ ਇਨਕਲਾਬ ਤੋਂ ਬਾਅਦ ਵੀ ਜੀ ਜਿਹੜਾ ਜ਼ਿਆਦਾ ਜ਼ੋਰ ਲੱਗਿਆ ਲੈਟਿਨ ਅਮਰੀਕਾ ਦੇ ਇਸ ਕੰਟਰੀ ਦਾ, ਉਹ ਜ਼ਿਆਦਾ ਜ਼ੋਰ ਇਸ ਗੱਲ ਤੇ ਸੀ ਕਿ ਮੈਡੀਕਲ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਉਹ ਵੱਧ ਤੋਂ ਵੱਧ ਪ੍ਰੋਵਾਈਡ ਕੀਤੀਆਂ ਜਾਣ। ਔਰ ਬਹੁਤ ਸਾਰੇ ਸਾਡੇ ਸੱਜਣਾਂ ਨੂੰ ਹੈਰਾਨੀ ਹੋਊਗੀ ਕਿ ਜਿਹੜੇ ਡਿਵੈਲਪਿੰਗ ਕੰਟਰੀ ਹੈ, ਡਿਵੈਲਪਿੰਗ ਕੰਟਰੀ ਦੇ ਬੱਚਿਆਂ ਨੂੰ ਮੁਫਤ ਪੜ੍ਹਾਈ ਵਾਸਤੇ ਚੁਣਿਆ ਜਾਂਦਾ, ਉਹ ਕਿਊਬਾ ਜਾ ਕੇ ਪੜ੍ਹਾਈ ਕਰਦੇ ਹੈ ਜੀ। ਇਸ ਵੇਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ, ਲਗਭਗ 70 ਕੁ ਦੇਸ਼ਾਂ ਦੇ ਵਿੱਚ ਇਹਨਾਂ ਦੇ 25,000 ਤੋਂ ਵੱਧ ਡਾਕਟਰ ਆ ਜਿਹੜੇ ਉਹ ਸੇਵਾਵਾਂ ਨਿਭਾ ਰਹੇ ਹੈ। ਆਪਣੇ ਦੇਸ਼ ਦੇ ਵਿੱਚ ਵੀ ਜੇ ਆਪਾਂ ਦੇਖੀਏ ਕਿਊਬਾ ਦੇ ਵਿੱਚ, ਤਾਂ ਦੁਨੀਆ ਦੇ ਵਿੱਚ ਸਭ ਤੋਂ ਘੱਟ ਜਿਹੜੇ ਹੈਗੇ ਇੱਕ ਡਾਕਟਰ ਨੂੰ ਸਭ ਤੋਂ ਘੱਟ ਵਿਅਕਤੀ ਆਉਂਦੇ ਆ। ਮੇਰੇ ਖਿਆਲ ਮੁਤਾਬਕ ਜਿਹੜੀ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਉਹਦੇ ਮੁਤਾਬਕ ਜਿਹੜੇ ਹੈਗੇ ਹੈ 170 ਵਿਅਕਤੀਆਂ ਲਈ, 170 ਨਾਗਰਿਕਾਂ ਲਈ, ਸ਼ਾਇਦ ਇਹ ਪੁਰਾਣੀ ਹੈ ਅੰਕੜਾ, ਪੁਰਾਣਾ ਅੰਕੜਾ 170 ਨਾਗਰਿਕਾਂ ਲਈ ਇੱਕ ਡਾਕਟਰ ਹੈ। ਔਰ 1957 ਦੇ ਵਿੱਚ 1 ਲੱਖ ਲਈ 28 ਡਾਕਟਰ ਹੁੰਦੇ ਸੀ ਜੀ। ਇਹ ਸਾਰਾ ਕੁਝ ਇੱਥੇ ਕਿਉਂ ਹੈ? ਇਸ ਕਰਕੇ ਹੈ ਕਿਉਂਕਿ ਇਹਨਾਂ ਦੀ ਕਮਿਟਮੈਂਟ ਇਸ ਪਾਸੇ ਨੂੰ ਹੈ। ਔਰ ਇੱਥੇ ਇਹ ਵੀ ਹੈ ਕਿ ਜਿਹੜਾ ਕਿਊਬਾ ਹੈ, ਕਿਊਬਾ ਦੀ ਹਾਲਤ ਇੰਨੀ ਪਤਲੀ ਹੈ, ਇੰਨੀ ਮਾੜੀ ਹੈ ਕਿ ਅਮਰੀਕਾ ਦੀਆਂ ਜੜ੍ਹਾਂ ਦੇ ਵਿੱਚ ਬੈਠਾ ਸੀ ਜੀ। ਅਮਰੀਕਾ ਨੇ, CIA ਨੇ ਬੜੀ ਕੋਸ਼ਿਸ਼ ਕੀਤੀ ਸੀ ਜੀ ਫੀਡਲ ਕਾਸਟਰੋ ਨੂੰ ਮਰਵਾਉਣ ਵਾਸਤੇ, ਲੇਕਿਨ ਇਹ ਆਪਣੀ ਧੁਨ ਤੇ ਚੱਲਦੇ ਰਹੇ, ਇਕੱਲੇ ਆਪ ਹੀ ਨਹੀਂ ਚੱਲਦੇ ਰਹੇ। ਲੈਟਿਨ ਅਮਰੀਕਾ ਦੇ ਜਿਹੜੇ ਹੋਰ ਦੇਸ਼ ਸੀ, ਐਂਟੀ ਇੰਪੀਰੀਅਲਿਜ਼ਮ ਸੀ, ਇਹ ਉਹਨਾਂ ਦੀ ਵੀ ਮਦਦ ਕਰਦੇ ਰਹੇ, ਲੇਕਿਨ ਇਹ ਆਪਣਾ ਆਪ ਬਚਾਅ ਕਰਦੇ ਰਹੇ, ਆਪਣੀ ਦੇਸ਼ ਵੱਲ ਤੇ ਮਨੁੱਖਤਾ ਨੂੰ ਬਚਾਉਣ ਵੱਲ ਸੋਚਦੇ ਰਹੇ। ਇਹਨਾਂ ਨੇ ਕਦੇ ਨਹੀਂ ਇਹ ਸੋਚਿਆ ਸੀ ਕਿ ਅਸੀਂ ਦੁਨੀਆ ਦੇ ਵਿੱਚ ਇੱਕ ਤਾਕਤ ਬਣਨੇ, ਵਰਲਡ ਪਾਵਰ ਬਣਨੇ। ਲੇਕਿਨ ਚਾਈਨਾ ਜਿਹੜੀ ਹੈ ਸ਼ੁਰੂ ਤੋਂ ਹੀ ਉਹਦੀ ਇੱਛਾ ਸੀ ਕਿ ਇੱਕ ਵਰਲਡ ਪਾਵਰ ਬਣਿਆ ਜਾਵੇ। ਜਦੋਂ ਵਰਲਡ ਪਾਵਰ ਬਣਨਾ ਹੁੰਦਾ, ਬੰਦੇ ਨੇ ਮੁਕਾਬਲੇਬਾਜ਼ੀ ਹੁੰਦੀ ਹੈ, ਉਦੋਂ ਆਪਣਾ ਜਿਹੜਾ ਦੁਸ਼ਮਣ ਆ, ਦੁਸ਼ਮਣ ਦੇ ਮੁਕਾਬਲੇ ਦਾ ਸਮਾਨ ਤੁਹਾਨੂੰ ਇਕੱਤਰ ਕਰਨਾ ਪੈਂਦਾ ਹੈ, ਤੁਹਾਨੂੰ ਅਜਿਹੀਆਂ ਖੋਜਾਂ ਕਰਨੀਆਂ ਪੈਂਦੀਆਂ। ਮਤਲਬ ਇਹ ਹੈ ਕਿ ਮਨੁੱਖਤਾ ਨੂੰ ਬਚਾਉਣ ਦੀ ਬਜਾਏ ਫਿਰ ਤੁਹਾਨੂੰ ਮਨੁੱਖਤਾ ਦਾ ਖਾਤਮੇ ਵਾਲਾ ਸਮਾਨ ਪੈਦਾ ਕਰਨਾ ਪੈਂਦਾ ਹੈ। ਹੋਇਆ ਇਹ ਕਿ ਜਿਸ ਸੋਵੀਅਤ ਯੂਨੀਅਨ ਦੀ ਮਦਦ ਦੇ ਨਾਲ ਚਾਈਨਾ ਹੋਂਦ ਵਿੱਚ ਆਇਆ ਸੀ ਤੇ ਸੋਸ਼ਲਿਸਟ ਇਨਕਲਾਬ ਆਇਆ ਸੀ, ਬਾਅਦ ਦੇ ਵਿੱਚ ਉਹਨਾਂ ਨਾਲ ਵੀ ਵਿਗਾੜ ਪੈ ਗਿਆ। ਫਿਰ ਰੂਸ ਦਾ ਸੋਵੀਅਤ ਯੂਨੀਅਨ ਢਹਿ ਢੇਰੀ ਹੋ ਗਿਆ।
ਉਹ ਢਹਿ ਢੇਰੀ ਹੋਣ ਤੋਂ ਬਾਅਦ ਇਸ ਕੈਂਪ ਦੇ ਵਿੱਚ ਕੱਲਾ ਸਿਰਫ ਤੇ ਸਿਰਫ ਚਾਈਨਾ ਰਹਿ ਗਿਆ ਸੀ ਜਿਹੜਾ ਅਮਰੀਕਾ ਦਾ ਮੁਕਾਬਲਾ ਕਰਦਾ ਸੀ। ਹੁਣ ਵੀ ਜੇ ਅਸੀਂ ਕਹੀਏ ਭਾਵੇਂ ਠੀਕ ਹੈ, ਟਿਵਾਣਾ ਸਾਹਿਬ ਦਾ ਇਹ ਮੰਨਣਾ ਹੈ ਕਿ ਚਾਈਨਾ ਇੱਕ ਕਮਿਊਨਿਸਟ ਦੇਸ਼ ਹੈ, ਲੇਕਿਨ ਜਿਹੜੇ ਅਸਲ ਕਮਿਊਨਿਸਟ ਹੈ ਉਹ ਚਾਈਨਾ ਨੂੰ ਇੱਕ ਕਮਿਊਨਿਸਟ ਦੇਸ਼ ਨਹੀਂ ਮੰਨਦੇ। ਉਹ ਇਹ ਮੰਨਦੇ ਕਿ ਜਿਸ ਤਰ੍ਹਾਂ ਅਮਰੀਕਾ ਆਪਣੀ ਤਾਕਤ ਵਧਾਉਣ ਵਾਸਤੇ ਦੂਜੇ ਲੋਕਾਂ ਦੀ ਐਕਸਪਲੋਇਟੇਸ਼ਨ ਕਰਦਾ, ਚਾਈਨਾ ਵੀ ਇੱਕ ਕੰਪਨੀਆਂ ਵਾਲਾ ਇੱਕ ਨਵੇਂ ਕਿਸਮ ਦੇ ਸਿਸਟਮ ਨੂੰ ਪ੍ਰਮੋਟ ਕਰ ਰਿਹਾ ਹੈ ਜਿਹੜਾ ਆਮ ਲੋਕਾਂ ਦੀ ਲੁੱਟ ਖਸੁੱਟ ਵਾਲੇ ਪਾਸੇ ਨੂੰ ਹੈ। ਭਾਵੇਂ ਉਹ ਆਪਣੇ ਲੋਕਾਂ ਦੀ ਲੁੱਟ ਖਸੁੱਟ ਨਹੀਂ ਕਰਦਾ, ਲੇਕਿਨ ਇੰਪੀਰੀਅਲਿਸਟ ਕੰਟਰੀ ਜਦੋਂ ਆਪਣੇ ਲੋਕਾਂ ਨੂੰ ਮਦਦ ਦਿੰਦੇ ਹੈ ਤੇ ਹੋਰਾਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਆ, ਇਸ ਰਾਹ ਦੇ ਉੱਤੇ ਚਾਈਨਾ ਪਿਆ ਹੋਇਆ ਹੈ। ਸੋ ਮੁਕਾਬਲੇਬਾਜ਼ੀ ਅਮਰੀਕਾ ਨਾਲ, ਜੇ ਅਮਰੀਕਾ ਪਰਮਾਣੂ ਹਥਿਆਰ ਬਣਾਉਂਦਾ ਉਹ ਵੀ ਬਣਾਉਂਦਾ ਹੁੰਦਾ ਪਰਮਾਣੂ ਹਥਿਆਰ। ਸਾਡੇ ਭਾਰਤ ਨੇ ਵੀ ਬਣਾ ਲਏ ਤੇ ਪਾਕਿਸਤਾਨ ਨੇ ਵੀ ਬਣਾ ਲਏ, ਅਸੀਂ ਵੀ ਦੁਸ਼ਮਣੀ ਕਰਕੇ ਚੁੱਕਾ ਕਰ ਰਹੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਜੀਵਾਣੂ ਹਥਿਆਰ ਬਣਾਏ ਜਾਣ। ਜਿਹੜਾ ਹੁਣ ਰੌਲਾ ਪੈਂਦਾ ਰਿਹਾ ਕਿ ਵੁਹਾਨ ਦੇ ਵਿੱਚੋਂ ਇਹ ਸਾਰਾ ਕੁਝ ਫੁੱਟਿਆ ਹੋਇਆ ਹੈ। ਅਮਰੀਕਾ ਦਾ ਦੋਸ਼ ਹੈ ਕਿ ਵੁਹਾਨ ਦੇ ਵਿੱਚ ਜਿਹੜਾ ਹੈਗਾ ਉਹ ਜੀਵਾਣੂ ਹਥਿਆਰ ਬਣਾਉਣ ਦਾ ਤਜਰਬਾ ਕਰਦੇ ਸੀ ਤੇ ਉਹ ਤਜਰਬਾ ਸ਼ਾਇਦ ਉਹਨਾਂ ਦਾ ਅਸਫਲ ਹੋ ਗਿਆ, ਜਿਹਦੀ ਵਜ੍ਹਾ ਕਾਰਨ ਇਹ ਸਾਰਾ ਕੁਝ ਹੋ ਰਿਹਾ ਹੈ। ਉਹ ਅਮਰੀਕਾ ਤੇ ਇਲਜ਼ਾਮ ਲਾ ਰਹੇ ਕਿ ਅਮਰੀਕਾ ਦੀ ਆਰਮੀ ਦਾ ਯੂਨਿਟ ਕੋਈ ਉੱਥੇ ਸੀ ਜਾਂ ਉਹਨਾਂ ਦਾ ਕੋਈ ਸਫਾਰਤਖਾਨਾ ਸੀ। ਉਹ ਸਫਾਰਤਖਾਨੇ ਦੇ ਵਿੱਚ ਸਾਨੂੰ ਕਾਫੀ ਸਾਰੇ ਬਕਸੇ ਮਿਲੇ ਹੋਏ। ਸੋ ਜਿੱਥੇ ਤੁਸੀਂ ਮੁਕਾਬਲੇਬਾਜ਼ੀ ਦੇ ਵਿੱਚ ਪਾਓਗੇ, ਇੱਕ ਤਾਂ ਹੁੰਦਾ ਆਰਥਿਕ ਮੁਕਾਬਲਾ, ਇੱਕ ਹੁੰਦਾ ਸੁਪਰ ਪਾਵਰ ਬਣਨ ਦਾ ਮੁਕਾਬਲਾ। ਜਦੋਂ ਸੁਪਰ ਪਾਵਰ ਵਾਲਾ ਬਣਨ ਦਾ ਮੁਕਾਬਲਾ ਕਰੋਗੇ ਤਾਂ ਜਿਹੜੀ ਇੱਕ ਧਿਰ ਕਰਦੀ ਹੈ ਜੋ ਗੁਨਾਹ, ਦੂਜੀ ਧਿਰ ਵੀ ਲਗਭਗ ਉਹ ਜਿਹਾ ਗੁਨਾਹ ਕਰਦੀ ਹੈ। ਲੇਕਿਨ ਕਿਊਬਾ ਇਸ ਮਾਮਲੇ 'ਚ ਨਹੀਂ। ਉਹਨਾਂ ਦੀ ਜਿਹੜੀ ਹੈਗੀ ਹੈ ਇਕਾਗਰਤਾ, ਉਹਨਾਂ ਦੀ ਕੰਸੈਂਟਰੇਸ਼ਨ ਜਿਹੜੀ ਹੈਗੀ, ਉਹਨਾਂ ਦੀ ਕੰਸੈਂਟਰੇਸ਼ਨ ਇਹੀ ਹੈ ਕਿ ਜਿਵੇਂ ਸੋਸ਼ਲਿਸਟ ਕੰਸੈਪਟ ਕਹਿੰਦਾ ਹੈ ਕਿ ਮਨੁੱਖਤਾ ਦਾ ਭਲਾ ਹੋਵੇ, ਮਨੁੱਖਤਾ ਦੇ ਭਲੇ ਵਾਸਤੇ ਸੋਚੀਏ। ਬਸ ਫਰਕ ਆਹੀ ਹੈ ਜੋ ਬਦ ਨਹੀਂ ਜੀ। ਬਿਲਕੁਲ ਜੀ। ਜੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਜੀ, ਤੁਸੀਂ ਕੋਈ ਵੀ ਘੜੀ ਠੀਕ ਕਰਾਉਣੀ ਜਾਂ ਪਿੰਨ ਪਾਉਣੀ ਆ, ਬੈਟਰੀ ਪਾਉਣੀ ਹੈ ਜਾਂ ਘੜੀਆਂ ਬਾਏ ਕਰਨੀਆਂ, ਸੋਮਲ ਵਾਚ ਕਲੌਕ ਐਂਡ ਪਾਰਟਸ, ਤੁਸੀਂ ਆਪਣੇ ਨਾਂ ਦਾ ਵਾਲ ਕਲੌਕ ਬਣਾ ਸਕਦੇ ਹੋ। ਕਿਸੇ ਨੂੰ ਗਿਫਟ ਦੇਣਾ ਜੀ ਟਰਾਂਸਪੋਰਟ ਦਾ ਜਾਂ ਫੈਕਟਰੀ ਦੇ ਨਾਂ ਦਾ 905 790 2188। ਜੇ ਤੁਸੀਂ ਮੌਂਟਰੀਅਲ ਤੋਂ ਟੋਰਾਂਟੋ ਜਾਂ ਟੋਰਾਂਟੋ ਤੋਂ ਮੌਂਟਰੀਅਲ ਜਾਣਾ ਚਾਹੁੰਦੇ ਹੋ, ਬੈਸਟ ਕੈਨੇਡੀਅਨ ਰਾਈਡ ਸਰਵਿਸ ਹੈ ਜੀ। 514 560 6613 ਸਵੇਰੇ ਦੁਪਹਿਰੇ ਸ਼ਾਮੀ ਤਿੰਨੇ ਟਾਈਮ ਵੈਨਾਂ ਚੱਲਦੀਆਂ ਜੀ। ਤੇ ਇਸ ਦੇ ਨਾਲ ਹੀ ਜੇ ਤੁਸੀਂ ਵਧੀਆ ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ, ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਸਕਦੇ ਹੋ। ਐਲ ਸ਼ੇਪ ਕਸਟਮ ਮੇਡ ਰਾਉਂਡ ਸੋਫਾ ਬੈਸਟ ਕੁਆਲਿਟੀ 905 799 8877। ਕੋਈ ਰੈਨੋਵੇਸ਼ਨ ਕਰਾਉਣੀ ਤਾਂ ਹਰਦਿਆਲ ਸਿੰਘ ਝੀਤਾ ਦਾ ਨਾਂ ਯਾਦ ਰੱਖੋ। ਲੀਗਲ ਬੇਸਮੈਂਟ ਕਰਾਉਣੀ ਆ, ਬੇਸਮੈਂਟ ਬਣਾਉਣੀ ਆ, 647 499 15 ਤੇ। ਜੇ ਤੁਸੀਂ ਕੋਈ ਟਰਾਂਸਪੋਰਟ ਖੋਲਣੀ ਆ, ਅਥਾਰਟੀਆਂ ਲੈਣੀਆਂ, CVOR ਲੈਣਾ, ਇਫਤਾ ਲੈਣਾ, G&G ਟਰੱਕਿੰਗ ਸੋਲਿਊਸ਼ਨ 905 461 2525 ਤੇ ਕਾਲ ਕੀਤੀ ਜਾ ਸਕਦੀ ਆ। ਢਿੱਲੋਂ ਸਾਹਿਬ, CM ਖਿਲਾਫ ਖਬਰ ਲਿਖਣ ਸਦਕਾ ਫੇਸ ਆਫ ਨੇਸ਼ਨ ਪੋਰਟਲ ਦੇ ਐਡੀਟਰ ਖਿਲਾਫ ਗੁਜਰਾਤ ਪੁਲਿਸ ਨੇ ਦੇਸ਼ ਧਰੋਹੀ ਦੇ ਦੋਸ਼ ਤਹਿਤ ਪਰਚਾ ਦਰਜ ਕੀਤਾ ਜੀ। ਬਿਲਕੁਲ ਜੀ। ਸਾਡਾ ਜਿਹੜਾ ਕਨਸਟੀਟਿਊਸ਼ਨ ਹੈ, ਸਾਡਾ ਦੇਸ਼ ਹੈ, ਅਸੀਂ ਆਪਣੇ ਆਪ ਨੂੰ ਡੈਮੋਕ੍ਰੇਟਿਕ ਦੇਸ਼ ਕਹਿੰਦੇ ਆ, ਸੰਵਿਧਾਨ ਦੇ ਮੁਤਾਬਕ ਚੱਲਣ ਵਾਲਾ ਦੇਸ਼ ਕਹਿੰਦੇ ਆ ਜੀ। ਜਿਹੜੇ ਲੋਕਤੰਤਰਕ ਦੇਸ਼ ਹੁੰਦੇ ਆ, ਡੈਮੋਕ੍ਰੇਟਿਕ ਦੇਸ਼ ਹੁੰਦੇ ਆ, ਉਹਨਾਂ ਦੇ ਲਈ ਸਾਰੀ ਦੁਨੀਆ ਲਈ ਇਹ ਬਹੁਤ ਜ਼ਰੂਰੀ ਹੈ ਕਿ ਮੀਡੀਆ ਜਿਹੜਾ ਹੈਗਾ ਉਹ ਆਜ਼ਾਦ ਹੋਵੇ, ਮੀਡੀਆ ਦੀ ਆਜ਼ਾਦੀ ਬਰਕਰਾਰ ਰਹੇ। ਲੇਕਿਨ ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਜਿਹੜੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿਉਂਕਿ ਮੀਡੀਆ ਨੂੰ ਵੀ ਸਟੇਟ ਦਾ ਚੌਥਾ ਥੰਮ ਸਮਝਿਆ ਜਾਂਦਾ ਹੈ। ਇਹ ਚੌਥਾ ਥੰਮ ਨਕਾਰਾ ਹੋ ਜੂਗੀ ਤਾਂ ਕੁਦਰਤੀ ਤੌਰ ਤੇ ਬਾਕੀ ਤਿੰਨ ਜਿਹੜੇ ਥੰਮ ਹੈ, ਇੱਕ ਦੂਜੇ ਜਿਹੜਾ ਚੈੱਕ ਰੱਖਣਾ, ਉਹ ਚੈੱਕ ਦੇ ਵਿੱਚ ਗੜਬੜ ਆ ਜਾਣੀ ਹੈ। ਲੇਕਿਨ ਬਦਕਿਸਮਤੀ ਇਹ ਭਾਰਤ ਦੇ ਵਿੱਚ ਕਿ ਸਰਕਾਰ ਕਿਸੇ ਦੀ ਵੀ ਹੋਵੇ, ਚਾਹੇ ਕਾਂਗਰਸ ਸਰਕਾਰ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਜੇ ਤਾਂ ਮੀਡੀਆ ਭੁਗਤਦਾ ਸਰਕਾਰ ਦੇ ਹੱਕ ਵਿੱਚ, ਸਿਸਟਮ ਦੇ ਹੱਕ ਵਿੱਚ, ਉਹ ਕਿੰਨਾ ਹੀ ਅਪਰਾਧੀ ਕੰਮ ਕਿਉਂ ਨਾ ਕਰੇ, ਉਹਨੂੰ ਪ੍ਰਮੋਟ ਵੀ ਕੀਤਾ ਜਾਂਦਾ, ਉਹਦੀ ਰਾਖੀ ਵੀ ਕੀਤੀ ਜਾਂਦੀ ਹੈ। ਜੇ ਮੀਡੀਆ ਆਜ਼ਾਦਾਨਾ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਉਹਨੂੰ ਕਟਹਿਰੇ 'ਚ ਖੜਾ ਕੀਤਾ ਜਾਂਦਾ ਹੈ। ਪਹਿਲਾਂ ਆਪਾਂ ਕਟਹਿਰੇ ਵਾਲੀ ਗੱਲ ਹੀ ਕਰ ਲਈ ਕਿ ਕਟਹਿਰੇ ਦੇ ਵਿੱਚ ਕਿੰਨਾ ਲੋਕਾਂ ਨੂੰ ਸ਼ੁਰੂ ਕੀਤਾ ਹੈ, ਖੜਾ ਕੀਤਾ ਹੈ। ਇਹ ਕੇਸ ਜਿਹੜਾ ਹੈਗਾ ਜੀ, ਇਹ ਗੁਜਰਾਤ ਨਾਲ ਸੰਬੰਧਿਤ ਹੈ। ਗੁਜਰਾਤ ਦੇ ਵਿੱਚ ਜਿਹੜਾ ਇਹ ਮੈਗਜ਼ੀਨ ਹੈ ਜੀ, ਜਿਹਨੂੰ ਅਸੀਂ ਕਹਿੰਦੇ ਆ ਪੋਲਟਰ ਮੈਗਜ਼ੀਨ ਹੈ ਜੀ, ਇਹਦਾ ਨਾਂ ਹੈਗਾ ਜੀ ਫੇਸ ਆਫ ਨੇਸ਼ਨ ਜੀ। ਇਹਨਾਂ ਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਕਰੋਨਾ ਵਾਇਰਸ ਹੈ, ਕਰੋਨਾ ਦੇ ਵਾਇਰਸ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ ਗੁਜਰਾਤ ਦੇ ਵਿੱਚ, ਔਰ ਉਹਨੂੰ ਟੈਕਲ ਕਰਨ ਦੇ ਵਿੱਚ ਉੱਥੋਂ ਦੀ ਸਰਕਾਰ, ਉੱਥੋਂ ਦਾ ਮੁੱਖ ਮੰਤਰੀ ਅਸਫਲ ਹੋਇਆ ਜੀ। ਸ਼ਾਇਦ ਦਿੱਲੀ ਦੇ ਗਲਹਿਰਾਂ 'ਚ ਉਹਨੂੰ ਖਬਰ ਮਿਲੀ ਹੋਵੇ ਕਿ ਜਿਹੜੇ ਮਿਸਟਰ ਵਿਜੇ ਰੂਪਾਨੀ ਹੈ, ਹਾਈ ਕਮਾਂਡ ਉਹਨਾਂ ਤੋਂ ਖੁਸ਼ ਨਹੀਂ,
ਤੇ ਹਾਈ ਕਮਾਂਡ ਚਾਹੁੰਦੀ ਹੈ ਕਿ ਇੱਥੇ ਕਿਸੇ ਮਜ਼ਬੂਤ ਬੰਦੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਜੀ। ਸੋ ਉਹਨੇ ਖਬਰ ਲਿਖਤੀ ਕਿ ਵਿਜੇ ਰੂਪਾਨੀ ਨੂੰ ਚੀਫ ਮਿਨਿਸਟਰੀ ਤੋਂ ਹਟਾਇਆ ਜਾ ਰਿਹਾ ਹੈ। ਉਹਦੀ ਥਾਂ ਦੇ ਉੱਤੇ ਕੇਂਦਰੀ ਵਜ਼ੀਰ ਮਾਂਡਵੀਆ ਸਾਹਿਬ ਹੈ ਕੋਈ, ਉਹਨਾਂ ਨੂੰ ਇੱਥੇ ਦਾ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਜੀ। ਜਦੋਂ ਇਹ ਖਬਰ ਆ ਗਈ, ਇਸ ਖਬਰ ਦਾ ਖੰਡਨ ਹੋ ਗਿਆ। ਮਾਂਡਵੀਆ ਸਾਹਿਬ ਨੇ ਕਹਿਤਾ ਮੈਂ ਸੈਂਟਰ ਦੇ ਵਿੱਚ ਹੀ ਠੀਕ ਆ, ਮੈਂ ਗੁਜਰਾਤ ਦੇ ਵਿੱਚ ਨਹੀਂ ਆਉਣਾ ਚਾਹੁੰਦਾ, ਔਰ ਮਾਮਲਾ ਖਤਮ ਹੋ ਗਿਆ ਸੀ। ਲੇਕਿਨ ਗੁਜਰਾਤ ਦੀ ਪੁਲਿਸ ਨੇ 124A ਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਧਾਰਾ 54 ਤਹਿਤ ਜਿਹੜਾ ਸੰਪਾਦਕ ਸੀ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ। ਕਿਉਂ ਕੀਤਾ? 124A ਹੈ ਜਿਹੜਾ, ਇਹ ਤਾਂ ਸਿੱਧਾ ਹੀ ਆ ਗਿਆ ਕਿ ਇਹ ਬੰਦਾ ਜਿਹੜਾ ਹੈਗਾ ਰਾਜ ਧਰੋਹੀ ਕਰ ਰਿਹਾ, ਦੇਸ਼ ਨਾਲ ਗਦਾਰੀ ਕਰ ਰਿਹਾ। ਇੱਕ ਅਖਬਾਰ ਨਵੀਸ ਹੈ, ਪੱਤਰਕਾਰ ਹੈ, ਉਹਨੇ ਆਪਣੇ ਕਾਲਮ ਦੇ ਵਿੱਚ ਇਹ ਲਿਖ ਦਿੱਤਾ ਕਿ ਮਿਸਟਰ ਰੂਪਾਨੀ ਸਾਹਿਬ ਨੂੰ ਹਟਾਇਆ ਜਾ ਰਿਹਾ ਹੈ ਤੇ ਕਿੰਨਾ ਕੁ ਵੱਡਾ ਅਪਰਾਧ ਹੋ ਗਿਆ। ਜੇ ਉਹਦੀ ਪਾਰਟੀ ਨੂੰ ਨਹੀਂ ਹਟਾਉਂਦੀ ਤਾਂ ਮੁੱਖ ਮੰਤਰੀ ਬਣਿਆ ਬੈਠਾ ਹੈ। ਉਹਨੇ ਗਦਾਰੀ ਕਿੰਨੀ ਕਰ ਲਈ, ਉਹਨੇ ਦੇਸ਼ ਨਾਲ ਧਰੋਹ ਕਿੰਨਾ ਕਰ ਲਿਆ, ਉਹਨੇ ਰਾਜ ਨਾਲ ਕਿੰਨਾ ਕੁ ਧਰੋਹ ਕਰ ਲਿਆ। ਇਹ ਗੱਲ ਸਮਝ ਤੋਂ ਬਾਹਰ ਉਹਦੇ ਖਿਲਾਫ ਮੁਕੱਦਮਾ ਦਰਜ ਕਰਤਾ। ਇੱਥੇ ਮੈਂ ਇਹ ਵੀ ਜ਼ਿਕਰ ਕਰਦਾ ਕਿ 1995 ਦੇ ਵਿੱਚ ਪੰਜਾਬ ਨਾਲ ਰਿਲੇਟਡ ਇੱਕ ਕੇਸ ਸੀ, ਬਲਵੰਤ ਸਿੰਘ ਬਨਾਮ ਸਟੇਟ ਆਫ ਪੰਜਾਬ। ਇਹ ਕੇਸ ਸੁਪਰੀਮ ਕੋਰਟ ਦੇ ਵਿੱਚ ਚੱਲਿਆ ਸੀ ਕਿਉਂਕਿ ਬਲਵੰਤ ਸਿੰਘ ਦੇ ਖਿਲਾਫ ਇਲਜ਼ਾਮ ਇਹ ਸੀ ਕਿ ਉਹਨੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਹੈ। ਸੁਪਰੀਮ ਕੋਰਟ ਨੇ 1995 ਦੇ ਵਿੱਚ ਇਹ ਫੈਸਲਾ ਦਿੱਤਾ ਕਿ ਸਰਕਾਰ ਦੀ ਰਾਏ ਨਾਲੋਂ ਵੱਖਰੀ ਰਾਏ ਰੱਖਣੀ, ਸਰਕਾਰ ਦੀ ਨੁਕਤਾਚੀਨੀ ਕਰਨੀ, ਸਰਕਾਰ ਦੇ ਨਾਲ ਅਸਹਿਮਤ ਹੋਣਾ, ਸਰਕਾਰ ਦੀ ਨਿਖੇਧੀ ਕਰਨੀ, ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਰਾਜ ਧਰੋਹੀ ਹੈ ਜਾਂ ਇਹ ਦੇਸ਼ ਧਰੋਹੀ ਹੈ। ਸਰਕਾਰ ਦਾ ਵਿਰੋਧ ਕਰਨਾ ਕਦੇ ਵੀ ਦੇਸ਼ ਧਰੋਹੀ ਨਹੀਂ। ਤਾਂ ਸਰਕਾਰ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਅਸੀਂ ਕਰ ਸਕਦੇ ਹਾਂ। ਹਾਂ, ਦੇਸ਼ ਧਰੋਹੀ ਉਦੋਂ ਹੁੰਦੀ ਹੈ ਜਦੋਂ ਬੰਦਾ ਆਪਣਾ ਮਕਸਦ ਹਾਸਲ ਕਰਨ ਵਾਸਤੇ ਹਥਿਆਰਾਂ ਦਾ ਓਟ ਆਸਰਾ ਲਵੇ, ਉਹ ਹਥਿਆਰ ਚੁੱਕੇ, ਉਹਨੂੰ ਅਸੀਂ ਬਗਾਵਤ ਕਹਾਂਗੇ ਨਹੀਂ। ਇਹ ਬਗਾਵਤ ਨਹੀਂ ਬਣਦੀ, ਇਹ ਰਾਜ ਧਰੋਹੀ ਦੀ। ਲੇਕਿਨ ਇੱਕ ਬੰਦੇ ਨੇ ਕਲਮ ਨਾਲ ਕੁਛ ਲਿਖਤਾ, ਉਹਨੇ ਕੰਪਿਊਟਰ ਤੇ ਲਿਖਤਾ, ਆਨਲਾਈਨ ਲਿਖਤਾ, ਚਾਹੇ ਉਹਨੇ ਪ੍ਰਿੰਟ ਕਰਤਾ, ਉਸ ਬੰਦੇ ਦੇ ਖਿਲਾਫ 124A ਕਿੱਥੋਂ ਆ ਗਈ? ਦੂਜੀ ਗੱਲ, ਉਹਨੇ ਇਹ ਕਹਿ ਦਿੱਤਾ ਕਿ ਮਿਸਟਰ ਵਿਜੇ ਰੂਪਾਨੀ ਨੂੰ ਹਟਾਇਆ ਜਾ ਰਿਹਾ ਹੈ। ਇੱਕ ਖਬਰ ਹੈ, ਇਹਦੇ ਨਾਲ ਅਸੀਂ ਕਿਵੇਂ ਕਵਾਂਗੇ ਕਿ ਜਿਹੜਾ ਆਫਤ ਪ੍ਰਬੰਧਨ ਹੈ, ਆਫਤ ਨੂੰ ਕੰਟਰੋਲ ਕਰਨ ਵਾਲਾ ਜਿਹੜਾ ਪ੍ਰਬੰਧ ਹੈ, ਉਹਦੇ ਖਿਲਾਫ ਕੋਈ ਅਫਵਾਹ ਤਾਂ ਹੈ ਹੀ ਕੋਈ ਨਹੀਂ ਉਹਦੇ ਖਿਲਾਫ। ਜਿਹੜੀ ਕਰਫਿਊ ਨਾਲ ਰਿਲੇਟਡ ਜਾਂ ਲਾਕਡਾਊਨ ਨਾਲ ਰਿਲੇਟਡ ਤਾਂ ਕੋਈ ਗੱਲ ਹੀ ਹੈਗੀ। ਲੇਕਿਨ ਡਿਜ਼ਾਸਟਰ ਮੈਨੇਜਮੈਂਟ ਦੀ ਜਿਹੜੀ ਹੈਗੀ ਹੈ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਨਾ, ਇਹ ਸਪਸ਼ਟ ਕਰਦਾ ਕਿ ਅਸਲ ਦੇ ਵਿੱਚ ਉਹਨੇ ਇਹ ਕਿਉਂ ਲਿਖਿਆ ਮੁੱਖ ਮੰਤਰੀ ਸਾਹਿਬ ਨੂੰ ਹਟਾਇਆ ਜਾ ਰਿਹਾ। ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਪੱਚੀ ਨਹੀਂ ਔਰ ਉਹਨਾਂ ਨੇ ਉਹਦੇ 'ਚ ਕੇਸ ਰਜਿਸਟਰ ਕਰਵਾਤਾ। ਮੇਰਾ ਖਿਆਲ ਹੈ ਵੀ ਇਹ ਡੈਮੋਕ੍ਰੇਸੀ ਦੇ ਉੱਤੇ ਬਹੁਤ ਵੱਡਾ ਇੱਕ ਅਟੈਕ ਹੈ। ਗੱਲ ਕੱਲੀ ਇੱਥੇ ਨਹੀਂ ਮੁੱਕਦੀ। ਇੰਡੀਅਨ ਐਕਸਪ੍ਰੈਸ ਦੇ ਇੱਕ ਰਿਪੋਰਟਰ ਨੇ ਇਹ ਲਿਖ ਦਿੱਤਾ ਕਿ ਮਿਸਟਰ ਜਿਹੜਾ ਤਬਲੀਗੀ ਜਮਾਤ ਦਾ ਮੁਖੀ ਹੈ, ਪ੍ਰਮੁੱਖ ਹੈ, ਮੌਲਾਨਾ ਸਾਦ ਦੀਆਂ ਪੁਰਾਣੀਆਂ 20 ਆਡੀਓਜ਼ ਲੈ ਕੇ ਉਹਨਾਂ ਆਡੀਓਜ਼ ਦੀ ਤੋੜ ਭੰਨ ਕਰਕੇ ਇੱਕ ਨਵੀਂ ਆਡੀਓ ਤਿਆਰ ਕੀਤੀ ਗਈ ਹੈ, ਜਿਹਦੇ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਸਰਕਾਰ ਦੇ ਕਹੇ ਮੁਤਾਬਕ ਆਪਾਂ ਨਹੀਂ ਲੱਗਣਾ, ਆਪਾਂ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਨੂੰ ਕਾਇਮ ਨਹੀਂ ਰੱਖਣਾ, ਆਪਾਂ ਧਾਰਮਿਕ ਸਥਾਨ ਦੇ ਵਿੱਚ ਜਾਣਾ ਹੀ ਜਾਣਾ, ਤੁਸੀਂ ਸਾਰੇ ਆਓ। ਔਰ ਉਹਨੇ ਕਰੋਨਾ ਫੈਲਾਇਆ। ਇਹ ਜਿਹੜੀ ਇੱਕ ਆਡੀਓ ਚੱਲਦੀ ਸੀ, ਇਹ ਉਹਦੇ ਖਿਲਾਫ ਜਿਹੜਾ ਇੱਕ ਪ੍ਰਚਾਰ ਚੱਲਦਾ ਸੀ, ਉਹ ਲਿਖ ਦਿੱਤਾ ਐਕਸਪ੍ਰੈਸ ਅਖਬਾਰ ਦੇ ਇੱਕ ਰਿਪੋਰਟਰ ਨੇ ਕਿ ਦਿੱਲੀ ਪੁਲਿਸ ਇਹ ਸਮਝ ਰਹੀ ਹੈ ਕਿ ਇਹ ਅਸਲ ਦੇ ਵਿੱਚ ਇੱਕ ਫੇਕ ਹੈ। ਉਹਨੂੰ ਦਿੱਲੀ ਪੁਲਿਸ ਨੇ ਸਮਨ ਕਰ ਲਿਆ। ਲੇਕਿਨ ਕੇਂਦਰ ਸਰਕਾਰ ਦਾ ਇੱਕ ਗ੍ਰਹਿ ਵਿਭਾਗ ਦਾ ਹੋਰ ਅਦਾਰਾ, ਪੁਲਿਸ ਨਾਲ ਰਿਲੇਟਡ ਅਦਾਰਾ, ਉਹਨੇ ਇੱਕ 40 ਪੇਜਾਂ ਦੀ ਰਿਪੋਰਟ ਤਿਆਰ ਕੀਤੀ। ਉਹ ਕਹਿੰਦੇ ਠੀਕ ਹੈ, ਉਹਨੂੰ ਸਮਨ ਕੀਤਾ ਹੋਇਆ। ਇਹ ਆਪਦੀ ਥਾਂ ਤੇ ਹੈ। ਦਾ ਵੈਰ ਬੜਾ ਵਧੀਆ ਪੋਰਟਲ ਹੈ, ਬਹੁਤ ਵਧੀਆ ਚੱਲਦੀ ਹੈ। ਦਾ ਵੈਰ ਦਾ ਜਿਹੜਾ ਐਡੀਟਰ ਹੈ, ਫਾਊਂਡਰ ਐਡੀਟਰ ਹੈ ਮਿਸਟਰ ਸਿਧਾਰਥ ਵਰਦਾ ਰਾਜਨੀ, ਬੜਾ ਜ਼ਬਰਦਸਤ ਜਿਹੜਾ ਹੈਗਾ ਰਿਪੋਰਟਰ ਹੈ, ਪੱਤਰਕਾਰ ਹੈ, ਔਰ ਉਹ ਸਿਸਟਮ ਨੂੰ ਸਵਾਲ ਕਰਦਾ। ਉਹਨੇ ਕਦੇ ਕਿਸੇ ਨੂੰ ਸਪੇਅਰ ਨਹੀਂ ਕੀਤਾ, ਕਿਸੇ ਵੀ ਧਿਰ ਦੇ ਨਾਲ ਉਹਨੇ ਕਦੇ ਬੇਇਨਸਾਫੀ ਨਹੀਂ ਕੀਤੀ, ਕਿਸੇ ਨਾਲ ਲਿਹਾਜ਼ ਨਹੀਂ ਕੀਤੀ। ਸਰਕਾਰ ਭਾਵੇਂ ਡਾਕਟਰ ਮਨਮੋਹਨ ਸਿੰਘ ਦੀ ਸੀ, ਭਾਵੇਂ ਨਰਿੰਦਰ ਮੋਦੀ ਦੀ ਹੈ, ਭਾਵੇਂ ਕੇਜਰੀਵਾਲ ਦੀ ਸੀ, ਤੇ ਭਾਵੇਂ ਸ਼ੀਲਾ ਦੀਕਸ਼ਿਤ ਦੀ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ, ਉਹ ਹਰ ਥਾਂ ਦੇ ਉੱਤੇ ਬੰਦਾ ਸਵਾਲ ਉਠਾਉਂਦਾ ਹੈ। ਉਹਨੇ ਇੱਕ ਗੱਲ ਕਰਤੀ ਕਿ ਲਾਕਡਾਊਨ ਦੇ ਚੱਲਦਿਆਂ, ਉਹਨੇ ਖਬਰ ਲਿਖੀ ਉਹਦੀ ਇੱਕ ਉਸ ਵੈਰ ਨੇ
ਕਿ ਲਾਕਡਾਊਨ ਦੇ ਚੱਲਦਿਆਂ ਅਯੁੱਧਿਆ ਦੇ ਵਿੱਚ ਜਿਹੜਾ ਜਿੱਥੇ ਰਾਮ ਮੰਦਿਰ ਬਣਾਉਣ ਵਾਲੀ ਜਗ੍ਹਾ ਹੈ ਉੱਥੇ ਜਿਹੜੇ ਹੈਗੇ ਹੈ ਕਾਫੀ ਸਾਰੇ ਲੋਕ ਇਕੱਠੇ ਹੋਏ, ਜਿਹਦੇ ਵਿੱਚ ਉੱਥੋਂ ਦਾ ਮੁੱਖ ਮੰਤਰੀ ਵੀ ਗਿਆ ਹੈ। ਇਹ ਸੋਸ਼ਲ ਡਿਸਟੈਂਸ ਨੇ ਧੱਜੀਆਂ ਉਡਾਤੀਆਂ। ਇੱਕ ਨਹੀਂ ਉਹਦੇ ਖਿਲਾਫ 2 ਕੇਸ ਰਜਿਸਟਰ ਕਰਤੇ, ਉਹਨੂੰ ਵੀ ਸਮਨ ਕੀਤਾ ਵੀ ਤੂੰ ਆ ਕੇ ਦੱਸ ਭਾਈ, ਤੂੰ ਆਪਣੀ ਆ ਕੇ ਗੱਲ ਕਰ। ਏਦਾਂ ਹੀ ਜੇ ਅਸੀਂ ਦੇਖੀਏ, ਅਸੀਂ ਜਿਹੜਾ ਅਰਬਨ ਗੋਸਵਾਮੀ ਹੈ, ਅਰਬਨ ਗੋਸਵਾਮੀ ਝੂਠ ਸੱਚ ਜਿਹੜਾ ਦੂਜੀਆਂ ਵਿਰੋਧੀ ਧਿਰਾਂ ਨੂੰ, ਸਾਰਾ ਦਿਨ ਵਿਰੋਧੀ ਲੀਡਰਾਂ ਨੂੰ ਮਿਲਦਾ ਰਹਿੰਦਾ ਹੈ। ਉਹ ਅਜਿਹਾ ਪ੍ਰਚਾਰ ਪ੍ਰਸਾਰ ਕਰਦਾ ਆਪਦੇ ਟੀਵੀ ਤੋਂ, ਦੀ ਰਿਪਬਲਿਕ ਭਾਰਤ ਤੋਂ, ਕਿ ਜਿਹਦੇ ਨਾਲ ਕਮਿਊਨਲ ਹਾਰਮਨੀ ਨੂੰ ਨੁਕਸਾਨ ਪਹੁੰਚਦਾ ਹੈ। ਉਹ ਹਿੰਦੂ ਤੇ ਮੁਸਲਮਾਨਾਂ ਦੇ ਦਰਮਿਆਨ ਗੜਬੜ ਕਰਵਾਉਣ ਦੀ ਕੋਈ ਕਸਰ ਨਹੀਂ ਛੱਡਦਾ। ਬਹੁਤ ਘਟੀਆ ਤਰੀਕੇ ਦੇ ਨਾਲ ਉਹ ਜਿਹੜਾ ਹੈਗਾ ਇੱਥੋਂ ਦੇ ਫਿਰਕੂ ਏਜੰਡੇ ਦੇ ਵਿੱਚ ਭਾਗ ਲੈਂਦਾ, ਫਿਰਕੂ ਏਜੰਡਾ ਲਾਗੂ ਕਰਨ ਦੀ ਗੱਲ ਕਰਦਾ, 2 ਫਿਰਕਿਆਂ ਦੇ ਦਰਮਿਆਨ ਪਾੜਕ ਪਾਉਣ ਦੀ ਗੱਲ ਕਰਦਾ। ਲੇਕਿਨ ਉਹਨੂੰ ਬਚਾਉਣ ਵਾਸਤੇ ਉਹ ਵਕੀਲ ਤੁਸ਼ਾਰ ਮਹਿਤਾ ਸਾਹਿਬ ਜਿਹੜੇ ਭਾਰਤ ਦੇ ਸੋਲਿਸਿਟਰ ਜਨਰਲ ਵੀ ਹੈ, ਉਹ ਸ਼ਾਮ ਨੂੰ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੁੰਦੇ ਹੈ। ਇਹਦੇ ਤੋਂ ਸਾਰਾ ਲੱਗਦਾ ਕੀ ਹੈ ਕਿ ਜੇ ਤਾਂ ਭਗਵਾਂ ਬ੍ਰਿਗੇਡ ਦੇ ਕੋਈ ਹੱਕ 'ਚ ਬੋਲਦਾ ਉਹਨੂੰ ਕਹਿੰਦੇ ਜੀ ਪੱਤਰਕਾਰ ਹੈ, ਜੇ ਕੋਈ ਬੰਦਾ ਵਿਰੋਧ 'ਚ ਬੋਲਦਾ, ਵਿਰੋਧੀ ਧਿਰ ਦੇ ਹੱਕ ਵਿੱਚ ਪਾਉਂਦਾ, ਉਹਨੂੰ ਕਹਿੰਦੇ ਜੀ ਇਹ ਦੇਸ਼ ਧਰੋਹੀ ਹੈ, ਰਾਜ ਧਰੋਹੀ ਹੈ, ਉਹਦੇ ਦੇ ਪਰਚੇ ਹੁੰਦੇ ਹੈ। ਇਹਨੂੰ ਅਸੀਂ ਕਹਿੰਦੇ ਹਾਂ ਕਿ ਮੁਲਕ ਤਾਨਾਸ਼ਾਹੀ ਵਾਲੇ ਪਾਸੇ ਨੂੰ ਜਾ ਰਿਹਾ ਹੈ। ਹੋਰ ਤਾਨਾਸ਼ਾਹੀ ਦੇ ਕੋਈ ਸਿੰਘ ਨਹੀਂ ਲੱਗੇ ਹੁੰਦੇ। ਆਹੀ ਤਾਨਾਸ਼ਾਹੀ ਹੈ ਕਿ ਜਿੰਨੀਆਂ ਵੀ ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਤਬਾਹ ਕਰ ਦਿਓ, ਉਹਨਾਂ ਨੂੰ ਗਲਾ ਦਬਾ ਦਿਓ, ਉਹਨਾਂ ਦਾ ਖਤਮ ਕਰ ਦਿਓ। ਜਿੰਨੀਆਂ ਵੀ ਕੰਸਟੀਟਿਊਸ਼ਨਲ ਸਾਡੀਆਂ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਤਬਾਹ ਕਰ ਦਿਓ, ਔਰ ਇੱਕ ਤਰੀਕੇ ਦੇ ਨਾਲ ਤੁਸੀਂ ਆਪਣਾ ਜਿਹੜਾ ਹੈਗਾ ਏਜੰਡਾ ਲਾਗੂ ਕਰੀ ਜਾਓ। ਆਹੀ ਤਾਂ ਤਾਨਾਸ਼ਾਹੀ, ਹੋਰ ਤਾਨਾਸ਼ਾਹੀ ਦੇ ਕੋਈ ਸਿੰਘ ਨਹੀਂ ਲੱਗੇ ਹੁੰਦੇ। ਜੀ ਬਿਲਕੁਲ ਜੀ। ਹਾਂਜੀ ਵੀਰ ਜੀ, 3200 ਸਵਾਗਤ ਹੈ ਵੀਰ ਜੀ ਤੁਹਾਡਾ। ਸੁਖਿੰਦਰ ਜੀ ਸਤਿ ਸ਼੍ਰੀ ਅਕਾਲ। ਸੁਖਦੇਵ ਸਾਹਿਬ ਗੱਲ ਕਰ ਰਹੇ ਹਾਂ ਜੀ। ਜੀ ਸਭ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਵਨ ਟੱਚ ਕਮਿਊਨੀਕੇਸ਼ਨ ਤੇ ਜਿਹੜੀਆਂ ਕੁਝ ਡੀਲ ਹੈਗੀਆਂ ਨੇ, ਖਾਸ ਤੌਰ ਤੇ ਮੈਂ ਜ਼ਿਕਰ ਕਰੂੰਗਾ ਜੀ ਸੈੱਲਫੋਨ ਦੇ ਪਲਾਨ। $25 ਦਾ ਪਲਾਨ ਆ ਜੀ, ਪੂਰੇ ਕੈਨੇਡਾ ਵਾਈਡ ਅਨਲਿਮਟਿਡ ਟਾਕ ਹੋਊਗੀ ਤੇ ਇੰਟਰਨੈਸ਼ਨਲ ਟੈਕਸਟ ਮੈਸੇਜ ਤੇ ਉੱਪਰ 1 GB ਦਾ ਡਾਟਾ ਵੀ ਮਿਲੂਗਾ ਜੀ। ਸੋ ਸਰੋਤੇ ਆਪਣਾ ਪੁਰਾਣਾ ਨੰਬਰ ਜਿਹੜਾ ਉਹ ਰੱਖ ਸਕਦੇ ਨੇ। ਇਸ ਦੇ ਨਾਲ ਸਾਡੇ ਕੋਲ ਇੱਕ ਪਲਾਨ ਹੈ ਜੀ $40 ਦਾ, ਜਿਸ ਵਿੱਚ 5 GB ਡਾਟਾ, ਉਸ ਤੋਂ ਬਾਅਦ ਡਾਟਾ ਜਿਹੜਾ ਬਿਲਕੁਲ ਅਨਲਿਮਟਿਡ ਹੋ ਜਾਊਗਾ। ਇਹ ਵੀ ਡੀਲ ਆਪਣੇ ਕੋਲ ਕੈਨੇਡਾ ਵਾਈਡ ਆ। ਸੋ ਅੱਜ ਇੱਕ ਮੈਂ ਸਪੈਸ਼ਲ ਡੀਲ ਦੱਸਣੀ ਆ ਜੀ। $85 ਦੀ ਡੀਲ ਹੈ, ਟੈਕਸ ਪਾ ਕੇ ਤਕਰੀਬਨ $95 ਦੀ ਬਣ ਜਾਣੀ ਆ, ਜਿਸ ਵਿੱਚ ਬਿਲਕੁਲ ਅਨਲਿਮਟਿਡ ਡਾਟਾ ਮਿਲੂਗਾ ਜੀ। ਜਿੰਨਾ ਮਰਜ਼ੀ ਡਾਟਾ ਸਰੋਤੇ ਯੂਜ਼ ਕਰਨ, ਕਿਸੇ ਤਰ੍ਹਾਂ ਵੀ ਜਾ ਕੇ ਕੋਈ ਜਿਹੜਾ ਡਾਟਾ ਉਹ ਸਲੋ ਨਹੀਂ ਹੋਊਗਾ। ਔਰ ਇਹ ਡੀਲ ਜਿਹੜੀ ਆ ਕੈਨੇਡਾ, ਅਮਰੀਕਾ ਤੇ ਮੈਕਸੀਕੋ ਤੱਕ ਬਿਨਾਂ ਰੋਮਿੰਗ ਤੋਂ ਯੂਜ਼ ਕਰ ਸਕਦੇ ਆ। ਆਪਣਾ ਲੋਕਲ ਨੰਬਰ ਰੱਖ ਸਕਦੇ ਆ। ਲੋਕਲ ਨੰਬਰ ਤੇ ਕਾਲ ਤੇ ਟੈਕਸਟ ਮੈਸੇਜ ਵੀ ਅਵੇਲੇਬਲ ਹੋਣਗੇ ਜੀ। ਜਾਂ ਫਿਰ ਜਿਹੜੇ ਵੀਰ ਜਿਨ੍ਹਾਂ ਕੋਲ USA ਦੇ ਨੰਬਰ ਦੇ ਉੱਤੇ ਜਿਨ੍ਹਾਂ ਨੇ ਅਨਲਿਮਟਿਡ ਡਾਟਾ ਲਿਆ ਹੋਇਆ ਕਿਸੇ ਵੀ ਕੰਪਨੀ ਨਾਲ, ਤੇ ਉਹ ਚਾਹੁੰਦੇ ਨੇ ਵੀ ਉਸੇ ਨੰਬਰ ਦੇ ਉੱਤੇ ਆਪਣਾ ਕੈਨੇਡਾ ਵਾਲਾ ਨੰਬਰ ਕਾਲ ਤੇ ਟੈਕਸਟ ਲੈਣਾ ਚਾਹੁੰਦੇ ਨੇ, ਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਜੀ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਕਈ ਦਿਨਾਂ ਤੋਂ ਆਪਾਂ ਸਮਾਲ ਬਿਜ਼ਨਸ ਦੇ ਉੱਤੇ ਜਿਹੜੇ ਇੱਕ ਰਜਿਸਟਰਡ ਕੰਪਨੀ ਹੈ ਉਹਦੇ ਉੱਤੇ ਵੀ ਆਪਾਂ ਕੈਨੇਡਾ ਵਾਈਡ ਜਿਹੜੇ ਆਪਾਂ ਸੈੱਲਫੋਨ ਦੇ ਪਲਾਨ ਦੇ ਰਹੇ ਹਾਂ। ਸੋ ਪਹਿਲੀ ਲਾਈਨ $70 ਚ 20 GB ਹੋਊਗੀ। ਉਸ ਤੋਂ ਬਾਅਦ ਅਗਲੀ ਲਾਈਨ ਜਿਹੜੀ ਆ ਸਾਡੇ ਕੋਲ 45 ਦੇ ਵਿੱਚ 20 GB ਡਾਟਾ ਸਰੋਤੇ ਲੈ ਸਕਦੇ ਨੇ। ਔਰ ਨਾਲ ਹੀ ਦੱਸਣਾ ਚਾਹੁੰਦਾ ਕਿ ਘਰ ਦੇ ਵਿੱਚ ਜਾਂ ਬਿਜ਼ਨਸ ਉੱਤੇ ਵਧੀਆ ਇੰਟਰਨੈਟ ਲਵਾਉਣਾ ਚਾਹੁੰਦੇ ਨੇ, ਅਨਲਿਮਟਿਡ ਫਾਈਬਰ ਇੰਟਰਨੈਟ ਦੇ ਪਲਾਨ ਬਹੁਤ ਹੀ ਵਧੀਆ ਰੇਟਾਂ ਦੇ ਉੱਤੇ ਆਪਣੇ ਕੋਲ ਇਸ ਵਕਤ ਚੱਲਦੇ ਪਏ ਨੇ ਜੀ। ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਘਰ ਦਾ ਫੋਨ ਜਿਹੜਾ ਹੈਗਾ ਜੀ ਆਪਣੇ ਕੋਲ ਕਿਸੇ ਵੀ ਪ੍ਰੋਵਿੰਸ ਤੋਂ ਸਰੋਤੇ ਜਿਹੜੇ ਨੇ ਉਹ ਇਹ ਫੋਨ ਲੈ ਸਕਦੇ ਤੇ ਆਪਣਾ ਨੰਬਰ ਵੀ ਰੱਖ ਸਕਦੇ ਨੇ। ਇੰਡੀਆ ਦੇ ਨਾਲ ਨਾਲ ਜਿਹੜੇ ਨੇ ਹੋਰ ਬਹੁਤ ਸਾਰੇ ਮੁਲਕ ਨੇ ਜਿੱਥੇ ਆਪਾਂ ਲੈਂਡਲਾਈਨ ਤੇ ਸੈੱਲਫੋਨਾਂ ਦੇ ਉੱਤੇ ਗੱਲਬਾਤ ਕਰ ਸਕਦੇ ਹਾਂ। ਸੋ ਅਗਰ ਕਿਸੇ ਵੀ ਸਰੋਤੇ ਕੋਲ ਡੀਲ ਲੱਗੀ ਹੋਈ ਆ ਤੇ ਬਿੱਲ ਉਹਨਾਂ ਦਾ ਮੰਥਲੀ $20 ਤੋਂ ਜ਼ਿਆਦਾ ਹੋ ਚੁੱਕਾ, ਸਰੋਤੇ ਸਾਡੇ ਨਾਲ ਸੰਪਰਕ ਕਰ ਲੈਣ। ਬਿੱਲ ਦੀ ਵੀ ਗਰੰਟੀ ਕਰਦੇ ਕਿ ਬਿੱਲ ਬਾਰ-ਬਾਰ ਨਹੀਂ ਵਧਣਾ। ਫੋਨ ਦਾ ਅਡੈਪਟਰ ਜਿਹੜਾ $70 ਦਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ। ਤੇ ਸੈੱਲਫੋਨਾਂ ਦੇ ਉੱਤੇ ਜਿਹੜੀ ਆ ਫ੍ਰੀ ਆਪਾਂ ਐਪ ਵੀ ਪਾ ਕੇ ਦੇਵਾਂਗੇ ਜਿੱਥੋਂ ਵਰਲਡ ਵਾਈਡ ਸਰੋਤੇ ਗੱਲਾਂ ਬਾਤਾਂ ਕਰ ਸਕਦੇ ਨੇ। ਸੋ ਬਿਜ਼ਨਸ ਫੋਨ ਹੈ ਜੀ, ਆਪਣਾ ਕੋਈ ਵੀ ਸਟੋਰ ਹੈ, ਕੋਈ ਆਫਿਸ ਹੈ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਹੈ। ਸੋ ਬਿਜ਼ਨਸ ਲਾਈਨਸ ਲੈਣੀਆਂ ਨੇ, ਚਾਹੇ ਇੱਕ ਲਾਈਨ ਲੈਣੀ ਹੈ, ਜ਼ਿਆਦੀਆਂ ਲਾਈਨਸ ਲੈਣੀਆਂ ਨੇ। ਸੋ ਪਰ ਲਾਈਨ ਜਿਹੜੀ ਆਪਣੀ ਹੈਗੀ ਆ $20 ਦੀ, ਜਿਸ ਵਿੱਚ ਸਾਰੇ ਕਾਲਿੰਗ ਫੀਚਰ ਮਿਲਣਗੇ ਤੇ ਨਾਰਥ ਅਮਰੀਕਾ ਅਨਲਿਮਟਿਡ। ਬਹੁਤ ਸਾਰੀਆਂ ਹੋਰ ਡੀਲ ਨੇ ਜੀ। ਸਰੋਤੇ ਸਾਨੂੰ ਕਾਲ ਕਰ ਸਕਦੇ ਨੇ। ਸਾਡਾ ਨੰਬਰ ਹੈ ਜੀ 905 203 3636 905 203 3636 905 203 3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਸੁਖਿੰਦਰ ਜੀ ਬਹੁਤ ਧੰਨਵਾਦ, ਮਿਹਰਬਾਨੀ। ਧੰਨਵਾਦ ਸੁਖਦੇਵ ਜੀ। ਇਹ ਜਿਹੜੀਆਂ ਡੀਲਾਂ ਆ ਤੁਸੀਂ ਇਕੱਲੇ ਅੰਟਾਰੀਓ ਦੇ ਵਿੱਚ ਨਹੀਂ, ਕਿਊਬਿਕ ਦੇ ਵਿੱਚ ਵੀ ਲੈ ਸਕਦੇ ਹੋ। ਤੁਸੀਂ ਫੋਨ ਕਰਕੇ ਆਪਣੇ ਘਰੇ ਬੈਠੇ ਵੀ ਮੰਗਾ ਸਕਦੇ ਆ ਜੀ। 905 203 3636 ਤੇ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਆ।
ਇਹ ਨਾ ਸਮਝੋ ਕਿ ਅੰਟਾਰੀਓ ਦੇ ਵਿੱਚ ਹੈ ਜੀ, ਤੁਸੀਂ ਜਿੱਥੇ ਤੱਕ ਵੀ ਸਾਡੀ ਆਵਾਜ਼ ਪਹੁੰਚਦੀ ਹੈ ਤੁਸੀਂ ਉੱਥੋਂ ਤੱਕ ਹੀ ਆਰਡਰ ਕਰ ਸਕਦੇ ਹੋ। ਸੁਖਿੰਦਰ ਜੀ, ਜਿਹੜੀਆਂ ਫੋਨ ਲਾਈਨਸ ਹੈਗੀਆਂ ਨੇ ਉਹ ਪੂਰੇ ਕੈਨੇਡਾ ਵਾਈਡ ਹੈ, ਜਿਹੜੀ ਇੰਟਰਨੈਟ ਹੈਗੀ ਹੈ ਜੀ ਉਹ ਕਿਊਬੈਕ ਤੇ ਓਨਟਾਰੀਓ ਵਾਸਤੇ ਹੈ। ਸੋ ਜਿਹੜੇ ਫੋਨ ਨੇ ਜੀ, ਚਾਹੇ ਉਹ ਸੈੱਲ ਫੋਨ ਨੇ ਚਾਹੇ ਉਹ ਹੋਮ ਫੋਨ ਨੇ, ਉਹ ਕੈਨੇਡਾ ਵਾਈਡ ਕਿਤੋਂ ਵੀ ਲੈ ਸਕਦੇ ਨੇ ਜੀ। ਜੀ ਧੰਨਵਾਦ ਜੀ, ਧੰਨਵਾਦ। ਤਾਂ ਬਿਲਕੁਲ ਜੀ ਢਿੱਲੋਂ ਸਾਹਿਬ, ਆਪਾਂ ਚੱਲਦੇ ਜੀ। 5ਵੇਂ ਸੰਬੋਧਨ ਚ ਮੋਦੀ ਨੇ ਪ੍ਰਵਾਸੀ ਮਜ਼ਦੂਰਾਂ ਦਾ ਜ਼ਿਕਰ ਇੱਕ ਵਾਰ ਵੀ ਨਹੀਂ ਕੀਤਾ ਜੀ। ਬਿਲਕੁਲ ਜੀ, ਮੋਦੀ ਸਾਹਿਬ ਨੇ ਦੇਸ਼ ਨੂੰ ਕੱਲ ਸੰਬੋਧਨ ਕੀਤਾ ਸੀ ਤੇ ਉਹਨਾਂ ਨੇ ਹੀ ਕਿਹਾ ਸੀ ਕਿ 20,000 ਕਰੋੜ ਰੁਪਏ ਦਾ ਅਸੀਂ ਪੈਕੇਜ ਦੇ ਰਹੇ ਹਾਂ ਜੀ। ਔਰ ਜਿਵੇਂ ਕਿ ਬਿਲਗਾ ਸਾਹਿਬ ਪਹਿਲਾਂ ਦੱਸ ਕੇ ਗਏ, ਉਹਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਭਾਰਤ ਦੀ ਜਿਹੜੀ GDP ਹੈ ਉਹਦਾ 10% ਹੋਊਗਾ। ਇਹਦੇ ਨਾਲ ਉਹ ਇਹ ਸਪਸ਼ਟ ਕਰਨਾ ਚਾਹੁੰਦੇ ਸੀ, ਸਾਬਤ ਕਰਨਾ ਚਾਹੁੰਦੇ ਸੀ ਕਿ ਅਸੀਂ ਬਾਕੀ ਦੇਸ਼ਾਂ ਦੇ ਮੁਕਾਬਲੇ ਜਾ ਰਹੇ ਹਾਂ ਜੀ। ਵੈਸੇ ਜੇ ਅਸੀਂ ਦੇਖੀਏ ਤਾਂ ਜਾਪਾਨ ਆਪਣੀ GDP ਦਾ 21% ਦੇ ਰਿਹਾ ਹੈ, ਉਹਨੇ ਪੈਕੇਜ ਦਿੱਤਾ ਹੈ। USA ਨੇ ਇਸ ਮਾਮਲੇ ਦੇ ਵਿੱਚ 13% ਦਾ ਅੰਕੜਾ ਹਾਸਲ ਕੀਤਾ, ਸਵੀਡਨ ਦਾ 21% ਹੈ ਔਰ ਜਰਮਨ ਦਾ 10.7% ਹੈ ਜੀ। ਲੇਕਿਨ ਜਿਵੇਂ ਕਿ ਸਾਡੇ ਕਾਲਰ ਸਾਹਿਬ ਪਹਿਲਾਂ ਦੱਸ ਕੇ ਗਏ ਹੈ ਕਿ ਜੋ ਕੁਝ ਦਿੱਤਾ ਜਾ ਰਿਹਾ ਹੈ ਉਹ ਜਿੱਥੇ ਦੇਣਾ ਚਾਹੀਦਾ ਸੀ ਉੱਥੇ ਨਹੀਂ ਦਿੱਤਾ ਗਿਆ। ਅਭਿਜੀਤ ਬੈਨਰ ਜੀ, ਜਿਨ੍ਹਾਂ ਨੇ ਭੁੱਖਮਰੀ ਤੋਂ ਛੁਟਕਾਰਾ ਦਿਵਾਉਣ ਵਾਸਤੇ ਆਪਣਾ ਇੱਕ ਪ੍ਰੋਗਰਾਮ ਦਿੱਤਾ ਤੇ ਉਸ ਪ੍ਰੋਗਰਾਮ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨੋਬਲ ਅਵਾਰਡ ਮਿਲਿਆ ਗਿਆ ਸੀ ਜੀ। ਉਹਨਾਂ ਨੇ ਪਿਛਲੇ ਦਿਨਾਂ 'ਚ ਇਹੀ ਗੱਲ ਕਹੀ ਸੀ ਕਿ ਜੇ ਤੁਸੀਂ ਆਰਥਿਕਤਾ ਨੂੰ ਪਟੜੀ ਤੇ ਚਾੜਨਾ ਤਾਂ ਆਮ ਲੋਕ ਜਿਹੜੇ ਹੈਗੇ ਨੇ, ਗਰੀਬ ਲੋਕ ਹੈ, ਵਰਕਿੰਗ ਕਲਾਸ ਦੇ ਲੋਕ ਹੈ, ਉਹਨਾਂ ਦੀ ਪਰਚੇਜ ਸ਼ਕਤੀ ਵਧਾਈ ਜਾਵੇ। ਜੇ ਉਹਨਾਂ ਕੋਲ ਪੈਸਾ ਹੋਊ ਉਹ ਮਾਰਕੀਟ ਦੇ ਵਿੱਚ ਜਾਣਗੇ ਤਾਂ ਮਾਰਕੀਟ ਨੂੰ ਜਿਹੜਾ ਹੈ ਉਛਾਲਾ ਮਿਲਣੇ ਜੀ। ਉਸ ਮਾਮਲੇ ਦੇ ਵਿੱਚ ਇਹਨਾਂ ਨੇ ਕੁਛ ਨਹੀਂ ਕੀਤਾ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਜੋ ਕੁਛ ਕਿਹਾ, ਹੁਣ ਆਪਾਂ ਦੇਖੀਏ ਉਹਨਾਂ ਦਾ ਟੋਟਲ ਭਾਸ਼ਣ ਜਿਹੜਾ ਹੈਗਾ ਉਹ 33 ਮਿੰਟ ਦਾ ਹੈ। 33 ਮਿੰਟ ਦੇ ਵਿੱਚ ਉਹਨਾਂ ਨੇ 2300 ਤੋਂ ਵੱਧ ਇੱਕੋ ਸ਼ਬਦ ਜਿਹੜਾ ਹੈਗਾ 2300 ਤੋਂ ਵੱਧ ਉਹਨਾਂ ਦੇ ਸ਼ਬਦ ਹੈ ਤੇ ਇਹਦੇ ਵਿੱਚ ਉਹਨਾਂ ਨੇ 28 ਵਾਰੀ ਇੱਕੋ ਸ਼ਬਦ ਇਸਤੇਮਾਲ ਕੀਤਾ, ਉਹ ਹੈ ਆਤਮ ਨਿਰਭਰਤਾ। ਆਤਮ ਨਿਰਭਰਤਾ ਦਾ ਇਸਤੇਮਾਲ ਕੀਤਾ ਹੈ ਤੇ ਨਾਲ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਏਜੰਡਾ ਜਿਹੜਾ ਹੈਗਾ ਉਹ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ। ਨਾਲ ਨਾਰਾ ਵੀ ਇਹ ਤਾਂ ਕਿ ਲੋਕਲ ਨੂੰ ਬਣਾ ਦਿਓ ਵੋਕਲ, ਕਿ ਦਲੇਰ ਹੋ ਕੇ ਤੁਸੀਂ ਅਸੀਂ ਲੋਕਲ ਸਮਾਨ ਖਰੀਦਾਂਗੇ। ਪਰ ਇਹ ਜਿਹੜਾ ਲੋਕਲ ਸਮਾਨ ਖਰੀਦਣ ਵਾਲਾ ਕੀ ਹੈ ਜੀ, RSS ਦਾ ਇੱਕ ਵਿੰਗ ਹੈ ਜਿਹਨੂੰ ਸਵਦੇਸ਼ੀ ਜਾਗਰਣ ਮੰਚ ਕਹਿੰਦੇ ਹੈ ਜੀ। ਸਵਦੇਸ਼ੀ ਜਾਗਰਣ ਮੰਚ ਬੜੇ ਲੰਬੇ ਸਮੇਂ ਤੋਂ ਇਸ ਗੱਲ ਤੇ ਲੱਗਿਆ ਹੋਇਆ ਕਿ ਜਿੰਨਾ ਬਾਹਰਲਾ ਪ੍ਰੋਡਕਟ ਹੈ ਉਹ ਇਸ ਦੇਸ਼ ਦੇ ਵਿੱਚ ਨਾ ਲਿਆਂਦਾ ਜਾਵੇ, ਇੱਥੇ ਭਾਰਤ ਦੇ ਬਣਾਏ ਹੋਏ ਪ੍ਰੋਡਕਟ ਹੀ ਵੇਚੇ ਜਾਣ। ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਟੂਥਪੇਸਟ ਇਸਤੇਮਾਲ ਕਰਦੇ ਹੋ, ਇਸ ਟੂਥਪੇਸਟ ਨੂੰ ਇਸਤੇਮਾਲ ਕਰਨ ਦੀ ਕੀ ਲੋੜ ਹੈ। ਭਾਰਤ ਦੇ ਵਿੱਚ ਜਿਹੜੀ ਪੁਰਾਣੀ ਗਾਥਣ ਵਾਲਾ ਸਿਸਟਮ ਹੈ ਸਾਨੂੰ ਉਹੀ ਇਸਤੇਮਾਲ ਕਰਨਾ ਚਾਹੀਦਾ ਹੈ। ਕੱਪੜੇ ਧੋਣ ਲਈ ਕਹਿੰਦੇ ਸਾਬਣ ਦੀ ਕੀ ਲੋੜ ਹੈ। ਪਹਿਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਲੇਡੀਜ਼ ਬੁੜੀਆਂ ਆਪਣੀਆਂ ਦਾਦੀਆਂ ਮਾਵਾਂ ਨਾਨੀਆਂ ਉਹ ਖਾਰ ਪਾਉਂਦੀਆਂ ਹੁੰਦੀਆਂ ਸੀ, ਘੜਿਆਂ ਦੇ ਵਿੱਚ ਤੌੜਿਆਂ 'ਚ ਖਾਰ ਪਾ ਦਿੰਦੀਆਂ ਸੀ ਤੇ ਖਾਰ ਨਾਲ ਕੱਪੜੇ ਧੋਂਦੇ ਹੁੰਦੇ ਸੀ। ਸਵਦੇਸ਼ੀ ਮੰਚ ਵਾਲੇ ਕਹਿੰਦੇ ਵੀ ਅਸੀਂ ਉਸ ਪਾਸੇ ਨੂੰ ਦੇਸ਼ ਨੂੰ ਲੈ ਕੇ ਜਾਣਾ, ਭਾਵ ਪਿਛਲਖੁਰੀ। ਸੋ ਜਿਹੜਾ ਇੰਨੇ ਵਾਰੀ ਇਹਨੇ 28 ਵਾਰੀ ਇਹਦਾ ਇਸਤੇਮਾਲ ਕੀਤਾ ਹੈ ਆਤਮ ਨਿਰਭਰਤਾ ਦਾ, ਇਹ ਸਵਦੇਸ਼ੀ ਜਿਹੜਾ ਇੱਕ RSS ਦਾ ਨਾਰਾ ਏਜੰਡਾ ਉਸ ਵਾਲੇ ਪਾਸੇ ਨੂੰ ਵਧਣਾ ਚਾਹੁੰਦੇ ਹੈ। ਲੇਕਿਨ ਜੇ ਸਹੀ ਮੈਨੇ ਚ ਦੇਖੀਏ ਆਪਾਂ ਤਾਂ ਮਹਾਤਮਾ ਗਾਂਧੀ ਨੇ ਬਹੁਤ ਸਮਾਂ ਪਹਿਲਾਂ ਕਹਿੰਦਾ ਸੀ ਕਿ ਅਸਲੀ ਭਾਰਤ ਜਿਹੜਾ ਹੈਗਾ ਉਹ ਪਿੰਡਾਂ 'ਚ ਵਸਦਾ ਹੈ ਜੀ। ਪਿੰਡਾਂ ਦੇ ਵਿੱਚ ਵਸਣ ਦਾ ਮਤਲਬ ਹੈ ਕਿ ਜੇ ਅਸੀਂ ਇੰਡਸਟਰੀ ਨੂੰ ਉਤਸ਼ਾਹਿਤ ਕਰਨਾ ਤਾਂ ਇੱਥੇ ਸਾਨੂੰ ਅਗਰੇਰੀਅਨ ਖੇਤੀ ਨਾਲ ਸੰਬੰਧਿਤ ਜਿਹੜੀ ਹੈਗੀ ਹੈ ਇੰਡਸਟਰੀ ਉਹ ਲਾਉਣੀ ਪੈਣੀ ਹੈ ਜੀ। ਉਸ ਪਾਸੇ ਕੋਈ ਧਿਆਨ ਨਹੀਂ। ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੁਛ ਕੀਤਾ। ਲੇਕਿਨ ਵੱਡੀ ਗੱਲ ਇਹ ਹੈ ਕਿ ਅਸੀਂ ਦੇਖਿਆ ਸੀ ਪਿਛਲੇ ਦਿਨਾਂ ਦੇ ਵਿੱਚ ਜਦੋਂ ਲਾਕਆਊਟ ਦਾ ਐਲਾਨ ਕੀਤਾ ਗਿਆ, ਗੱਡੀਆਂ ਮੋਟਰਾਂ ਸਭ ਕੁਝ ਬੰਦ ਕਰਦਾ ਸੀ, ਉਦੋਂ ਤੋਂ ਲੈ ਕੇ ਜਿਹੜੇ ਲੱਖਾਂ ਦੀ ਕਰੋੜਾਂ ਦੀ ਤਾਦਾਦ ਦੇ ਵਿੱਚ ਉਹ ਮਜ਼ਦੂਰ ਹੈ ਜਿਹੜੇ ਪ੍ਰਵਾਸ ਕਰਕੇ ਆਉਂਦੇ ਆ ਬਿਹਾਰ ਚੋਂ, ਬੰਗਾਲ ਚੋਂ, ਸਾਡੇ ਪੰਜਾਬ ਦੇ ਵਿੱਚੋਂ ਵੀ ਜਿੱਥੇ ਰੁਜ਼ਗਾਰ ਮਿਲਦਾ ਲੋਕ ਜਾਂਦੇ ਹੈ। ਪੰਜਾਬ ਦਾ ਤਾਂ ਬਹੁਤ ਵੱਡਾ ਭਾਈਚਾਰਾ ਵਿਦੇਸ਼ਾਂ ਦੇ ਵਿੱਚ ਬੈਠਾ, ਉੱਥੇ ਵੀ ਜਾ ਕੇ ਨੌਕਰੀ ਕਰਦੇ ਆ, ਦਿਹਾੜੀ ਕਰਦੇ ਆ, ਆਪਦਾ ਕੰਮ ਕਰਦੇ ਆ, ਲੇਕਿਨ ਉਹਨਾਂ ਨੂੰ ਉਹਨਾਂ ਦੇ ਕੰਮ ਦਾ ਪੂਰਾ ਮੁੱਲ ਮਿਲਦਾ ਹੈ। ਇਹੀ ਕਾਰਨ ਹੈ ਕਿ ਇੱਥੋਂ ਦੇ ਕੁੜੀਆਂ ਮੁੰਡੇ ਜਿਹੜੀ ਨਵੀਂ ਪੀੜ੍ਹੀ ਹੈ, ਨਵੀਂ ਪਨੀਰੀ ਹੈ, ਉਹ +2 ਕਰਕੇ ਆਈਲੈਟਸ ਕਰਕੇ ਛੇਤੀ ਇਹਨਾਂ ਦੇਸ਼ਾਂ ਨੂੰ ਜਾਂਦੇ ਆ ਕਿ ਚਲੋ ਭਾਰਤ ਨਾਲ ਤਾਂ ਉਹ ਦੇਸ਼ ਹੀ ਚੰਗੇ ਆ ਜਿੱਥੇ ਸਾਡੀ ਮਿਹਨਤ ਦਾ ਮੁੱਲ ਤਾਂ ਪੂਰਾ ਮਿਲੂਗਾ। ਸੋ ਵਰਕਿੰਗ ਕਲਾਸ ਹੈ ਜਿਹਨੂੰ ਅਸੀਂ ਮਜ਼ਦੂਰ ਕਹਿ ਦਿੰਦੇ ਹਾਂ, ਖਾਸ ਕਰਕੇ ਪ੍ਰਵਾਸੀ ਮਜ਼ਦੂਰ, ਇਹਨੂੰ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ।
ਆ ਹੁਣ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਚਾਲੇ ਪਾਤੇ ਸੀ ਮਜ਼ਦੂਰਾਂ ਨੇ, ਉਹਨਾਂ ਨੇ ਪੈਦਲ ਨਿਕਲਣਾ ਸ਼ੁਰੂ ਕਰਤਾ ਸੀ। ਇੰਡਸਟਰੀਅਲ ਲਾਬੀ ਹੈ ਜਿਹੜੀ ਉਹ ਪਿੱਠ ਖੜੋਤੀ ਸੀ। ਵੱਖ-ਵੱਖ ਸੂਬਿਆਂ ਦੇ ਇੰਡਸਟਰੀਅਲਿਸਟ ਜਿਹੜੇ ਆ ਆਪੋ ਆਪਣੀਆਂ ਸਰਕਾਰਾਂ ਤੇ ਦਬਾਅ ਪਾਉਣ ਲੱਗੇ ਸੀ ਕਿ ਸ਼੍ਰੀਮਾਨ ਜੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਬਚਾਓ, ਇਹਨਾਂ ਨੂੰ ਜਾਣ ਨਾ ਦਿਓ, ਇਹਨਾਂ ਨੂੰ ਰੋਕੋ, ਇਹ ਇੱਥੇ ਰਹਿਣ। ਕੱਲ ਨੂੰ ਜਦੋਂ ਕਰਫਿਊ ਖੁੱਲ ਗਿਆ, ਕੱਲ ਨੂੰ ਲਾਕਆਊਟ ਖੁੱਲ ਗਿਆ, ਅਸੀਂ ਇੰਡਸਟਰੀ ਕਿਵੇਂ ਚਲਾਵਾਂਗੇ ਜੇ ਇਹ ਮਜ਼ਦੂਰ ਹੀ ਚਲੇ ਗਏ। ਖੇਤੀ ਸੈਕਟਰ ਦੇ ਵਿੱਚ ਵੀ ਦੇਖੀਏ ਤਾਂ ਇਸ ਵੇਲੇ ਬਹੁਤ ਵੱਡੀ ਫਿਕਰਮੰਦੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਕਿ ਪਨੀਰੀ ਤਾਂ ਅਸੀਂ ਝੋਨੇ ਦੀ ਬੀਜ ਦੇਵਾਂਗੇ, ਲੇਕਿਨ ਝੋਨਾ ਜਦੋਂ ਲਾਉਣ ਦੀ ਵਾਰੀ ਆਈ ਉਹ ਲਾਊ ਕੌਣ? ਕਿਉਂਕਿ ਸਾਡੀ ਜਿਹੜੀ ਪੰਜਾਬ ਦੀ ਲੇਬਰ ਆ ਉਹਦਾ ਇਹ ਕੰਮ ਕਰ ਨਹੀਂ ਸਕਦੀ, ਉਹਦਾ ਸੁਭਾਅ ਨਹੀਂ ਹੈ। ਇਹ ਕੰਮ ਤਾਂ ਸਾਡੇ ਕੋਲ ਪ੍ਰਵਾਸੀ ਮਜ਼ਦੂਰ ਕਰਦੇ ਸੀ। ਕੁੱਲ ਮਿਲਾ ਕੇ ਅਸੀਂ ਦੇਖੀਏ ਤਾਂ ਸਾਡੀ ਆਰਥਿਕਤਾ, ਚਾਹੇ ਉਹ ਇੰਡਸਟਰੀਅਲ ਹੈ, ਚਾਹੇ ਉਹ ਅਗਰੇਰੀਅਨ ਹੈ, ਚਾਹੇ ਉਹ ਜਿਹੜੇ ਹੈਗੇ ਆ ਸਾਡੇ ਠੇਲੇ ਲਾ ਕੇ, ਰੇਹੜੀਆਂ ਲਾ ਕੇ ਗਲੀਆਂ ਦੇ ਵਿੱਚ ਤੁਰ ਫਿਰ ਕੇ ਸਬਜ਼ੀ ਵੇਚਣੀ ਹੈ, ਰੱਦੀ ਵੇਚਣੀ ਹੈ, ਰੱਦੀ ਖਰੀਦਣੀ ਹੈ, ਕੁਆੜ ਖਰੀਦਣਾ, ਸਾਰਾ ਕੰਮ ਜਿਹੜਾ ਹੈਗਾ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਕਰਦੇ ਹੈ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਬੜਾ ਲੰਮਾ ਚੌੜਾ ਭਾਸ਼ਣ ਕੀਤਾ, 33 ਮਿੰਟ ਬੋਲੇ। 33 ਮਿੰਟ ਦੇ ਵਿੱਚ ਬੋਲਣ ਤੋਂ ਬਾਅਦ ਉਹਨਾਂ ਨੇ ਇੱਕ ਵੀ ਸ਼ਬਦ ਉਹਨਾਂ ਪ੍ਰਵਾਸੀ ਮਜ਼ਦੂਰਾਂ ਬਾਰੇ ਨਹੀਂ ਕਿਹਾ ਜਿਹੜੇ ਪੈਦਲ ਤੁਰ ਕੇ ਹਜ਼ਾਰਾਂ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ਤੱਕ ਗਏ, ਜਿਹੜੇ ਅਜੇ ਵੀ ਵਿਚਾਰੇ ਰਾਹਾਂ 'ਚ ਭਟਕਦੇ ਫਿਰਦੇ ਆ, ਜਿਨ੍ਹਾਂ ਦੇ ਜੋ ਆਪੋ ਆਪਣੀਆਂ ਸਟੇਟਾਂ ਦੇ ਵਿੱਚ ਜਾਂਦੇ ਆ ਤੇ ਸਟੇਟਾਂ ਦੀ ਬੇਰੁਖੀ ਉਹਨਾਂ ਤੇ ਕਿ ਉਹਨਾਂ ਨੂੰ ਕਹਿੰਦੇ ਤੁਹਾਨੂੰ ਸੈਨੀਟਾਈਜ਼ ਕਰਨਾ, ਉਹਨਾਂ ਦੇ ਤੇ ਕੀਟਨਾਸ਼ਕ ਛਿੜਕੇ ਜਾਂਦੇ ਆ। ਇੱਕ ਸ਼ਬਦ ਉਹਨਾਂ ਬਾਰੇ ਨਹੀਂ ਕਿਹਾ ਗਿਆ। ਇਸ ਗੱਲ ਨੂੰ ਲੈ ਕੇ ਜਿਹੜਾ ਪ੍ਰੋ ਪੀਪਲ ਮੀਡੀਆ ਹੈ, ਪ੍ਰੋ ਪੀਪਲ ਜਿਹੜੀਆਂ ਅਖਬਾਰਾਂ ਹੈ, ਉਹਨਾਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਪ੍ਰਧਾਨ ਮੰਤਰੀ ਐਡੇ ਸੰਵੇਦਨਹੀਨ ਹੋ ਗਏ। ਕਹਿੰਦੇ ਹੋ ਕਿ ਅਸੀਂ ਵਰਕਿੰਗ ਕਲਾਸ ਦੀ ਗੱਲ ਕਰ ਰਹੇ ਹਾਂ, ਲੇਕਿਨ ਉਹਨਾਂ ਦੀ ਸਾਰੀ ਗੱਲਬਾਤ ਤੋਂ ਇਹ ਲੱਗਦਾ ਸੀਗਾ ਕਿ ਉਹ ਜਿਹੜੇ ਹੈਗੇ ਭੁਗਤਣਗੇ, ਕੀ ਹੱਕ 'ਚ ਭੁਗਤਣਗੇ, ਉਹ ਵੱਡਿਆਂ ਦੇ ਹੱਕ ਵਿੱਚ। ਤੇ ਜਿਵੇਂ ਕਿ ਹੁਣ ਮੈਂ ਤਾਂ ਪ੍ਰੋਗਰਾਮ ਭਾਵੇਂ ਨਹੀਂ ਸੁਣਿਆ, ਦੇਖਿਆ ਨਹੀਂ, ਕੱਲ ਨੂੰ ਕਰਾਂਗੇ। ਜਿੰਦਰ ਸਾਹਿਬ ਦੱਸ ਕੇ ਗਏ ਕਿ ਵਰਕਿੰਗ ਕਲਾਸ ਬਾਰੇ ਵੀ ਕੁਛ ਨਹੀਂ ਹੈ, ਕੁਛ ਨਹੀਂ ਦਿੱਤਾ ਗਿਆ। ਜਿੱਥੋਂ ਸਾਡੀ ਆਰਥਿਕਤਾ ਦੇ ਰੁੜਨਾ ਉਹਦੇ ਵਿੱਚ ਕੱਖ ਨਹੀਂ ਹੈ। ਸੋ ਇਸੇ ਕਰਕੇ ਸ਼ਾਇਦ ਪ੍ਰਧਾਨ ਮੰਤਰੀ ਸਾਹਿਬ ਨੇ ਨਾਂ ਨਹੀਂ ਸੀ ਲਿਆ। ਹਾਂ, ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਆਪਣਾ ਭਾਸ਼ਣ ਉਹਨਾਂ ਨੇ ਮੁਕੰਮਲ ਕੀਤਾ ਹੈ, ਉਹਦੇ ਵਿੱਚ ਕਹਿੰਦੇ ਜੀ ਉਹਨਾਂ ਨੇ ਗੀਤਾ ਦੇ ਕੁਝ ਸ਼ਲੋਕ ਪੜ੍ਹਤੇ। ਸ਼ਲੋਕ ਪੜ੍ਹਨ ਦੇ ਨਾਲ ਲੋਕਾਂ ਦਾ ਕਦੇ ਢਿੱਡ ਨਹੀਂ ਭਰਦਾ ਹੁੰਦਾ। ਉਹਨਾਂ ਨੇ ਜਿਹੜੀ ਗੱਲ ਕਹਿਣੀ ਚਾਹੀਦੀ ਲੋਕਾਂ ਦੇ ਸੰਬੰਧ ਵਿੱਚ, ਆਮ ਜਿਹੜੇ ਮਜ਼ਦੂਰ ਤਬਕਾ ਹੈ, ਜਿਹੜੇ ਵਰਕਿੰਗ ਕਲਾਸ ਹੈ, ਉੱਥੇ ਜੋ ਗੱਲ ਕਹਿਣੀ ਚਾਹੀਦੀ ਸੀ ਉਹ ਨਹੀਂ ਕਿਹਾ। ਸਿਰਫ ਤੇ ਸਿਰਫ ਜਿਹੜਾ ਹੈਗਾ ਆਪਣਾ ਇੱਕ ਤਰ੍ਹਾਂ ਚਿਹਰਾ ਲੈ ਕੇ ਆ ਗਏ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਗੱਲ ਕਰਨੀ ਆਉਂਦੀ ਹੈ, ਬੜੀ ਲੱਛੇਦਾਰ ਗੱਲ ਕਰ ਰਹੇ ਹੈ। ਉਹ ਇੱਕ ਭਾਸ਼ਣ ਬਹੁਤ ਵਧੀਆ ਕਰ ਲੈਂਦੇ ਤੇ ਉਸ ਭਾਸ਼ਣ ਦੇ ਰਾਹੀਂ ਹੀ ਮਜ਼ਦੂਰਾਂ ਦੇ ਪੇਟ ਦੇ ਵਿੱਚ ਭੁੱਖ ਜਿਹੜੀ ਉਹਨਾਂ ਨੂੰ ਸਤਾ ਰਹੀ ਹੈ, ਉਹ ਭੁੱਖ ਦਾ ਇਲਾਜ ਕਰਕੇ ਚਲੇ ਗਏ ਹੈ। ਲੇਕਿਨ ਇਹ ਜਿਹੜੀ ਹੈਗੀ ਹੈ ਸਾਡੀ ਆਰਥਿਕਤਾ ਵਾਸਤੇ, ਸਾਡੇ ਦੇਸ਼ ਵਾਸਤੇ ਸਿਹਤਮੰਦ ਨਹੀਂ। ਜੀ ਬਿਲਕੁਲ ਜੀ, ਵਾਕਿਆ ਗੱਲ ਸਹੀ ਆ। ਲੱਛੇਦਾਰ ਭਾਸ਼ਣ ਵਾਸਤੇ ਤਾਂ ਮੋਦੀ ਸਾਹਿਬ ਬੜੇ ਮਸ਼ਹੂਰ ਆ ਜੀ। ਹਾਂਜੀ ਵੀਰ ਜੀ, ਸਵਾਗਤ ਆ ਤੁਹਾਡਾ 9806। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਭਾਈ ਜਿੱਦਾਂ ਮੀਡੀਆ ਦੀ ਗੱਲ ਚੱਲਦੀ, ਮੋਦੀ ਮੀਡੀਆ ਏਦਾਂ ਆਪਣੇ ਇੰਡੀਆ ਦੇ ਵਿੱਚ, ਤੇ ਬਈ ਜਦੋਂ ਆਪਾਂ ਉੱਥੇ ਦੇਖਦੇ ਨੇ, ਬਾਹਰਲੇ ਮੁਲਕਾਂ 'ਚ ਦੇਖਦੇ, ਇੱਥੇ ਹੁਣ ਆਪਣਾ CNN ਨਾਲੇ ਲਾ ਲਓ, ਇਹਨਾਂ ਨੇ ਵੀ ਟਰੰਪ ਦੇ ਉਲਟ ਹੀ ਬੋਲਣਾ ਹੁੰਦਾ ਜ਼ਿਆਦਾਤਰ। ਤੁਸੀਂ ਕੱਢ ਕੇ ਦੇਖੋਗੇ ਤੇ ਫੌਕਸ ਵਾਲੇ ਹੱਥ 'ਚ ਬੋਲਦੇ ਆ ਜੀ। ਮੰਨ ਇਹ ਰਿਵਾਜ ਸਾਰੇ ਪਾਸੇ ਹੀ ਆ ਭਾਜੀ। ਹੁਣ ਇਹ ਤੋਂ ਜਾਣੀ ਕਿ ਸੁਣ ਕੇ ਜਾਂ ਦੇਖ ਕੇ ਇੰਨਾ ਉਹ ਓਪਰਾ ਜਿਹਾ ਨਹੀਂ ਲੱਗਦਾ, ਜਿੱਦਾਂ ਨਾਲ ਸਰਪ੍ਰਾਈਜ਼ ਨਹੀਂ ਹੁੰਦਾ ਬੰਦਾ। ਤੇ ਆਪਣੇ ਵੀ ਇੱਦਾਂ ਹੀ ਆ, ਜਿਹੜਾ ਆਪਣੇ ਪੰਜਾਬੀਆਂ ਦਾ, ਸਿੱਖਾਂ ਦੇ ਮੀਡੀਆ, ਇਹ ਵੀ ਕਈ ਵੱਖਰੇ ਵੱਖਰੇ ਮੈਂ ਦੇਖੇ ਆ। ਉਹਨਾਂ ਦੇ ਵਿੱਚ ਵੀ ਜੇ ਦਲੀਲ ਨਾਲ ਗੱਲ ਕਰਕੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਜਾਂ ਦੱਸਿਆ ਜਾਂਦਾ ਨਾ, ਤੇ ਉਹ ਆਪਣਾ ਇੰਡੀਆ ਵਾਲਾ ਤਾਂ ਫੇਰ ਵੀ ਚਲੋ ਠੀਕ ਹੈ, ਸ਼ਬਦ ਵੀ ਨਹੀਂ। ਇਹ ਤਾਂ ਖੋਤੇ ਗਧੇ ਆਪਣੀ ਅਮਾਊਂਟ ਦੱਸਣ ਲੱਗ ਪੈਂਦੇ, ਸਾਡਾ ਮਿਲੀਅਨ ਦਾ ਆ ਜੀ, ਜਦ ਕਿ ਦਲੀਲ ਕੋਈ ਨਹੀਂ ਹੁੰਦੀ ਇਹਨਾਂ ਕੋਲ। ਕਹਿਣ ਦਾ ਮਤਲਬ ਮੈਨੂੰ ਫਿਰ ਜਦੋਂ ਮੈਂ ਇੱਦਾਂ ਤੋਲਦਾ ਨਾ ਇਹਨਾਂ ਨੂੰ ਬਾਹਰਲੇ ਮੀਡੀਆ ਦੇ ਜਾਂ ਆਪਣੇ ਪੰਜਾਬੀ ਸਿੱਖਾਂ ਦੇ ਨਾਲ, ਤੇ ਫੇਰ ਲੱਗਦਾ ਇੰਡੀਆ ਦਾ ਵਧੀਆ ਆ ਭਾਜੀ, ਕਹਿਣ ਦਾ ਮਤਲਬ। ਤੇ ਮੈਂ ਤਾਂ ਇਹ ਕਹੂੰਗਾ ਸਾਰੇ ਪਾਸੇ ਰਿਵਾਜ ਆ, ਇੱਕ ਬੰਦਾ ਦਲੀਲ ਦਿੰਦਾ ਉਹਨੂੰ ਦਲੀਲ ਨਾਲ ਕੱਟੋ ਨਾ। ਦਲੀਲ ਦੀ ਵਜ੍ਹਾ ਖੋਤੇ ਗਧੇ ਕਹਿ ਕੇ ਆਪਣੀ ਅਮਾਊਂਟ ਦੱਸਣ ਨਾਲ ਜਬਲੀਆਂ ਮਾਰੀਆਂ ਜਾਣੀਆਂ। ਉਹ ਇਦਾਂ ਦੇ ਬੰਦੇ ਹੱਥ ਮੀਡੀਆ ਸਾਡੇ ਪੰਜਾਬੀ ਸਿੱਖਾਂ ਦਾ ਆਇਆ, ਇਸ ਕਰਕੇ ਸਿੱਖਾਂ ਦਾ ਵੀ ਘਰਾਣ ਜਿਹੜਾ ਹੋ ਰਿਹਾ ਨਾ, ਇਸੇ ਕਰਕੇ ਹੋ ਰਿਹਾ ਬਾਈ। ਥੈਂਕ ਯੂ ਜੀ, ਧੰਨਵਾਦ ਜੀ। ਢਿੱਲੋਂ ਸਾਹਿਬ, ਆਪਾਂ ਪਹਿਲਾਂ ਲੈ ਲਈਏ 2 ਕਮਰਸ਼ੀਅਲ ਲੈ ਲਈਏ ਜੀ। ਜੇ ਤੁਸੀਂ ਟਿਕਟਾਂ ਬਾਰੇ ਜਾਣਕਾਰੀ ਲੈਣੀ ਹੈ ਜੀ, ਆਲ ਲਿੰਕ ਟਰੈਵਲ ਨੂੰ ਕਾਲ ਕਰ ਸਕਦੇ 416 293 8700। ਟਰੱਕ ਦੀ ਜੋਬ ਵਾਸਤੇ ਤੁਸੀਂ KGS ਟਰਾਂਸਪੋਰਟ ਦਾ ਨਾਮ ਯਾਦ ਰੱਖੋ। ਨਾਰਥ ਅਮਰੀਕਾ, ਇੰਡੀਆਨਾਪੋਲਿਸ ਤੇ GTA ਦੇ ਵਿੱਚ ਟਰਮੀਨਲ ਹੈ ਜੀ, 2 ਉਹਨਾਂ ਦੇ 905 799 9500 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਨਾਲ ਹੀ ਏਸ਼ੀਅਨ ਫੂਡ ਦੇ ਜੇ ਤੁਸੀਂ ਕਰਨੀ ਹੈ ਜੀ ਗਰੋਸਰੀ, ਤਾਜ਼ੀਆਂ ਸਬਜ਼ੀਆਂ ਲੈ ਸਕਦੇ ਹੋ, ਤਾਜ਼ੇ ਫਲ ਫਰੂਟ, ਤੇ ਜਾ ਸਕਦੇ ਏਸ਼ੀਅਨ ਫੂਡ ਤੇ ਕਿਸੇ ਵੀ ਨੇੜੇ ਸਟੋਰ ਦੇ ਉੱਤੇ ਗਰੋਸਰੀ ਤੁਸੀਂ ਲੈ ਸਕਦੇ ਹੋ। ਨਾਲ ਹੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਇਸ 14
ਸੌਰੀ 15, 16 ਤੇ 17 ਨੂੰ PTN 24 ਤੇ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਦੇ ਵਿੱਚ ਜਿਹੜਾ ਅਖੰਡ ਪਾਠ ਆ ਉਹ ਲਾਈਵ ਦਿਖਾਇਆ ਜਾਊਗਾ ਜੀ ਗੁਰਦੁਆਰਾ ਜੋਤ ਪ੍ਰਕਾਸ਼ ਤੋਂ 15, 16 ਤੇ 17 ਜਾਣੀ ਕਿ ਫਰਾਈਡੇ, ਸੈਚਰਡੇ, ਸੰਡੇ ਆਪਣੇ ਆਹ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਜਿਹੜਾ ਅਖੰਡ ਪਾਠ ਆ ਉਹ ਸ਼ੁਰੂ ਹੋ ਜਾਊਗਾ ਜੀ ਗੁਰਦੁਆਰਾ ਜੋਤ ਪ੍ਰਕਾਸ਼ ਤੋਂ। ਪਿੰਡ ਬੁੱਟਰਾਂ, ਜ਼ਿਲ੍ਹਾ ਜਲੰਧਰ ਦੇ ਵਸਨੀਕ ਆ ਜਿਹੜੇ ਉਹਨਾਂ ਵੱਲੋਂ ਕਰਵਾਇਆ ਜਾ ਰਿਹਾ ਤੇ ਤੁਸੀਂ ਘਰੇ ਬੈਠੇ ਪੂਰੇ ਅਖੰਡ ਪਾਠ ਦਾ ਆਨੰਦ ਮਾਣ ਸਕਦੇ ਹੋ। PTN 24 ਤੇ ਪੂਰਾ ਅਖੰਡ ਪਾਠ ਚੱਲੂਗਾ ਜੀ ਗੁਰਦੁਆਰਾ ਜੋਤ ਪ੍ਰਕਾਸ਼ ਤੋਂ ਸ਼ਹੀਦ ਬਾਬਾ ਤਾਰਾ ਸਿੰਘ ਵਾਂ ਦੀ ਯਾਦ ਦੇ ਵਿੱਚ ਪਿੰਡ ਬੁੱਟਰਾਂ ਦੀ ਸੰਗਤ ਵੱਲੋਂ ਕਰਵਾਇਆ ਜਾ ਰਿਹਾ। ਢਿੱਲੋਂ ਸਾਹਿਬ, ਅੱਛਾ ਆਪਾਂ ਕਾਲ ਲੈ ਲਈਏ ਫਿਰ ਚੱਲਦੇ ਜੀ ਅਗਲੀ ਖਬਰ ਤੇ। ਹਾਂਜੀ ਵੀਰ ਜੀ, 46 ਦਾ ਸਵਾਗਤ ਹੈ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੀਡੀਆ ਦੀ ਭਾਜੀ ਗੱਲ ਕਰਦੇ ਆ। ਕੱਲ ਟਰੰਪ ਸਾਹਿਬ ਦੀ ਇੱਥੇ ਨਾ ਵਾਈਟ ਹਾਊਸ ਤੇ ਲੇਡੀ ਨੇ ਪੁੱਛਿਆ ਟਰੰਪ ਸਾਹਿਬ ਨੂੰ ਕਿ ਤੁਸੀਂ ਇੰਨੇ ਟੈਸਟ ਕਰ ਰਹੇ, ਲੋਕੀ ਫੇਰ ਮਰ ਰਹੇ ਹਨਾ ਜੀ। ਉਹ ਅੱਗੇ ਜਾ ਕੇ ਕਹਿੰਦੇ ਚਾਈਨਾ ਨੂੰ ਪੁੱਛ ਲਓ ਹਨਾ ਜੀ। ਉਹ ਇੱਕ ਲੇਡੀ ਮਗਰ ਖੜੀ ਹੁੰਦੀ, ਉਹਨੂੰ ਕਹਿੰਦਾ ਤੂੰ ਪੁੱਛ, ਉਹ ਪੁੱਛਦੀ ਆ ਤੇ ਅੰਦਰ ਨੂੰ ਚਲ ਜਾਂਦੇ ਆ, ਕਹਿੰਦੇ ਤੁਹਾਨੂੰ ਥੈਂਕ ਯੂ ਤੁਹਾਡਾ ਹਨਾ ਜੀ। ਮੀਡੀਆ ਦਾ ਹਾਲ ਇਦਾਂ ਦਾ। ਤੇ ਟਰੰਪ ਸਾਹਿਬ ਵੀ ਤੁਹਾਨੂੰ ਪਤਾ 1600 ਮੌਤ ਹੋ ਗਈ 24 ਘੰਟਿਆਂ ਚ ਨਾ। ਜੀ ਜੀ ਬਿਲਕੁਲ। ਆਪਣੇ ਵੀ ਇੱਥੇ 360 ਕੇਸ ਆ ਗਏ ਇੱਕ ਦਿਨ ਚ ਜੀ। ਇਹ ਖੋਲਣ ਦਾ ਥੋੜਾ ਨੁਕਸਾਨ ਤਾਂ ਹੈਗਾ ਹੀ ਆ ਜੀ। ਖੋਲੂਗੇ ਨਾ ਕੱਲ ਨੂੰ ਮੌਤਾਂ ਵਧਣੀਆਂ ਹੀ ਆ। ਜਿਨ੍ਹਾਂ ਲੋਕ ਖੋਲਿਆ ਸੀ ਮੁਲਕਾਂ ਨੇ ਉਹਨਾਂ ਨੂੰ ਦੁਬਾਰਾ ਬੰਦ ਕਰਨਾ ਪਿਆ ਜੀ। ਬਿਲਕੁਲ ਜੀ। ਹਾਲੇ ਜਦੋਂ ਚਿਰ ਕੋਈ ਵੈਕਸੀਨ ਨਹੀਂ ਬਣੀ, ਕੋਈ ਇਲਾਜ ਹੈ ਨਹੀਂਗਾ ਤਾਂ ਪ੍ਰੀਕਾਸ਼ਨ ਹੀ ਜ਼ਰੂਰੀ ਆ। ਧੰਨਵਾਦ ਵੀਰ ਜੀ। ਢਿੱਲੋਂ ਸਾਹਿਬ, ਡਾਕਟਰ ਕਫੀਲ ਖਾਨ ਦੀ NSA ਤਹਿਤ ਨਜ਼ਰਬੰਦੀ ਤੇ 3 ਮਹੀਨੇ ਲਈ ਸਜ਼ਾ ਹੋਰ ਵਧਾਤੀ ਜੀ। ਬਿਲਕੁਲ ਜੀ। ਡਾਕਟਰ ਕਫੀਲ ਖਾਨ ਹਨ ਕੌਣ ਜੀ? ਪਹਿਲਾਂ ਸਾਡੇ ਸਰੋਤਿਆਂ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਉਣੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ। ਇਹ ਤੁਹਾਡੇ ਧਿਆਨ 'ਚ ਹੋਣਾ 2017 ਦੇ ਵਿੱਚ BRD ਮੈਡੀਕਲ ਕਾਲਜ ਗੋਰਖਪੁਰ ਦੇ ਵਿੱਚ ਆਕਸੀਜਨ ਦੀ ਕਮੀ ਕਾਰਨ ਉੱਥੇ ਆਕਸੀਜਨ ਦੀ ਸਪਲਾਈ ਬੰਦ ਹੋ ਗਈ ਸੀ ਜੀ। 60 ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਸੀ। ਇਹ ਗੋਰਖਪੁਰ ਯੂਪੀ ਦੇ ਵਿੱਚ ਉਹ ਜਗ੍ਹਾ ਜੀ ਜਿੱਥੇ ਯੋਗੀ ਆਦਿੱਤਿਆਨਾਥ ਜਿਹੜੇ ਯੂਪੀ ਦੇ ਮੁੱਖ ਮੰਤਰੀ ਹੈ, ਇਹਨਾਂ ਦਾ ਮੱਠ ਹੈ। ਉੱਥੇ 60 ਬੰਦੇ ਜਦੋਂ ਮਰੇ ਤੇ ਇਹਨਾਂ 60 ਬੱਚਿਆਂ ਦੇ ਮਰਨ ਦਾ ਸਿਲਸਿਲਾ ਸ਼ੁਰੂ ਹੋਇਆ। ਕਫੀਲ ਖਾਨ ਉੱਥੇ ਡਾਕਟਰ ਸੀ। ਕਫੀਲ ਖਾਨ ਨੂੰ ਬੜਾ ਦਰਦ ਹੋਇਆ ਕਿ ਬੱਚੇ ਮਰ ਰਹੇ ਹੈ। ਆਕਸੀਜਨ ਦੀ ਸਪਲਾਈ ਬੰਦ ਹੋ ਗਈ ਕਿਉਂਕਿ ਆਕਸੀਜਨ ਜਿੱਥੋਂ ਲੈਣੀ ਸੀ, ਜਿਸ ਕੰਪਨੀ ਤੋਂ ਲੈਣੀ ਸੀ, ਉਹਨਾਂ ਨੂੰ ਪੇਮੈਂਟ ਨਹੀਂ ਸੀ ਕੀਤੀ। ਕਫੀਲ ਖਾਨ ਨੇ ਆਪਣੇ ਸੋਰਸਸ ਦੇ ਰਾਹੀਂ ਕੁਝ ਕੰਪਨੀਆਂ ਨਾਲ ਗੱਲ ਕੀਤੀ ਕਿ ਭਾਈ ਜਿੰਨੇ ਸਿਲੰਡਰ ਤੁਹਾਡੇ ਕੋਲ ਆਕਸੀਜਨ ਦੇ ਪਏ ਆ, ਤੁਸੀਂ ਸਾਡੇ ਕੋਲ ਭੇਜੋ, ਬੱਚੇ ਮਰ ਰਹੇ ਆ, ਅਸੀਂ ਇਹਨਾਂ ਦਾ ਇਲਾਜ ਕਰਨਾ, ਬੱਚਿਆਂ ਨੂੰ ਬਚਾਉਣਾ ਹੈ ਜੀ। ਉਹਨੇ ਆਪਦੇ ਕੋਲੋਂ ਵੀ ਪੈਸੇ ਲਾਏ, ਪੈਸੇ ਲੋਕਾਂ ਤੋਂ ਵੀ ਮੰਗਵਾਏ, ਉਹਨੇ ਲਿਆ ਕੇ ਬੱਚਿਆਂ ਨੂੰ ਬਚਾਉਣ ਦਾ ਯਤਨ ਕੀਤਾ ਜੀ। ਲੇਕਿਨ ਜੇ ਆਪਾਂ ਧਾਰਮਿਕ ਪੱਖ ਤੋਂ ਦੇਖੀਏ ਤਾਂ ਉਹ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਦਾ ਸੀ। ਬਾਅਦ ਵਿੱਚ ਹੋਇਆ ਕੀ ਕਿ ਜਿਹੜਾ ਅਸਲ ਮੁਜਰਮ ਸੀ ਉਹਦੀ ਬਜਾਏ ਕਫੀਲ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ। ਜੋ ਉਹਨੇ ਪੁੰਨ ਕੀਤਾ ਸੀ ਉਸ ਪੁੰਨ ਨੂੰ ਪਾਪ 'ਚ ਤਬਦੀਲ ਕੀਤਾ ਗਿਆ। ਜਿਹੜਾ ਉਹਨੇ ਗੁਨਾਹ ਕੀਤਾ ਹੀ ਨਹੀਂ, ਉਸ ਗੁਨਾਹ ਦਾ ਦੋਸ਼ੀ ਉਹਨੂੰ ਬਣਾਤਾ ਤੇ ਉਹ ਤੇ ਮੁਕੱਦਮਾ ਦਰਜ ਕਰਤਾ ਜੀ। ਮੁਕੱਦਮਾ ਦਰਜ ਕਰਨ ਤੋਂ ਬਾਅਦ ਦੋਸ਼ੀ ਬਣਾ ਕੇ ਉਸ ਬੰਦੇ ਨੂੰ ਜੇਲ੍ਹ 'ਚ ਭੇਜਤਾ। ਕਾਫੀ ਸਮਾਂ ਉਹ ਜੇਲ੍ਹ ਦੇ ਵਿੱਚ ਰਿਹਾ, ਲਗਭਗ 9 ਮਹੀਨੇ ਰਿਹਾ ਜੇਲ੍ਹ ਦੇ ਵਿੱਚ ਤੇ 9 ਮਹੀਨਿਆਂ ਤੋਂ ਬਾਅਦ ਫਿਰ ਉਹਨੂੰ ਜ਼ਮਾਨਤ ਮਿਲੀ ਜੀ। ਉਹਨੇ ITI ਉਹਦੇ ਖਿਲਾਫ ਇੱਕ ਇਨਕੁਆਇਰੀ ਮਾਰਕ ਕੀਤੀ ਸੀ। ਉਹਨੇ RTI ਪਾ ਕੇ ਜਦੋਂ ਉਹ ਇਨਕੁਆਇਰੀਆਂ ਦੀ ਸਿੱਟਾ ਰਿਪੋਰਟ ਲਈ ਤਾਂ ਉਹ ਸਿੱਟਾ ਰਿਪੋਰਟ ਦੇ ਵਿੱਚ ਇਹ ਸਾਬਤ ਹੋਇਆ ਪਿਆ ਸੀ ਕਿ ਗੁਨਾਹ ਕਫੀਲ ਖਾਨ ਦਾ ਨਹੀਂ, ਸਗੋਂ ਗੁਨਾਹ ਕਿਸੇ ਹੋਰ ਦਾ ਸੀ ਜੀ। ਔਰ ਉਹ ਬੰਦਾ ਘੱਟ ਗਿਣਤੀ ਨਹੀਂ, ਉਹ ਬਹੁ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਸੀ ਤੇ ਇਸ ਬੰਦੇ ਨੂੰ ਬਰੀ ਦਾ ਬੱਕਰਾ ਬਣਾਇਆ ਗਿਆ। 60 ਬੱਚੇ ਜਿਹੜੇ ਮਰ ਗਏ, 60 ਤੋਂ ਵੱਧ ਮਰ ਗਏ, ਉਹਨਾਂ ਬੱਚਿਆਂ ਦੇ ਅਸਲ ਦੋਸ਼ੀ ਨੂੰ ਨਹੀਂ ਫੜਿਆ ਗਿਆ, ਸਗੋਂ ਜਿਹਨੇ ਜਾਨਾਂ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਉਸ ਬੰਦੇ ਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ ਜੀ। ਕਫੀਲ ਖਾਨ ਧੁੰਦਾ ਪੱਕਾ ਹੈ। ਉਹ ਬੰਦੇ ਨੇ ਜਿਹੜੀ ਹੈਗਾ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ ਇਹਦੇ ਖਿਲਾਫ ਆਪਣਾ ਜਿਹੜਾ ਹੈਗਾ ਬੋਲਣਾ ਜਾਰੀ ਰੱਖਿਆ, ਉਹ ਨਹੀਂ ਰੁਕਿਆ। ਤੇ ਫਿਰ ਆਪਾਂ ਜਾਣਦੇ ਹਾਂ ਸਾਰੇ ਕਿ ਸਾਡੇ ਦੇਸ਼ ਦੇ ਵਿੱਚ ਇੱਕ ਨਾਗਰਿਕਤਾ ਕਾਨੂੰਨ ਆਇਆ ਸੀ। ਉਸ ਨਾਗਰਿਕਤਾ ਕਾਨੂੰਨ ਦੇ ਮੁਤਾਬਕ ਇਹ ਪ੍ਰਬੰਧ ਕੀਤਾ ਗਿਆ ਸੀ ਕਿ ਜਿਹੜੇ ਆਂਢ ਗੁਆਂਢ ਦੇ ਸਾਡੇ ਦੇਸ਼ ਆ, ਮੁਸਲਮਾਨ ਦੇਸ਼ ਹੈਗੇ, ਉਹਨਾਂ ਮੁਸਲਮਾਨ ਦੇਸ਼ਾਂ ਦੇ ਵਿੱਚੋਂ ਜਿਹੜੇ ਗੈਰ ਮੁਸਲਿਮ ਘੱਟ ਗਿਣਤੀ ਦੇ ਲੋਕ ਹੈਗੇ ਜੀ, ਉਹ ਜੇ ਭਾਰਤ ਪਿਛਲੇ 5 ਸਾਲਾਂ ਤੋਂ ਰਹਿੰਦੇ ਆ ਤਾਂ ਉਹਨਾਂ ਨੂੰ ਨਾਗਰਿਕਤਾ ਦੇ ਦਿੱਤੀ ਜਾਊਗੀ, ਲੇਕਿਨ ਮੁਸਲਮਾਨਾਂ ਨੂੰ ਨਹੀਂ। ਜਾਂ ਜਿਵੇਂ ਸ਼੍ਰੀਲੰਕਾ ਹੈ, ਸ਼੍ਰੀਲੰਕਾ ਦੇ ਵਿੱਚ ਸਾਡੇ ਤਾਮਿਲ ਬਹੁਤ ਸਾਰੇ ਗਏ ਆ, ਉਹਨਾਂ ਦਾ ਵੀ ਉਹਦੇ ਵਿੱਚ ਕਿਤੇ ਜ਼ਿਕਰ ਹੈ ਨਹੀਂ ਸੀ। ਇਸ ਮਾਮਲੇ ਦੇ ਖਿਲਾਫ, ਇਸ ਮੁੱਦੇ ਦੇ ਖਿਲਾਫ ਭਾਰਤ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਹੋਇਆ।
ਜਿਹੜਾ ਅੰਦੋਲਨ ਚਰਮ ਸੀਮਾ ਤੇ ਪਹੁੰਚਿਆ ਸੀ ਤੇ ਉਹ ਅੰਦੋਲਨ ਠੰਡਾ ਇਸ ਕਰਕੇ ਪੈ ਗਿਆ ਕਿਉਂਕਿ ਇਸ ਦੇਸ਼ ਦੇ ਵਿੱਚ ਕਰੋਨਾ ਨੇ ਵੀ ਆਪਣੇ ਪੈਰ ਪਸਾਰ ਲਏ ਸਨ। ਸਾਰਾ ਦੇਸ਼ ਜਿਹੜਾ ਹੈਗਾ ਇਹਦੇ ਮੁਕਾਬਲੇ ਵਾਸਤੇ ਡਟ ਗਿਆ। ਸਾਰਾ ਜਿਹੜੇ ਇੱਥੋਂ ਦੇ ਬੁਨਿਆਦੀ ਹੱਕ ਹਕੂਕ ਸੀ, ਲੋਕਾਂ ਦੇ ਡੈਮੋਕ੍ਰੇਟਿਕ ਰਾਈਟ ਸੀ, ਉਹ ਸਸਪੈਂਡ ਹੋ ਗਏ ਕਿਉਂਕਿ ਲਾਕਡਾਊਨ ਲੱਗਿਆ ਹੋਇਆ ਜੀ। ਲੇਕਿਨ ਉਹ ਤੋਂ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਕਫੀਲ ਖਾਨ ਗਿਆ ਸੀ। ਉਹਨੇ ਉੱਥੇ ਜਾ ਕੇ ਭਾਸ਼ਣ ਕੀਤਾ ਨਾਗਰਿਕਤਾ ਕਾਨੂੰਨ ਦੇ ਖਿਲਾਫ। ਨਤੀਜਾ ਕੀ ਹੋਇਆ ਕਿ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਭੇਜਤਾ ਜੀ। ਉਹਨੇ ਉੱਥੋਂ ਇੱਕ ਬੇਲ ਐਪਲੀਕੇਸ਼ਨ ਲਾਈ, ਉਹਦੀ ਬੇਲ ਮਨਜ਼ੂਰ ਹੋ ਗਈ। ਲੇਕਿਨ ਬੇਲ ਮਨਜ਼ੂਰ ਹੋਣ ਦੇ ਬਾਵਜੂਦ ਵੀ ਇਹ ਪਤਾ ਨਹੀਂ ਕਿਹਦਾ ਇਸ਼ਾਰਾ ਸੀ ਜੀ, ਜੇਲ੍ਹ ਅਥਾਰਟੀਜ਼ ਨੇ ਉਹਨੂੰ ਰਿਹਾ ਨਹੀਂ ਕੀਤਾ। ਉਹਦੇ ਜਿਹੜੇ ਵਾਰਸ ਸੀ ਉਹ ਵਾਰਸ ਫਿਰ ਚਲੇ ਗਏ ਅਦਾਲਤ ਦੇ ਵਿੱਚ ਔਰ ਉਹਨਾਂ ਨੇ ਜਾ ਕੇ ਅਦਾਲਤ ਦੇ ਵਿੱਚ ਫਿਰ ਅਰਜ਼ੀ ਦਾਇਰ ਕੀਤੀ ਕਿ ਸ਼੍ਰੀਮਾਨ ਜੀ ਤੁਸੀਂ ਉਹਦੀ ਜ਼ਮਾਨਤ ਵੀ ਲਈ ਬੈਠੇ ਹੋ, ਉਹਨੂੰ ਰਿਹਾ ਨਹੀਂ ਕੀਤਾ ਜਾਂਦਾ। ਅਦਾਲਤ ਨੇ ਦੁਬਾਰਾ ਹੁਕਮ ਜਾਰੀ ਕਰਤਾ ਕਿ ਇਸ ਬੰਦੇ ਨੂੰ ਰਿਹਾ ਕੀਤਾ ਜਾਵੇ। ਫਿਰ ਕੀ ਹੋਇਆ ਜੀ, ਰਿਹਾ ਕਰਨ ਦੀ ਬਜਾਏ ਉਹਦੇ ਤੇ NSL ਨੈਸ਼ਨਲ ਸਿਕਿਉਰਿਟੀ ਐਕਟ 29 ਫਰਵਰੀ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ। 29 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 10 ਫਰਵਰੀ ਨੂੰ ਉਹਨੂੰ ਇਲਾਹਾਬਾਦ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਫਿਰ ਉਹਨੂੰ ਹੇਠਲੀ ਕੋਰਟ ਨੇ ਵੀ ਰਿਹਾ ਕਰਨ ਵਾਸਤੇ ਕਹਿਤਾ, ਲੇਕਿਨ ਰਿਹਾ ਨਹੀਂ ਕੀਤਾ। ਕੀਤਾ ਕੀ ਜੀ, ਉਹਨੂੰ ਸਿੱਧਾ ਚੱਕ ਕੇ ਮਥੁਰਾ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਨੈਸ਼ਨਲ ਸਿਕਿਉਰਿਟੀ ਐਕਟ ਲਾ ਕੇ। ਨੈਸ਼ਨਲ ਸਿਕਿਉਰਿਟੀ ਐਕਟ ਦੀ ਮਿਆਦ 3 ਮਹੀਨੇ ਦੀ ਹੁੰਦੀ ਹੈ। 3 ਮਹੀਨੇ ਹੁਣ ਉਹਦੇ ਪੂਰੇ ਹੋ ਗਏ ਸੀ, ਲੇਕਿਨ ਕੱਲ ਫੇਰ 3 ਮਹੀਨਿਆਂ ਲਈ ਉਹਦੇ ਤੇ ਹੋਰ ਲਾ ਕੇ ਉਹਨੂੰ ਅੰਦਰ ਸੁੱਟ ਦਿੱਤਾ ਹੈ। ਇਹ ਤੋਂ ਪਹਿਲਾਂ ਵੀ ਉਹਨੇ ਕਾਫੀ ਸਾਰਾ ਆਪਣੇ ਲੇਖਾਂ ਰਾਹੀਂ, ਆਪਣੀਆਂ ਇੰਟਰਵਿਊਜ਼ ਰਾਹੀਂ ਇਸ ਗੱਲ ਦੇ ਉੱਤੇ ਦੁੱਖ ਪ੍ਰਗਟ ਕੀਤਾ ਸੀ ਕਿ ਮੇਰੇ ਨਾਲ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਮੈਂ ਘੱਟ ਗਿਣਤੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨਾ। ਲੇਕਿਨ ਇੱਥੇ ਬਹੁਤ ਗਿਣਤੀਆਂ ਜੋ ਮਰਜ਼ੀਆਂ ਕਰੀ ਜਾਣ, ਉਹਨਾਂ ਕੋਈ ਪੁੱਛਦਾ ਨਹੀਂ। ਚਾਹੇ ਪਹਿਲੂ ਖਾਨ ਨੂੰ ਕਤਲ ਕਰ ਦਿਓ, ਚਾਹੇ ਅਖਲਾਕ ਖਾਨ ਨੂੰ ਕਤਲ ਕਰ ਦਿਓ, ਚਾਹੇ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਮਹੱਲਿਆਂ ਦੇ ਵਿੱਚ ਨਾ ਵੜਨ ਦਿਓ, ਸਬਜ਼ੀਆਂ ਵਾਲਿਆਂ ਨੂੰ, ਜਿਹੜੇ ਰੇਹੜੀਆਂ ਵਾਲਿਆਂ ਨੂੰ ਨਾ ਵੜਨ ਦਿਓ ਜਿਹੜੇ ਮੁਸਲਮਾਨ ਹੈ, ਔਰ ਉਹਨਾਂ ਸਾਰਿਆਂ ਨੂੰ ਦਵੱਲਾ ਦਵੱਲੀ ਕਰੀ ਜਾਓ। ਲੇਕਿਨ ਬਹੁ ਗਿਣਤੀ ਦੇ ਖਿਲਾਫ ਕੱਖ ਨਹੀਂ ਬੋਲਣਾ। ਬਹੁ ਗਿਣਤੀ ਜੋ ਮਰਜ਼ੀ ਕਹੀ ਜਾਵੇ, ਘੱਟ ਗਿਣਤੀਆਂ ਨੂੰ ਤੁਸੀਂ ਆਪਣਾ ਟਾਰਗੇਟ ਕਰਨਾ ਹੈ। ਤੇ ਜੇ ਘੱਟ ਗਿਣਤੀਆਂ ਦੇ ਹੱਕ ਵਿੱਚ ਕੋਈ ਬੰਦਾ ਆਵਾਜ਼ ਬੁਲੰਦ ਕਰਦਾ ਤਾਂ ਫਿਰ ਉਹਦੇ ਤੇ ਮੁਕੱਦਮੇ ਦੇ ਦਿਓ, ਨੈਸ਼ਨਲ ਸਿਕਿਉਰਿਟੀ ਐਕਟ ਵਰਗੇ ਲਾ ਕੇ ਉਹਨਾਂ ਨੂੰ ਅੰਦਰ ਸੁੱਟ ਦਿਓ। ਇਹ ਸਥਿਤੀ ਹੈ ਜੀ ਸਾਡੇ ਭਾਰਤ ਮਹਾਨ ਦੀ। ਜੀ ਬਿਲਕੁਲ ਜੀ, ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਰੱਬ ਹੀ ਰਾਖਾ ਜੀ ਭਾਰਤ ਦਾ। ਤੇ ਢਿੱਲੋਂ ਸਾਹਿਬ ਧੰਨਵਾਦ ਜੀ ਤੁਹਾਡਾ ਇੰਨੀ ਭਰਪੂਰ ਜਾਣਕਾਰੀ ਦੇਣ ਵਾਸਤੇ। ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਿਲਕੁਲ ਜੀ, ਮੈਂ ਨਾਲ ਇਸ ਦੇ ਨਾਲ ਹੀ ਦੱਸਣਾ ਚਾਹੁੰਦਾ ਜੀ, ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫੂਡ ਦੀ ਜ਼ਰੂਰਤ ਹੈ ਜੀ, ਤੁਹਾਡੇ ਕੋਲ ਗਰੋਸਰੀ ਨਹੀਂ ਹੈਗੀ ਤਾਂ ਪੰਜਾਬੀ ਫੂਡ ਸੇਵਾ ਨੂੰ ਕਾਲ ਕਰ ਸਕਦੇ ਹੋ। 416 560 0005 ਤੇ ਜੋਤੀ ਮਾਨ ਉਹਨਾਂ ਨੂੰ ਕਾਲ ਕੀਤੀ ਜਾ ਸਕਦੀ ਪੰਜਾਬੀ ਫੂਡ ਸੇਵਾ ਤੇ। ਜੇ ਤੁਸੀਂ ਕੋਈ ਡੋਨੇਸ਼ਨ ਵੀ ਦੇਣੀ ਆ ਤੇ ਉਹਨਾਂ ਨੂੰ ਕਾਲ ਕਰਕੇ ਪੁੱਛ ਕੇ ਤੁਸੀਂ ਦੇ ਸਕਦੇ ਹੋ ਕਿਉਂਕਿ ਤੁਹਾਡਾ ਜਿਹੜੀ ਡੋਨੇਸ਼ਨ ਹੈ ਉਹ ਸਹੀ ਜਗ੍ਹਾ ਤੇ ਪਹੁੰਚ ਸਕੇ। ਜੇ ਤੁਸੀਂ ਸਟੂਡੈਂਟ ਹੋ ਜਾਂ ਤੁਹਾਨੂੰ ਖਾਣੇ ਦੀ ਲੋੜ ਆ, ਤੁਸੀਂ ਨਹੀਂ ਬਣਾ ਸਕਦੇ, ਲੋੜਵੰਦ ਹੋ, ਤੇ ਸਿੱਖ ਸਪਿਰਿਚੁਅਲ ਸੈਂਟਰ ਜਿਹੜਾ ਰੈਕਸਟੇਲ ਗੁਰਦੁਆਰਾ ਜੀ ਵੈਸੇ ਦਰਸ਼ਨਾਂ ਵਾਸਤੇ ਵੀ ਖੁੱਲਾ ਜੀ। ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਵੀ ਕਰ ਸਕਦੇ ਹੋ, ਮੱਥਾ ਟੇਕ ਸਕਦੇ ਹੋ, ਅੰਦਰ ਜਾ ਸਕਦੇ ਹੋ ਤੇ ਨਾਲ ਹੀ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਟਿਫਨ ਸੇਵਾ ਵੀ ਲੈ ਸਕਦੇ ਹੋ। ਤਾਂ ਤੁਸੀਂ ਲੋੜਵੰਦ ਹੋ, ਸਟੂਡੈਂਟ ਹੋ, ਉੱਥੇ ਜਾਓ, ਜਾ ਕੇ ਤੁਸੀਂ ਪਿਕ ਕਰਕੇ ਲਿਆ ਸਕਦੇ ਹੋ। ਤੇ ਜੇ ਤੁਹਾਨੂੰ ਡਿਲੀਵਰੀ ਦੀ ਲੋੜ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਲ ਕੀਤੀ ਜਾ ਸਕਦੀ ਆ। ਸਿੱਖ ਸਪਿਰਿਚੁਅਲ ਸੈਂਟਰ ਰੈਕਸਟੇਲ ਜਿਹੜਾ ਗੁਰਦੁਆਰਾ ਹਾਈਵੇ 27 ਤੇ ਆ, ਉੱਥੋਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਫੂਡ ਲੈ ਸਕਦੇ ਹੋ। ਜਿਹੜੇ ਸਾਡੇ ਟੀਮ ਮੈਂਬਰ ਹੈ ਜੀ 1690 ਦੇ ਪ੍ਰੋਗਰਾਮ ਹਲਚਲ ਦੇ ਸੰਸਥਾਪਕ ਸੰਦੀਪ ਭੱਟੀ ਜੀ ਹੋਣੀ, ਜਿਹੜੇ ਇੰਡੀਆ ਤੋਂ ਇੱਥੇ ਪਹੁੰਚ ਚੁੱਕੇ ਆ ਜੀ ਟੋਰਾਂਟੋ ਦੀ ਧਰਤੀ ਤੇ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਵੈਲਕਮ ਕਰਦੇ ਹਾਂ ਜੀ। ਟੋਰਾਂਟੋ ਪਹੁੰਚਣ ਤੇ ਉਹਨਾਂ ਨੂੰ 6, 13, 14 ਦੇ ਜਿਹੜਾ ਕੁਆਰੰਟਾਈਨ ਰਹਿਣਾ ਪਊਗਾ। ਤੁਹਾਨੂੰ ਪਤਾ ਹੀ ਹੈ, ਲਾ ਆ ਜਿਹੜਾ ਉਹ ਘਰ ਦੇ ਵਿੱਚ ਹੀ ਰਹਿਣਗੇ। ਤੇ ਫਿਰ ਵੀ ਉਹ ਤੁਹਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਕਿੱਦਾਂ ਦੀ ਵਰਤਾਰਾ ਚੱਲ ਰਿਹਾ ਜੀ ਮਹਾਮਾਰੀ ਦਾ, ਫਿਰ ਵੀ ਉਹ ਬੜੇ ਔਖੇ ਹੋ ਕੇ ਜਿਹੜਾ ਤੁਹਾਨੂੰ ਪਤਾ ਏਅਰਲਾਈਨਾਂ ਚੱਲਦੀਆਂ ਤੇ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ। ਅਸੀਂ PTN 24 ਵੱਲੋਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਇੱਥੇ ਪਹੁੰਚਣ ਤੇ। ਪ੍ਰਮਾਤਮਾ ਤੰਦਰੁਸਤੀ ਦੇਵੇ ਜੀ ਸਾਰਿਆਂ ਨੂੰ, ਜਿੰਨੇ ਵੀ ਹੈਗੇ ਜੀ ਤੁਸੀਂ ਸਾਨੂੰ ਸੁਣ ਰਹੇ ਹੋ ਸਾਰਿਆਂ ਨੂੰ ਪ੍ਰਮਾਤਮਾ ਤੰਦਰੁਸਤੀ ਦੇਵੇ। ਵੈਰੀ ਸੂਨ ਜਿਹੜਾ ਪ੍ਰੋਗਰਾਮ ਹਲਚਲ ਲੈ ਕੇ ਵੀਰ ਹੋਣੀ ਸਟੂਡੀਓ ਦੇ ਵਿੱਚ ਪਹੁੰਚ ਜਾਣਗੇ ਜੀ ਤੇ ਉਹਨਾਂ ਦੇ ਨਾਲ ਤੁਸੀਂ ਆਨੰਦ ਮਾਣੋਗੇ। ਨਾਲ ਹੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਜੇ ਤੁਸੀਂ
ਘੜੀਆਂ ਠੀਕ ਕਰਾਉਣੀਆਂ, ਕਲੌਕ ਲੈਣਾ ਜਾਂ ਪਿੰਨ ਪਾਉਣੀ ਆ, ਕਿਸੇ ਵੀ ਤਰ੍ਹਾਂ ਦੀ ਘੜੀ ਬਾਏ ਕਰਨੀ, ਰਾਡੋ, ਰੋਲੈਕਸ, ਸਿਟੀਜ਼ਨ, ਸੀਕੋ 5, 905 790 88 ਤੇ ਸੋਮਲ ਵਾਚ ਕਲੌਕ ਐਂਡ ਪਾਰਟਸ। ਟੋਰਾਂਟੋ ਤੋਂ ਮੌਂਟਰੀਅਲ, ਮੌਂਟਰੀਅਲ ਤੋਂ ਟੋਰਾਂਟੋ ਜਾਣਾ ਜੀ। ਬੈਸਟ ਕੈਨੇਡੀਅਨ ਰਾਈਡ ਸਰਵਿਸ ਦਾ ਨਾਮ ਯਾਦ ਰੱਖੋ, 514 560 6613 ਤੇ ਕਾਲ ਕੀਤੀ ਜਾ ਸਕਦੀ ਆ। ਫਸਟ ਜਾਂ ਸੈਕੰਡ ਮੌਰਗੇਜ ਵਾਸਤੇ ਤੁਸੀਂ ਕਿਰਨ ਕੌਰ ਪੱਡਾ ਦਾ ਨਾਂ ਹਮੇਸ਼ਾ ਯਾਦ ਰੱਖੋ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।